जियो पियो बूझो नहीं, जियो पियो बूझो नहीं, कट में जियो के पियो, कट में जियो के पियो, जियो पियो बूझो नहीं, जियो पियो बूझो नहीं, कट में जियो के पियो, कट में जियो के पियो, जियो पियो बूझो नहीं, जियो ऊंचा बूझो नहीं, कट में जियो के पियो, कट में जियो के पियो। सुन सखी पी में जियो बसै, सुन सखी पी में जियो बसै, जी में बसै के पियो, जी में बसै ऊंचा, जियो पियो बूझो नहीं, जियो पियो बूझो नहीं, कट में जियो के पियो, कट में जियो के पियो, जियो पियो बूझो नहीं, जियो पियो बूझो नहीं। सुन सखी पी में जियो बसै, सुन सखी पी में, सुन सखी पी में जियो बसै, जी में बसै के पियो, जी में बसै के पियो, जियो पियो बूझो नहीं, जियो पियो बूझो नहीं, कट में जियो के पियो, कट में जियो के पियो। जियो पियो बूझो नहीं, जियो पियो बूझो नहीं, कट में जियो के पियो, कट में जियो के पियो। सुन सखी पी में जियो बसै, सुन जियो
बसै के पियो, जी में बसै के पियो, जियो पियो बूझो नहीं, जियो पियो बूझो नहीं, काट में जियो के पियो, काट में जियो के पियो। नीचे लोयन कर रहो, नीचे लोयन नीचे लोयन, हाँ नीचे लोयन कर रहो, ले साजन काट माए, ले साजन काट माए, सब रस खेलो पीसो, सब रस सब रस खेलो पीसो, सब रस किसी लखाओ ना, किसी लखाओ ना, जियो पियो बूझो नहीं, जियो काट में जियो के पियो, काट में जियो के पियो। आठ जाम 64 कड़ी, आठ जाम 64 खड़ी, आठ जाम 64 खड़ी, तो निरखत रह जियो, तो निरखत रह जियो, नीचे लोयन क्यों करो, नीचे लोयन क्यों करो, हाँ नीचे लोयन क्यों करो, नीचे क्यों करो, सब काट देखो पियो, सब काट देखो पियो, जियो पियो बूझो नहीं, जियो काट में जियो के पियो, काट में जियो के पियो, काट में जियो के पियो। सुन सखी
सखी पी में जियो बसै, पी में जियो बसै, जी में बसै के पियो, जियो पियो बूझो नहीं, काट में जियो के पियो। जो असी श्लोक गायन कीते ਹਨ गुरु ग्रंथ साहिब जी की ਬਣਤਰ ਵਿੱਚ एक कबीर साहब ਦੇ श्लोक भगत कबीर जीओ के लड़ीवार श्लोक हैं। जो असी बाणी गायन करते हैं ਜਾਂ जिस बाणी का असी पाठ करते हैं, ये सारी गुरु ग्रंथ साहिब ਵਿੱਚ दर्ज है। और गुरु ग्रंथ साहिब जी ਨੂੰ असी बाणी गुरु गुरु है बाणी करके ਮੰਨਦੇ ਹਾਂ। ਅਸੀਂ गुरु ग्रंथ साहिब जी ਨੂੰ ਮੱਥਾ ਕਿਉਂ ਟੇਕਦੇ ਹਾਂ? ਇਸ ਕਰਕੇ ਮੱਥਾ ਟੇਕਦੇ ਹਾਂ ਕਿ ਮੈਨੂੰ ਸੁਮਤ ਬਖਸ਼ੋ। ਅਸੀਂ ਇਸ ਕਰਕੇ ਮੱਥਾ ਟੇਕਦੇ ਹਾਂ ਕਿ ਮੈਨੂੰ ਅਕਲ ਘੱਟ ਹੈ, ਤੁਹਾਨੂੰ ਜ਼ਿਆਦਾ ਹੈ। ਤੂੰ ਸਮਰੱਥ ਵੱਡਾ, ਮੇਰੀ ਮਤ ਥੋੜੀ ਰਾ। ਸੋ ਇਹ ਗੁਰਮਤ ਦਾ ਕਨਸੈਪਟ ਹੈ। ਅਸੀਂ ਥੜਿਆਂ ਨੂੰ, ਅਸੀਂ ਪੌੜੀਆਂ ਨੂੰ, ਅਸੀਂ ਥੰਮਿਆਂ ਨੂੰ ਜਾਂ ਮੜੀਆਂ ਨੂੰ, ਮਸਾਣਾ ਨੂੰ ਜਾਂ ਕਿਸੇ ਵੀ ਪੇੜ ਨੂੰ, ਈਵਨ ਅਸੀਂ ਨਿਸ਼ਾਨ ਸਾਹਿਬ ਨੂੰ, ਅਸੀਂ ਕਿਸੇ ਵੀ ਜਗ੍ਹਾ ਮੱਥਾ ਨਹੀਂ ਟੇਕਦੇ ਹਾਂ। ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ ਹੁੰਦਾ ਹੈ, ਅਸੀਂ ਉੱਥੇ ਮੱਥਾ ਟੇਕਦੇ ਹਾਂ, ਕਿਉਂਕਿ ਗੁਰਮਤ ਦਾ ਕਨਸੈਪਟ ਹੈ ਮੱਥਾ ਟੇਕਣ ਦਾ ਕਿ ਮੈਂ ਆਪਣੀ ਮੱਤ ਰੱਖਦਾ ਹਾਂ ਔਰ ਤੁਸੀਂ ਆਪਣੀ ਸੁਮਤ ਮੈਨੂੰ ਬਖਸ਼ੋ। ਕਾਈਂਡਲੀ ਗ੍ਰਾਂਟ ਮੀ ਯੋਰ ਵਿਜ਼ਡਮ। ਇਹ ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਮੱਥਾ ਟੇਕਣ ਦਾ ਪਰਪਸ, ਕਨਸੈਪਟ, ਸਿਧਾਂਤ ਹੈ। ਮੱਥਾ ਕਿਉਂ ਟੇਕਦੇ ਹਾਂ? ਇਸ ਕਰਕੇ ਕਿ ਮਨ ਕੀ ਮਤ ਤਿਆਗੋ ਹਰ ਜਨ, ਹੁਕਮ ਬੂਝ ਸੁਖ ਪਾਈਐ ਰੇ। ਹਮੇਸ਼ਾ ਵਾਸਤੇ ਆਤਮਕ ਸਦੀਵੀ ਸੁਖ ਪ੍ਰਾਪਤ ਕਰਨ ਵਾਸਤੇ ਅਸੀਂ ਆਪਣੀ ਮੱਤ ਨੂੰ ਰੱਖਦੇ ਹਾਂ। ਜਦੋਂ ਆਪਣੀ ਮੱਤ ਵਰਤਦੇ ਹਾਂ ਤੇ ਉਹ ਚੰਚਲ ਹੁੰਦੀ ਹੈ, ਚਤਰ ਹੁੰਦੀ ਹੈ, ਉਹਦੇ 'ਚ ਸਿਆਣਪ ਨਹੀਂ ਹੁੰਦੀ ਹੈ। ਅਸੀਂ ਆਪਣੇ ਆਪ ਨੂੰ ਸਿਆਣਾ ਸਮਝ ਰਹੇ ਹੁੰਦੇ ਹਾਂ ਅਤੇ ਉਹ ਚੰਚਲ ਮੱਤ ਦੇ ਕਾਰਨ ਅਸੀਂ ਦੁਖੀ ਹੁੰਦੇ ਹਾਂ। ਉਹ ਵਾਲੀ ਚੰਚਲ ਮੱਤ ਰੱਖਣੀ ਹੈ। ਮਨ ਕੀ ਮਤ ਤਿਆਗੋ ਹਰ ਜਨ, ਹੁਕਮ ਬੂਝ ਸੁਖ ਪਾਈਐ ਰੇ। ਹਰ ਜਨ ਕਹਿੰਦੇ ਨੇ ਮਨ ਨੂੰ, ਓਏ ਮੇਰੇ ਮਨ ਆਪਣੀ ਮਤ ਤੂੰ ਛੱਡ ਦੇ। ਮਨ ਕੀ ਮਤ ਨੂੰ ਜਮ ਕੀ ਮਤ ਵੀ ਕਹਿੰਦੇ ਨੇ। ਜਮਾ ਵਾਲੀ ਬੁੱਧੀ। ਜਮਾ ਵਾਲੀ ਬੁੱਧੀ ਮੀਨਸ ਕੁਮਤ। ਕੁਮਤ ਮੀਨਸ ਦੁਰਮਤ। ਦੁਰਮਤ ਮੀਨਸ ਮੰਦੇ ਖਿਆਲ, ਮੰਦੇ ਖਿਆਲਾਂ ਦਾ ਸੁਭਾਅ, ਮੰਦੇ ਖਿਆਲਾਂ ਦੀਆਂ ਆਦਤਾਂ, ਹੈਬਿਟਸ। ਇਹ ਸਾਰੀਆਂ ਮਨ ਕੀ ਮਤ ਦੇ ਨਾਲ ਆਉਂਦੀਆਂ ਨੇ। ਮਨ ਕੀ ਮਤ ਨਾਲ ਜੋ ਅਸੀਂ ਮੰਦੇ ਖਿਆਲ ਇਕੱਠੇ ਕਰਦੇ ਹਾਂ, ਜਿਹੜੀਆਂ ਮੰਦੀਆਂ ਆਦਤਾਂ ਪੈ ਜਾਂਦੀਆਂ, ਉਹਨਾਂ ਨੂੰ ਕਾਚਾ ਧਨ ਕਹਿੰਦੇ ਨੇ। ਜਦੋਂ ਅਸੀਂ ਇੱਕ ਦੂਜੇ ਕੋਲੋਂ ਮੰਦੇ ਖਿਆਲ ਲੈ ਕੇ ਮੰਦੀਆਂ ਆਦਤਾਂ ਪਾਉਂਦੇ ਹਾਂ ਤਾਂ ਮਾਨੋ ਅਸੀਂ ਕਾਚਾ ਧਨ ਇਕੱਠਾ ਕਰਦੇ ਹਾਂ। ਉਹਨੂੰ ਕਹਿੰਦੇ ਨੇ ਕਾਚਾ ਧਨ ਸੰਚੈ ਮੂਰਖ ਗਵਾਰ। ਉਹ ਲੋਕੀ ਗਵਾਰ ਹੁੰਦੇ ਨੇ, ਮੂਰਖ ਹੁੰਦੇ ਨੇ, ਜੋ ਕਿਸੇ ਕੋਲੋਂ ਵੀ ਬੈਡ ਹੈਬਿਟਸ ਦੀਆਂ ਆਦਤਾਂ ਲੈ ਲੈਂਦੇ ਨੇ। ਕਾਚਾ ਧਨ ਸੰਚੈ ਮੂਰਖ ਗਵਾਰ। ਪਰ ਹੁਣ ਮੈਂ ਕਰਾਂ ਕਿ ਜੇ ਮੈਂ ਆਪਣੀ ਮੱਤ ਨੂੰ ਸਤਿਗੁਰ ਜੀ ਦੀ ਮੱਤ ਅੱਗੇ ਰੱਖਾਂ, ਬਈ ਸਤਿਗੁਰ ਜੀ ਆਪਣੀ ਮੱਤ ਦਿਓ, ਤਾਂ ਉਹਨੂੰ ਕਹਿੰਦੇ ਨੇ ਸਾਚਾ ਧਨ ਗੁਰਮਤੀ ਪਾਏ। ਗੁਰੂ ਦੀ ਮੱਤ ਦੇ ਨਾਲ ਸਾਚਾ ਧਨ ਮਿਲਦਾ ਹੈ। ਸਾਚਾ ਧਨ ਹੁੰਦਾ ਚੰਗੇ ਗੁਣ, ਕਾਚਾ ਧਨ ਹੁੰਦਾ ਅਵਗੁਣ, ਬੈਡ ਹੈਬਿਟਸ। ਸਾਚਾ ਧਨ ਹੁੰਦਾ ਚੰਗੇ ਗੁਣ। ਸਾਨੂੰ ਸਾਚਾ ਧਨ ਘਰਾਂ ਦੇ ਵਿੱਚ
ਨਾਨਕੇ ਦਾਦਕੇ ਸਾਨੂੰ ਦਿੰਦੇ ਨੇ। ਜਦੋਂ ਸਾਨੂੰ ਸ਼ੁਰੂ ਵਿੱਚ ਇੱਕ ਓਮਕਾਰ ਸਤਨਾਮ ਕਰਦੇ ਕਰਦੇ ਪਾਠ ਸਿਖਾਉਂਦੇ ਨੇ, ਫਿਰ ਸਾਨੂੰ ਕਹਿੰਦੇ ਨੇ ਇਸ ਤਰ੍ਹਾਂ ਮੱਥਾ ਟੇਕੀਦਾ ਹੈ, ਫਿਰ ਸਾਨੂੰ ਸਿਖਾਉਂਦੇ ਨੇ ਇਸ ਤਰ੍ਹਾਂ ਸਿਰ ਕੱਜੀਦਾ ਹੈ, ਫਿਰ ਸਾਨੂੰ ਸਿਖਾਉਂਦੇ ਨੇ ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੀਦਾ ਹੈ, ਫਿਰ ਸਾਨੂੰ ਸਿਖਾਉਂਦੇ ਨੇ ਇੰਝ ਗੁਰਦੁਆਰੇ ਜਾਈਦਾ ਹੈ, ਗੁਰਦੁਆਰੇ ਜਾ ਕੇ ਰੌਲਾ ਨਹੀਂ ਪਾਈਦਾ, ਆਰਾਮ ਨਾਲ ਮੱਥਾ ਟੇਕ ਕੇ ਇੰਝ ਬੈਠ ਜਾਈਦਾ ਹੈ। ਇਹ ਸਾਰਾ ਕੁਝ ਨਾਨਕੇ ਦਾਦਕੇ ਸਿਖਾਉਂਦੇ ਨੇ। ਇਸ ਤੋਂ ਇਲਾਵਾ ਸਾਨੂੰ ਸਾਚਾ ਧਨ ਸਤਿਗੁਰ ਦੀ ਮੱਤ ਵਾਲਾ ਮਾਤਾ ਪਿਤਾ ਕੋਲੋਂ ਮਿਲਦਾ ਹੈ। ਮਾਤਾ ਪਿਤਾ ਸਾਨੂੰ ਚੰਗੇ ਗੁਣ ਸਿਖਾਉਂਦੇ ਨੇ। ਇਹ ਸਾਡੇ ਘਰੋਂ ਸਾਨੂੰ ਮਿਲਦਾ ਹੈ। ਸਾਡੇ ਵੱਡੇ ਭੈਣ ਭਰਾ ਵੀ ਸਾਨੂੰ ਚੰਗੇ ਗੁਣ ਜੇ ਸਿਖਾਉਣ ਤਾਂ ਉਹ ਵੀ ਸਾਚਾ ਧਨ ਸਤਿਗੁਰ ਦੀ ਮੱਤ ਵਾਲਾ ਸਾਨੂੰ ਸਿਖਾਉਂਦੇ ਨੇ। ਐਨੀ ਗੁੱਡ ਕੁਆਲਿਟੀ, ਕੋਈ ਵੀ ਚੰਗਾ ਗੁਣ ਕਿਸੇ ਮਨੁੱਖ ਦਾ ਨਹੀਂ ਹੁੰਦਾ, ਸਾਰੇ ਰੱਬ ਜੀ ਦੇ ਹੁੰਦੇ ਨੇ। ਕਿਉਂਕਿ ਗੋਡਲੀ ਕੁਆਲਿਟੀਜ਼ ਨੂੰ ਹੀ ਵਿਜ਼ਡਮ ਕਹਿੰਦੇ ਨੇ, ਗੋਡਲੀ ਕੁਆਲਿਟੀਜ਼ ਦੀ ਮੱਤ ਨੂੰ ਵਿਜ਼ਡਮ ਕਹਿੰਦੇ ਨੇ, ਅਤੇ ਗੋਡਲੀ ਕੁਆਲਿਟੀਜ਼ ਨੂੰ, ਹੈਬਿਟਸ ਨੂੰ ਰੱਬੀ ਗੁਣ ਕਹਿੰਦੇ ਨੇ। ਸਾਡੀ ਇੱਕ ਪੁਸਤਕ ਬਣੀ ਸੀ, ਇੱਕ ਓਮਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਅਸੀਂ ਇਸ ਪੁਸਤਕ ਦਾ ਨਾਂ ਰੱਖਿਆ ਸੀ ਰੱਬੀ ਗੁਣ, ਗੋਡਲੀ ਕੁਆਲਿਟੀਜ਼ ਇੰਗਲਿਸ਼ ਵਿੱਚ, ਪੰਜਾਬੀ 'ਚ ਰੱਬੀ ਗੁਣ, ਹਿੰਦੀ ਵਿੱਚ ਈਸ਼ਵਰੀय ਗੁਣ। ਜੋ ਵੀ ਚੰਗਾ ਗੁਣ ਕਿਸੇ ਵਿੱਚ ਹੁੰਦਾ ਉਹ ਰੱਬ ਜੀ ਦਾ ਹੁੰਦਾ ਹੈ। ਔਰ ਰੱਬ ਜੀ ਦਾ ਗੁਣ ਜਦੋਂ ਅਸੀਂ ਸਿੱਖਦੇ ਹਾਂ, ਇੱਕ ਹੁੰਦਾ ਸਾਨੂੰ ਆਟੋਮੈਟਿਕਲੀ ਅਚਾਨਕ ਆਉਂਦਾ ਹੈ, ਉਹਦੀ ਸਾਨੂੰ ਕਦਰ ਨਹੀਂ ਹੁੰਦੀ। ਪਰ ਜੋ ਅਸੀਂ ਸਿੱਖਦੇ ਹਾਂ, ਸਿੱਖਣ ਵੇਲੇ ਸਾਡੇ ਮਨ ਅੰਦਰ ਇੱਕ ਚਾਹ ਉਮੰਗ ਹੁੰਦੀ ਹੈ ਕਿ ਮੈਂ ਇੱਕ ਚੰਗਾ ਗੁਣ ਸਿੱਖਾਂ। ਅਤੇ ਜਦੋਂ ਅਸੀਂ ਉਹ ਸਿੱਖ ਜਾਂਦੇ ਹਾਂ ਤਾਂ ਉਹ ਸਤਿਗੁਰ ਦੀ ਮੱਤ ਦਾ ਰੱਬੀ ਗੁਣ ਲੈਂਦੇ ਹਾਂ ਔਰ ਉਹਨੂੰ ਇਕੱਠਾ ਕਰਦੇ ਜਾਂਦੇ ਹਾਂ। ਉਹਨੂੰ ਸੰਚ ਹਰ ਧਨ ਕਹਿੰਦੇ ਨੇ, ਚੰਗਾ ਗੁਣ ਇਕੱਠਾ ਕਰਨਾ। ਸੋ ਅਸੀਂ ਸਮਝ ਰਹੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਨੂੰ ਚੰਗੇ ਗੁਣ ਸਿਖਾਉਂਦੀ ਹੈ। ਇਸ ਕਰਕੇ ਬਾਣੀ ਨੂੰ ਅਸੀਂ ਗੁਰੂ ਕਰਕੇ ਮੱਥਾ ਟੇਕਦੇ ਹਾਂ। ਚੰਗਾ ਗੁਣ ਗੁਰ ਹੁੰਦਾ ਹੈ। ਗੁਰ ਮਤਲਬ ਟੈਕਨੀਕ ਮਤਲਬ ਵਿਧੀ, ਮੈਥਡ। ਕਿ ਕਦੀ ਵੀ ਸਾਡੇ ਜੀਵਨ ਵਿੱਚ ਕੋਈ ਪ੍ਰੋਬਲਮ ਆਵੇ ਤਾਂ ਉਸ ਪ੍ਰੋਬਲਮ ਵੇਲੇ ਛੁੱਟਣਾ ਕਿਸ ਤਰ੍ਹਾਂ ਹੈ। ਫਰਜ਼ ਕਰੋ ਤੁਹਾਡੇ ਸਾਹਮਣੇ ਕੋਈ ਉੱਚਾ ਬੋਲ ਰਿਹਾ, ਤੁਸੀਂ ਵੀ ਉੱਚਾ ਬੋਲੋਗੇ, ਪ੍ਰੋਬਲਮ ਮਲਟੀਪਲਾਈ ਹੁੰਦੀ ਜਾਏਗੀ। आम कहावत है, एक ने कही दूजे ने मानी, चुप। एक बोल रहा दूजा चुप कर जाए, उस वेले प्रॉब्लम बढ़ेगी नहीं। ਤੁਹਾਨੂੰ ਇੱਕ ਗੁਰ ਸਮਝ ਆਇਆ, ਇੱਕ ਟੈਕਨੀਕ ਸਮਝ ਆਈ ਕਿ ਮੈਨੂੰ ਅੱਗੋਂ ਬੋਲਣਾ ਨਹੀਂ ਹੈ। ਭਾਵੇਂ ਮੈਂ ਸੱਚਾ ਹਾਂ, ਭਾਵੇਂ ਮੈਂ ਠੀਕ ਹਾਂ, ਫਿਲਹਾਲ ਇਹ ਵਾਲਾ ਜਿਹੜਾ ਮੂਮੈਂਟ ਹੈ, ਇਸ ਮੂਮੈਂਟ ਨੂੰ ਸੰਭਾਲਣਾ ਹੈ। ਇਹਨੂੰ ਕਹਿੰਦੇ ਨੇ ਚੰਗੇ ਗੁਣ ਸੰਭਾਲਣਾ। ਚੰਗੇ ਗੁਣ ਸੰਭਾਲਣ ਨੂੰ ਵੇਲਾ ਸੰਭਾਲਣਾ ਕਹਿੰਦੇ ਨੇ। ਵੇਲਾ ਸੰਭਾਲਣ ਨੂੰ ਅੱਜ ਦੀ ਲੈਂਗੁਏਜ ਵਿੱਚ ਟਾਈਮ ਮੈਨੇਜਮੈਂਟ ਕਹਿੰਦੇ ਨੇ। ਟਾਈਮ ਮੈਨੇਜਮੈਂਟ ਇਹ ਨਹੀਂ ਹੈ ਕਿ ਅਸੀਂ 11 ਵਜੇ ਪ੍ਰੋਗਰਾਮ ਸ਼ੁਰੂ ਕਰਨਾ ਔਰ 2 ਵਜੇ ਭੋਗ ਪਾਉਣਾ। ਘੜੀ ਦੇ ਮੁਤਾਬਕ ਕੁਝ ਵੀ ਕਰ ਲੈਣਾ ਅੱਜ ਦੀ ਦੁਨੀਆ ਦੀ ਇੱਕ ਲੈਂਗੁਏਜ ਹੈ, ਟਾਈਮ ਮੈਨੇਜਮੈਂਟ। ਪਰ ਜਦੋਂ ਮੈਨੂੰ ਮੇਰੇ ਰੋਜ਼ਮर्रा ਦੇ ਜੀਵਨ ਵਿੱਚ ਪ੍ਰੋਬਲਮ ਆਵੇ, ਉਹ ਜਿਹੜਾ ਵੇਲਾ ਹੁੰਦਾ ਹੈ, ਉਸ ਵੇਲੇ ਜਿਹੜਾ ਮੈਂ ਪ੍ਰੋਬਲਮ ਨੂੰ ਸੰਭਾਲਦਾ ਨਾ, ਦੈਟ ਟਾਈਮ ਮੈਨੇਜਮੈਂਟ ਇਜ਼ ਲਰਨਡ ਬਾਈ ਵਿਜ਼ਡਮ। ਸਤਿਗੁਰ ਦੀ ਮੱਤ ਨਾਲੋਂ ਟਾਈਮ ਮੈਨੇਜਮੈਂਟ ਆਉਂਦੀ ਹੈ। ਔਰ ਦੈਟ ਕੈਨ ਬੀ ਲਰਨਡ ਬਾਈ ਸਤਿਗੁਰ ਦੇ ਮੈਥਡਸ। ਸਤਿਗੁਰ ਜੀ ਦੇ ਤਰੀਕਿਆਂ ਤੋਂ ਉਹ ਵਾਲੀ ਸਿੱਖੀਦਾ ਹੈ। ਉਹਨੂੰ ਗੁਰ ਕਹਿੰਦੇ ਨੇ। ਮੈਨੂੰ ਇਹਦੇ ਕੋਲੋਂ ਪੈਸੇ ਚਾਹੀਦੇ ਨੇ ਔਰ ਮੈਂ ਅੰਦਰੋਂ ਹਿਪੋਕ੍ਰੇਸੀ ਨਾਲ ਮੋਮੋ ਠੱਗਣਾ ਬਣ ਕੇ ਮਿੱਠਾ ਬੋਲ ਰਿਹਾ। ਇਹ ਮੇਰਾ ਮਿੱਠਾ ਬੋਲਣਾ ਰੱਬੀ ਗੁਣ ਨਹੀਂ ਹੈ। ਜਦ ਕਿ ਮਿੱਠਾ ਬੋਲਣਾ ਰੱਬੀ ਗੁਣ ਹੁੰਦਾ ਹੈ,
क्योंकि मेरे अंदर कोई दूजा भाव है, कोई वैसਟਡ इंटरस्ट है, अंदरों कोई चलाकी है कि मैं ਇਹਦੇ ਕੋਲੋਂ ਪੈਸੇ ਲੈਣੇ ਹਨ। ਮੈਨੂੰ ਔਖੀ ਘੜੀ ਪੈ ਗਈ, पर मैं ਇਹਦੇ ਨਾਲ सिर्फ इसी करके मित्रता रखा कि एक इंसान है और चंगा इंसान है, ਤਾਂ मैं ਇਹਦੇ ਕੋਲੋਂ पैसे ਦੇ बदले चंगे गुण लवांगा। सो ਜਦੋਂ मैं मिठा बोल के ਇਹਦੇ ਕੋਲੋਂ पैसे कढाण वाली चलाकी चतराई वरती, ਉਹ ਰੱਬੀ गुण नहीं है, इस करके वो सतगुर नहीं कहला सकता। सत का मतलब होंदा है सच, गुर होंदा है सच्चा गुर, सच्ची टेक्नीक। सच्ची टेक्नीक पूरी दुनिया वास्ते सेम होंदी है और वो होंदी है चंगे इंसान बनन वास्ते। सत गुर। सो जे मैं मिठा बोला और मेरा इंटरस्ट विचकार कोई ना होए कि मैं ਇਹਦੇ ਕੋਲੋਂ कुछ ਲੈਣਾ है, मतलब कढाना है, ਤਾਂ ਮਿੱਠਾ ਬੋਲਣਾ ਰੱਬ ਜੀ ਦਾ ਗੁਣ ਹੈ। ਉਹਨੂੰ ਅਸੀਂ ਪੜ੍ਹਦੇ ਹਾਂ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ ਹੋ ਸੰਭਲ ਥੱਕੀ ਜੀ। ਉਹ ਕਦੇ ਨਾ ਬੋਲੇ ਕੌੜਾ, ਰੱਬ ਜੀ ਕੌੜਾ ਨਹੀਂ ਬੋਲਦੇ ਨੇ। ਤੁਸੀਂ ਜਿਤਨੀਆਂ ਵੀ ਕਹਾਣੀਆਂ ਸੁਣੋਗੇ ਨਾ, ਫਲਾਣੇ ਨੂੰ ਸ਼ਰਾਪ ਦੇ ਦਿੱਤਾ, ਫਲਾਣੇ ਨੂੰ ਇਹ ਕਹਿ ਦਿੱਤਾ ਜਾ ਤੂੰ ਮਰ ਜਾ, ਫਲਾਣੇ ਨੂੰ ਕਹਿਤਾ ਤੇਰਾ ਪੁੱਤਰ ਮਰ ਜਾਏ, ਫਲਾਣੇ ਨੂੰ ਇਹ ਕਹਿਤਾ ਉਹ ਕਹਿ ਦਿੱਤਾ। ਵਰ ਔਰ ਸ਼ਰਾਪ ਇਹ ਵਾਲੀਆਂ ਗੱਲਾਂ ਗੁਰਮਤਿ 'ਚ ਪ੍ਰਵਾਨ ਨਹੀਂ ਨੇ, ਕਿਉਂਕਿ ਗੁਰਮਤਿ 'ਚ ਸਤਿਗੁਰ ਸਭਨਾਂ ਦਾ ਭਲਾ ਮਨਾਉਂਦਾ। ਇਸ ਕਰਕੇ ਸਤਿਗੁਰ ਜੀ ਕਦੇ ਵੀ ਕਿਸੇ ਨੂੰ ਭੈੜੇ ਬੋਲ ਨਹੀਂ ਬੋਲਦੇ ਨੇ। क्यों? क्योंकि रब भैड़े बोल नहीं बोलता। रब मीन सतगुर जी भैड़े बोल नहीं बोलते ने। और जो रब और सतगुर इक्को गुरबाणी का मतलब होता है कि रब, रब मतलब सतगुर, सतगुर मतलब रब। गुर परमेश्वर एको जान इक्को ही होंदा है। तो रब और सतगुर जो बुरा भला नहीं बोलता, तो असी जो बुरा भला नहीं बोलते हाँ, तो यह है सतगुर, सच्चा गुर, सच्ची टेक्नीक। और सच्ची टेक्नीक सारी दुनिया का किसी भी मजहब वाला कोई भी इंसान हो, सारे वास्ते बराबर। हुण तुहाडे स्कूल विच भावें हिंदू, मुसलमान, सिख, ईसाई जिस मर्जी मजहब के बच्चे आते हैं, सारे नूं इक्का जिहा पढ़ाते हैं ना, सारिਆਂ ने इक्को जिहा वरतारा करते हैं, सारिਆਂ दी इक्को जी फीस होंदी है। तुसीं सारिਆਂ नूं इक्को प्यार नाल इक्को किस्म का लंगर सिखाते हैं। ये नहीं है कि एक एग्जाम पास करे और उतने ही नंबर उहदे होण, दूजे दे भी उतना ही उत्तर ठीक होवे पर उहदे नंबर घट दिते जान। जात पात का वितकरा नहीं करते ना। यह सतगुर दे टेक्नीक दे नाल तुहाडा स्कूल कॉलेज चलाया जा रहा। तुहाडा रियाड़की बाबा आया सिंह स्कूल जिहड़ा तुगलवाड़ा दे अंदर है, इसकी ये वड्याई है कि ऊंच नीच का भेदभाव नहीं है। मैं सुनिया कि जिहड़ा बच्चा कार वाले अमीर माँ बाप दे वल्लों भी आवे या गरीब माँ बाप वल्लों आए, दोनों का बच्चा तुसी सारे जानते हो, मैनू तो दसिया गया कि दोनों का बच्चा अपना सामान गेट दे बाहरों कार च लैके अंदर नहीं आ सकता। अमीरी ते गरीबी बाहर छोड़ के आनी पैंदी है ताकि इक्वैलिटी आए। इक्वैलिटी वाला जिहड़ा गुण हुंदा है ना, वो सारिਆਂ ਦਾ सतगुर हुंदा है, सच्चा गुर हुंदा है। बाणी नूं असीं सतगुर करके मत्था टेकदे कि बाणी सानू सारे इंसानियत भरपूर गुण सिखांदी है। मनुख नूं जिन मानस ते देवते किए करतन लागी वार वाले गुण सिखांदी है। इस करके अज असी बाणी दे विचार करन तो पहला गुरु ग्रंथ साहिब दे बारे समझिया कि बाणी साडा गुरु है, जिसनों असी गुरु करके मनते हाँ। तुसी सारे फिजिक्स, कैमिस्ट्री, कंप्यूटर और कॉमर्स और दुनिया भर दी इतनियां सारियां पढ़ाइयां करते हो, सब दे बारे समझते हो, तो सानू जिसनों असी गुरु कह के मत्था टेकते हाँ, उहदी बनतर बारे भी सानू कुछ सीखना चाहिए। बाणी दी बनतर दा एक ढंग है, वो ऐसा कंप्यूटराइज्ड लॉकअप ढंग है। गुरु साहब ने ऐसे ढंग दे नाल 500 साल 550 साल पहला इसनूं इस सुजान मत दे नाल, इतने इंटलैक्ट दे नाल, डिवाइन इंटलैक्ट दे नाल लिखिया कि इहदे विच मिक्स कोई नहीं कर सकता। इहनूं इस किस्म दे नाल इहदी काव्य शैली नूं गुरु साहब ने कंप्यूटराइज्ड ढंग दे नाल लिखिया। अज उसका लफज असी कंप्यूटराइज्ड वरत रहे हैं।
ਸੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਣਤਰ ਇਸ ਢੰਗ ਨਾਲ ਹੈ, ਕਦੀ ਵੀ ਕੋਈ ਨਵਾਂ ਟੌਪਿਕ ਸ਼ੁਰੂ ਹੁੰਦਾ ਹੈ ਨਾ ਤਾਂ ਨਵਾਂ ਰਾਗ ਸ਼ੁਰੂ ਹੁੰਦਾ ਹੈ, ਔਰ ਨਵਾਂ ਰਾਗ ਫਰੈਸ਼ ਨਵੇਂ ਪੇਜ ਤੋਂ ਸ਼ੁਰੂ ਹੋਏਗਾ। ਤੁਸੀਂ ਆਪ ਗੁਰੂ ਗ੍ਰੰਥ ਸਾਹਿਬ ਨੂੰ ਖੋਲ੍ਹ ਕੇ ਪੜ੍ਹਨਾ, ਤੁਸੀਂ ਪੜ੍ਹਦੇ ਹੀ ਹੋ, ਜਾਣਦੇ ਹੀ ਹੋ। ਤੁਹਾਨੂੰ ਇੱਥੇ ਦੁਨਿਆਵੀ ਪੜ੍ਹਾਈ ਕਰਦਿਆਂ ਕਰਦਿਆਂ ਗੁਰਬਾਣੀ ਦੀ ਪੜ੍ਹਾਈ ਨਾਲ ਕੀਤੀ ਜਾ ਰਹੀ ਹੈ, ਕਰਾਈ ਜਾ ਰਹੀ ਹੈ ਨਾ। ਤਾਂ ਤੁਸੀਂ ਦੇਖਣਾ ਹਮੇਸ਼ਾ ਫਰੈਸ਼ ਪੇਜ ਤੋਂ ਨਵਾਂ ਰਾਗ ਸ਼ੁਰੂ ਹੋਏਗਾ, ਨਵਾਂ ਟੌਪਿਕ ਸ਼ੁਰੂ ਹੋਏਗਾ, ਔਰ ਆਸ-ਪਾਸ ਜਿਹੜੀ ਬਾਉਂਡਰੀ ਬਣੀ ਉਹਦਾ ਕਲਰ ਚੇਂਜ ਹੋ ਜਾਏਗਾ, ਤਾਂ ਕਿ ਪੜ੍ਹਨ ਵਾਲੇ ਨੂੰ ਇਹ ਸਮਝ ਆਵੇ ਕਿ ਨਵਾਂ ਟੌਪਿਕ ਸ਼ੁਰੂ ਹੋਇਆ, ਨਵਾਂ ਰਾਗ ਸ਼ੁਰੂ ਹੋਇਆ। ਔਰ ਨਵਾਂ ਟੌਪਿਕ ਨਵੇਂ ਰਾਗ 'ਤੇ ਸਭ ਤੋਂ ਪਹਿਲਾ ਸ਼ਬਦ ਗੁਰੂ ਨਾਨਕ ਸਾਹਿਬ ਦਾ ਆਏਗਾ। ਇਸ ਤਰ੍ਹਾਂ ਜਦੋਂ ਗੁਰੂ ਨਾਨਕ ਸਾਹਿਬ ਦੇ ਸ਼ਬਦਾਂ ਦੇ ਫਰਜ਼ ਕਰੋ ਇੱਕ ਸ਼ਬਦ ਵਿੱਚ, ਇੱਕ ਰਾਗ ਵਿੱਚ, ਇੱਕ ਟੌਪਿਕ ਉੱਤੇ ਗੁਰੂ ਨਾਨਕ ਸਾਹਿਬ ਨੇ ਡਿਫਰੈਂਟ ਮੂਡਸ ਨੂੰ ਫਿਕਸਅਪ ਕਰਨ ਵਾਸਤੇ 78 ਸ਼ਬਦ ਲਿਖੇ, ਤਾਂ ਜਿੱਥੇ 78 ਆਏਗਾ ਉੱਥੇ 78 ਲਿਖ ਕੇ ਫਿਰ ਅਗਲੇ ਗੁਰੂ ਪਾਤਸ਼ਾਹ ਦੇ ਸ਼ਬਦ ਸ਼ੁਰੂ ਹੋਣਗੇ। ਜਿੱਥੇ ਗੁਰੂਆਂ ਦੇ ਸ਼ਬਦ ਕੰਪਲੀਟ ਹੋਣਗੇ ਉੱਥੇ ਟੋਟਲ ਲਿਖਿਆ ਜਾਏਗਾ। ਫਰਜ਼ ਕਰੋ ਸੋਰਠ ਰਾਗ ਵਿੱਚ ਮੰਨ ਲਿਆ 136 ਸ਼ਬਦ ਨੇ, 9ਵੇਂ ਗੁਰੂ ਪਾਤਸ਼ਾਹ ਤੱਕ 136 ਸ਼ਬਦਾਂ ਦਾ ਟੋਟਲ ਕੀਤਾ ਜਾਏਗਾ। ਫਿਰ ਉसी ਰਾਗ ਵਿੱਚ ਉसी ਟੌਪਿਕ ਉੱਤੇ ਭਗਤਾਂ ਦੀ ਬਾਣੀ ਸ਼ੁਰੂ ਹੋਏਗੀ, ਔਰ ਭਗਤਾਂ ਦੀ ਬਾਣੀ ਸਭ ਤੋਂ ਪਹਿਲਾਂ ਕਬੀਰ ਸਾਹਿਬ ਦਾ ਸ਼ਬਦ ਆਏਗਾ। ਫਿਰ ਜਿੱਥੇ ਭਗਤਾਂ ਦੀ ਬਾਣੀ ਕੰਪਲੀਟ ਹੋਏਗੀ ਉੱਥੇ ਟੋਟਲ ਕੀਤਾ ਜਾਏਗਾ, ਫਿਰ ਨਵਾਂ ਰਾਗ, ਨਵਾਂ ਟੌਪਿਕ ਸ਼ੁਰੂ ਹੋਏਗਾ। ਆਪੇ ਹੀ ਪਤਾ ਲੱਗਦਾ ਜਾਂਦਾ ਹੈ ਕਿ ਮੈਨੂੰ ਕਿਸ ਦੇਸ਼ ਬਾਰੇ, ਕਿਹੜੇ ਟੌਪਿਕ ਬਾਰੇ, ਕਿਹੜੀ ਪਾਈਪਲਾਈਨ ਤੇ ਕਿਹੜੇ ਮਾਰਗ ਉੱਤੇ ਟੋਰਨ ਦੀ ਗੱਲ ਚੱਲ ਰਹੀ ਹੈ। ਜੇ ਤੀਰਥ ਦੀ ਗੱਲ ਚੱਲ ਰਹੀ ਹੈ ਤਾਂ ਫਿਰ ਤੀਰਥ ਟੌਪਿਕ ਹੀ ਚੱਲੇਗਾ। ਜੇ ਕੱਪੜੇ ਦੀ ਗੱਲ ਚੱਲ ਰਹੀ ਹੈ ਤੇ ਅਚਾਨਕ ਲੋਹੇ ਦੀ ਗੱਲ ਨਹੀਂ ਸ਼ੁਰੂ ਹੋ ਜਾਏਗੀ। ਇਹਦੇ ਨਾਲ ਸਾਨੂੰ ਪਤਾ ਕੀ ਜਾਚ ਆਉਂਦੀ ਹੈ, ਕੰਸਨਟ੍ਰੇਸ਼ਨ ਬਣਦੀ ਹੈ ਸਾਡੀ। ਅਸੀਂ ਇੱਕ ਟੌਪਿਕ ਬਾਰੇ ਸੋਚ ਸਕਦੇ ਹਾਂ, ਸਾਡੀ ਬੁੱਧੀ ਚਿਜ਼ਲਡ ਹੋ ਜਾਂਦੀ ਹੈ, ਸ਼ਾਰਪਨ ਹੋ ਜਾਂਦੀ ਹੈ ਕਿ ਅਸੀਂ ਇੱਕ ਟੌਪਿਕ ਬਾਰੇ ਸੋਚਦੇ ਹਾਂ। ਹੁਣ ਤੁਸੀਂ ਦੇਖਣਾ, ਕਦੀ ਨੋਟ ਕਰਨਾ, ਜਦੋਂ ਅਸੀਂ ਪ੍ਰੋਗਰਾਮ ਕਰਨ ਜਾਂਦੇ ਹਾਂ ਜਾਂ ਕੁਐਸਚਨ ਆਨਸਰ ਹੁੰਦੇ ਨੇ, ਲੋਕੀ ਕੁਐਸਚਨ ਪੁੱਛਦੇ ਨੇ, ਵੀਰ ਜੀ ਅੰਮ੍ਰਿਤ ਵੇਲੇ ਉੱਠਣਾ ਚਾਹੀਦਾ ਕਿ ਨਹੀਂ, ਇਹ ਇੱਕ ਟੌਪਿਕ ਹੈ। ਜਦੋਂ ਅਸੀਂ ਉਹਨਾਂ ਨੂੰ ਆਨਸਰ ਕਰ ਰਹੇ ਹੁੰਦੇ ਹਾਂ ਉਹ ਇੱਕਦਮ ਟੱਪ ਜਾਂਦੇ ਨੇ, ਅੱਛਾ ਵੀਰ ਜੀ ਮੂੰਗੀ ਦਾਲ ਖਾਣੀ ਚਾਹੀਦੀ ਕਿ ਨਹੀਂ, ਮੀਟ ਖਾਣਾ ਚਾਹੀਦਾ ਕਿ ਨਹੀਂ, ਸਾਗ ਖਾਣਾ ਚਾਹੀਦਾ ਕਿ ਨਹੀਂ। ਅੰਮ੍ਰਿਤ ਵੇਲੇ ਦੇ ਟੌਪਿਕ ਤੋਂ ਇੱਕਦਮ ਬਦਲ ਗਏ ਔਰ ਦਾਲ ਔਰ ਸਾਗ ਔਰ ਮੀਟ ਦਾ ਕੁਐਸਚਨ ਸ਼ੁਰੂ ਕਰ ਲਿਆ। ਉਹਦਾ ਉਹਨੇ ਆਨਸਰ ਅਸੀਂ ਸ਼ੁਰੂ ਕੀਤਾ ਹੀ ਨਹੀਂ। ਅਸੀਂ ਸਮਰੱਥ ਨਹੀਂ ਹਾਂ ਸਾਰੇ ਕੁਐਸਚਨਾਂ ਦੇ ਆਨਸਰ ਕਰਨ ਵਾਸਤੇ, ਪਰ ਅਸੀਂ ਉਹਦਾ ਆਨਸਰ ਉਹਨੇ ਸ਼ੁਰੂ ਹੀ ਕੀਤਾ ਨਹੀਂ। ਅੱਛਾ ਵੀਰ ਜੀ ਅੰਮ੍ਰਿਤ ਛਕਣਾ ਚਾਹੀਦਾ ਕਿ ਨਹੀਂ, ਨਾ ਫਿਰ ਕੇਸ ਰੱਖਣੇ ਚਾਹੀਦੇ ਕਿ ਨਹੀਂ, ਅੱਛਾ ਸ਼ਰਾਬ ਪੀਣੀ ਚਾਹੀਦੀ ਕਿ ਨਹੀਂ। ਇੱਕਦਮ ਟੌਪਿਕ ਬਦਲਦੇ ਨੇ। ਗੁਰੂ ਸਾਹਿਬ ਨੇ ਮਨੁੱਖ ਨੂੰ ਇੱਕ ਟੌਪਿਕ ਉੱਤੇ ਅਨੇਕਾਂ ਕਿਸਮਾਂ ਦੇ ਐਂਗਲਸ ਤੋਂ ਉਹਦੇ ਮੂਡਸ ਨੂੰ ਲੌਕਅਪ ਕਰਨ ਵਾਸਤੇ, ਫਿਕਸਅਪ ਕਰਨ ਵਾਸਤੇ ਔਰ ਉਸ ਨੂੰ ਠੀਕ ਕਰਨ ਵਾਸਤੇ ਗੁਰੂ ਗ੍ਰੰਥ ਸਾਹਿਬ ਦੇ ਵਿਚਕਾਰ ਡਿਫਰੈਂਟ ਰਾਗ ਵਿੱਚ ਡਿਫਰੈਂਟ ਗੁਰੂਆਂ ਵੱਲੋਂ ਅਤੇ ਭਗਤਾਂ ਵੱਲੋਂ ਸਾਰੀ ਬਾਣੀ ਨੂੰ ਲੌਕਅਪ ਕੀਤਾ। ਇਹਦਾ ਮਤਲਬ ਅਸੀਂ ਜਦੋਂ ਬਾਣੀ ਪੜ੍ਹਾਂਗੇ, ਜਿਹੜਾ ਸ਼ਬਦ ਸਮਝ ਨਹੀਂ ਆਉਂਦਾ ਉਸ ਦਾ ਰਾਗ ਜਿੱਥੋਂ ਸ਼ੁਰੂ ਹੋਇਆ ਪਹਿਲਾਂ ਉੱਥੋਂ ਪੜ੍ਹਦੇ ਹੋਏ ਆਵਾਂਗੇ ਨਾ, ਤੁਹਾਨੂੰ ਪਾਈਪਲਾਈਨ ਵਿੱਚ ਉਹ ਟੌਪਿਕ ਸਮਝ ਆਉਣਾ ਸ਼ੁਰੂ ਹੋ ਜਾਏਗਾ ਕਿ ਪਰਟੀਕੂਲਰ ਕਿਹੜੇ ਸਬਜੈਕਟ ਬਾਰੇ ਗੱਲ ਚੱਲ ਰਹੀ ਹੈ। ਇੰਜ ਇਹ ਬਾਣੀ ਦੀ ਬਣਤਰ ਦਾ ਢੰਗ, ਜਿਸ ਰਾਗ ਵਿੱਚ ਜਿਸ ਟੌਪਿਕ ਉੱਤੇ ਗੁਰੂ ਨਾਨਕ ਸਾਹਿਬ ਨੇ ਸ਼ਬਦ ਉਚਾਰਿਆ ਹੀ ਨਹੀਂ, ਉੱਥੇ ਫਿਰ ਮਹਿਲਾ ਤੀਜਾ, ਚੌਥਾ, ਪੰਜਵਾਂ ਦੇ ਸ਼ਬਦ ਸ਼ੁਰੂ ਹੋਣਗੇ। ਬੈਰਾੜੀ ਰਾਗ, ਦੇਵਗੰਧਾਰੀ ਰਾਗ, ਇਹਦੇ 'ਚ ਗੁਰੂ ਨਾਨਕ ਸਾਹਿਬ ਦੇ ਸ਼ਬਦ ਨਹੀਂ ਹਨ। ਫਿਰ ਉੱਥੇ ਦੂਜੀ ਪਾਤਸ਼ਾਹੀ ਦੇ ਸਿਰਫ ਸ਼ਲੋਕ ਹਨ। ਇੰਜ ਗੁਰੂਆਂ ਦੇ ਸ਼ਬਦਾਂ ਤੋਂ ਇਲਾਵਾ ਜਿੱਥੇ ਪਹਿਲੇ ਟੌਪਿਕ ਤੇ ਉਸ ਰਾਗ ਉੱਤੇ ਕਬੀਰ ਸਾਹਿਬ ਦਾ ਸ਼ਬਦ ਨਹੀਂ ਹੈ, ਫਿਰ ਹੋਰ ਭਗਤਾਂ ਦੀ ਬਾਣੀ ਸ਼ੁਰੂ ਹੋਏਗੀ। ਇੰਜ ਜਿੱਥੋਂ ਅਸੀਂ ਅੱਜ ਟੌਪਿਕ ਪੜ੍ਹਿਆ, ਇਹ ਅਖੀਰ ਤੇ ਗੁਰੂ ਗ੍ਰੰਥ ਸਾਹਿਬ ਦੇ ਵਿਚਕਾਰ, ਜਿਸ ਤਰ੍ਹਾਂ ਅਸੀਂ ਕਬੀਰ ਸਾਹਿਬ ਦੇ ਸ਼ਬਦ ਪੜ੍ਹਦੇ ਹਾਂ, ਫਰੀਦ ਜੀ ਦੇ ਸ਼ਬਦ ਪੜ੍ਹਦੇ ਹਾਂ ਗੁਰੂ ਗ੍ਰੰਥ ਸਾਹਿਬ 'ਚੋਂ, ਇਸ ਤਰ੍ਹਾਂ ਫਰੀਦ ਜੀ ਦੇ ਲੜੀਵਾਰ ਸ਼ਲੋਕਾਂ ਨੂੰ ਇਕੱਠਾ ਕਰਕੇ ਅਖੀਰ ਵਿੱਚ ਟੋਟਲ ਕਰੀਬਨ 130 ਦੇ ਕਰੀਬ ਗੁਰੂ ਸਾਹਿਬ ਦੇ ਸ਼ਲੋਕ ਮਿਲਾ ਕੇ ਉੱਤੇ ਸ਼ਲੋਕ ਹਨ। ਉਹਨਾਂ ਦਾ
सिरलेख है श्लोक शेख फरीद जी के। ਇਹਦਾ ਸਿਰਲੇਖ ਹੈ ਸ਼ਲੋਕ ਭਗਤ ਕਬੀਰ ਜੀਓ ਕੇ। ਇਹ ਕਬੀਰ ਜੀ ਦੇ ਲੜੀਵਾਰ ਲਾਸਟ ਵਿੱਚ ਗੁਰੂ ਗ੍ਰੰਥ ਸਾਹਿਬ ਦੇ 1377 ਦੇ ਅੰਗ ਦੇ ਉੱਤੇ 242-43 ਸ਼ਬਦ ਸ਼ਲੋਕ ਹਨ, ਜਿਨ੍ਹਾਂ ਵਿੱਚ ਗੁਰੂ ਸਾਹਿਬ ਦੇ ਸ਼ਲੋਕ ਵੀ ਹਨ। ਅਤੇ ਇਹ ਵਾਲੇ ਸ਼ਲੋਕ ਅੱਜ ਅਸੀਂ ਗਾਇਨ ਕੀਤਾ 236 ਨੰਬਰ ਅਤੇ 234 ਤੇ 35 ਨੰਬਰ। ਇਹ ਸ਼ਲੋਕ ਅਸੀਂ ਗਾਇਨ ਕੀਤੇ। ਇਹ ਥੋੜ੍ਹਾ ਜਿਹਾ ਮੈਂ ਤੁਹਾਡੇ ਨਾਲ ਬਾਣੀ ਦੀ ਬਣਤਰ ਦੀ ਗੱਲ ਕੀਤੀ ਹੈ, ਕਿਉਂਕਿ ਤੁਸੀਂ ਪੜ੍ਹੇ ਲਿਖੇ ਬਹੁਤ ਹੋ, ਤੁਸੀਂ ਦੁਨਿਆਵੀ ਪੜ੍ਹਾਈਆਂ ਵੀ ਬੜੀਆਂ ਜ਼ਬਰਦਸਤ ਕਰਦੇ ਹੋ, ਤੁਹਾਡੇ ਰਿਜ਼ਲਟਸ ਵੀ ਬਹੁਤ ਜ਼ੋਰਦਾਰ ਵਰਲਡ ਲੈਵਲ 'ਤੇ ਦੇਖਣ ਨੂੰ ਮਿਲਦੇ ਨੇ, ਟੌਪ ਕਲਾਸ, ਔਰ ਤੁਸੀਂ ਉੱਚੀਆਂ ਉੱਚੀਆਂ ਪੜ੍ਹਾਈਆਂ ਕਰਕੇ ਉੱਚੇ ਉੱਚੇ ਅਹੁਦੇ 'ਤੇ ਜਾ ਕੇ ਲੱਗਦੇ ਹੋ। ਔਰ ਮੈਨੂੰ ਤਾਂ ਇਹ ਵੀ ਮਾਣ ਆ ਰਿਹਾ ਕਿ ਮੈਂ ਦੂਜੀ ਦਫਾ ਆਇਆ, ਭਾਵੇਂ ਮੈਂ ਆਪਣੀ ਪੂਰੀ ਲਿਵਿੰਗ ਟ੍ਰੈਜਰ ਦੇ ਪਰਿਵਾਰ ਨਾਲ ਦੂਜੀ ਦਫਾ ਆਇਆ, ਲੇਕਿਨ ਜੋ ਕੁਝ ਤੁਹਾਡੀ ਸਕੂਲ ਦੀਆਂ ਕਾਲਜ ਦੀਆਂ ਮੈਨੇਜਮੈਂਟ ਦੀਆਂ ਕੁਆਲਿਟੀਜ਼ ਨੇ ਉਹ ਸੁਣ ਕੇ ਮੈਂ ਇਹ ਮਾਣ ਕਰ ਰਿਹਾ ਕਿ ਦੁਨੀਆ ਵਿੱਚ ਲੋਕਾਂ ਦੇ ਘਰਾਂ ਵਿੱਚ ਨੂੰਹ ਸੱਸ ਦੇ ਝਗੜੇ ਨੇ, ਕਿਤੇ ਪਤੀ ਪਤਨੀ ਦੇ ਝਗੜੇ ਨੇ। ਮੈਨੂੰ ਇਹ ਲੱਗਦਾ ਤੁਸੀਂ ਇੱਥੇ ਨਾ ਇੱਕ ਬੜਾ ਜ਼ਬਰਦਸਤ ਇੱਕ ਸੈਂਪਲ ਤਿਆਰ ਕਰਕੇ ਨਾ ਪੂਰੀ ਦੁਨੀਆ ਵਾਸਤੇ ਰੋਲ ਮਾਡਲ ਤਿਆਰ ਹੋ ਕੇ ਜਾ ਰਹੇ ਹੋ। ਇੱਥੋਂ ਦੇ ਪੜ੍ਹੇ ਬੱਚੇ, ਭਾਵੇਂ ਸਕੂਲ ਭਾਵੇਂ ਕਾਲਜ, ਤੁਸੀਂ ਜਿੱਥੇ ਜਾਓਗੇ, ਕੁੜੀਆਂ ਜਿੱਥੇ ਜਾਣਗੀਆਂ ਉੱਥੇ ਸੱਸਾਂ ਸੁਖੀ ਵਸਣਗੀਆਂ, ਉੱਥੇ ਪਤੀ ਸੁਖੀ ਵਸਣਗੇ। ਕਿਉਂ? ਕਿਉਂਕਿ ਤੁਸੀਂ ਇੱਥੋਂ ਚੰਗੇ ਚੰਗੇ ਗੁਣ ਸਿੱਖ ਕੇ ਜਾ ਰਹੇ ਹੋ, ਸਤਿਗੁਰ ਦੀ ਮੱਤ ਦੇ ਮੋਰਲਸ ਸਿੱਖ ਕੇ ਜਾ ਰਹੇ ਹੋ, ਆਈਡੀਅਲਸ ਸਿੱਖ ਕੇ ਜਾ ਰਹੇ ਹੋ। ਤੁਸੀਂ ਆਪਣੇ ਇਹ ਵਾਲੇ ਗੁਣ ਛੱਡਣਾ ਨਾ। ਬੜੀ ਮਿਹਨਤ ਕੀਤੀ ਜਾ ਰਹੀ ਹੈ। ਇਹ ਵਾਲੇ ਗੁਣ ਨਾ ਕਰੋੜਾਂ ਡਾਲਰ ਦੀਆਂ ਬਿਲਡਿੰਗਾਂ ਬਣਾ ਕੇ ਗੌਰਮੈਂਟ ਕੋਲੋਂ ਗ੍ਰਾਂਟਸ ਲੈ ਕੇ ਵੀ ਨਾ ਨਹੀਂ ਦਿੱਤੇ ਜਾ ਸਕਦੇ, ਜੋ ਤੁਹਾਨੂੰ ਇੱਥੇ ਪੇੜਾਂ ਥੱਲੇ ਬਿਠਾ ਕੇ ਸਾਰੇ ਦੁਨੀਆ ਭਰ ਦੇ ਸੁੱਖਾਂ ਨੂੰ ਤਿਆਗ ਕੇ, ਤੁਹਾਨੂੰ ਰਫ ਐਂਡ ਟਫ ਬਣਾ ਕੇ, ਤੁਹਾਨੂੰ ਸੁੱਖ ਦੁੱਖ ਦੀ ਵਿੱਚੋਂ ਕਹਾਣੀ 'ਚੋਂ ਕੱਢ ਕੇ, ਜਿਵੇਂ ਸਰਸੋਂ ਪੀੜੀ ਦਾ ਨਾ ਔਰ ਤੇਲ ਨਿਕਲਦਾ, ਤਿਲਾਂ ਨੂੰ ਪੀੜੀ ਦਾ ਤੇ ਤੇਲ ਨਿਕਲਦਾ, ਇਸ ਤਰ੍ਹਾਂ ਤੁਹਾਡੀ ਬੜੀ ਜ਼ਬਰਦਸਤ ਸ਼ਖਸੀਅਤ ਬਣਾਈ ਜਾ ਰਹੀ ਹੈ। ਔਰ ਇੱਕ ਕੰਮ ਹੋਰ ਕਰਨਾ, ਤੁਸੀਂ ਜਦੋਂ ਛੁੱਟੀਆਂ ਵਿੱਚ ਘਰ ਜਾਂਦੇ ਹੋ, ਉੱਥੇ ਟੀਵੀ ਦੇਖੋਗੇ, ਉੱਥੇ ਰੇਡੀਓ ਸੁਣੋਗੇ, ਸਾਡੇ ਨਾਲ ਰਹੋਗੇ ਤੇ ਐਸ਼ ਕਰੋਗੇ, ਐਸੇ ਗਾਣੇ ਸੁਣੋਗੇ, ਲੱਚਰ ਗੀਤ ਸੁਣੋਗੇ ਟੀਵੀ ਔਰ ਰੇਡੀਓ 'ਤੇ। ਤੁਹਾਡੇ ਆਸ-ਪਾਸ ਸਾਰੀ ਦੁਨੀਆ ਉਹ ਗਾਣੇ ਔਰ ਗੀਤ ਗੰਦੇ ਗੰਦੇ ਸੁਣ ਰਹੀ ਹੋਏਗੀ, ਤੁਸੀਂ ਉਹਨਾਂ ਨਾਲ ਵਹਿਣ ਵਿੱਚ ਵਗ ਨਹੀਂ ਜਾਣਾ, ਬਲਕਿ ਤੁਸੀਂ ਕੀ ਕਰਨਾ ਹੈ, ਆਪਣੇ ਆਸ-ਪਾਸ ਵਾਲਿਆਂ ਨੂੰ, ਆਪਣੇ ਮਹੱਲੇ ਵਾਲਿਆਂ ਨੂੰ, ਆਪਣੇ ਰਿਸ਼ਤੇਦਾਰਾਂ ਨੂੰ, ਉਹਨਾਂ ਨੂੰ ਇਸ ਸਕੂਲ ਕਾਲਜ ਤੋਂ ਸਿੱਖੇ ਚੰਗੇ ਗੁਣ ਦੱਸਣੇ ਨੇ, ਤਾਂ ਕਿ ਉਹਨਾਂ ਦੇ ਮਨ ਅੰਦਰ ਵੈਲਿਊ ਪਵੇ ਕਿ ਤੁਸੀਂ ਕੀ ਹੋ। ਤੁਸੀਂ 12-15 ਸਾਲ ਐਵੇਂ ਕਿਸੇ ਜੰਗਲ ਵਿੱਚ ਨਹੀਂ ਕੱਟ ਆਏ ਹੋ। ਤੁਸੀਂ ਜਿਸ ਤਰ੍ਹਾਂ ਸੱਚ ਦੀ ਟਕਸਾਲ ਵਿੱਚ ਸਤਿਗੁਰ ਜੀ ਸੁਰਤ ਮਤ ਬੁੱਧ ਘੜਦੇ ਨੇ ਨਾ, ਤਿੱਥੇ ਘੜੀਏ ਸੁਰਤ ਮਤ ਮਨ ਬੁੱਧ। ਸਤਸੰਗਤ ਸਤਿਗੁਰ ਚਟਸਾਲ ਹੈ, ਜਿਤ ਹਰ ਗੁਣ ਸਿੱਖਾ। ਚੰਗੇ ਗੁਣ ਸਿੱਖਦੇ ਨੇ ਨਾ ਜਿਸ ਤਰ੍ਹਾਂ, ਇਸ ਤਰ੍ਹਾਂ ਤੁਸੀਂ ਇੱਥੋਂ ਸਿੱਖ ਕੇ 12, 15, 18 ਸਾਲ ਲਗਾ ਕੇ ਆਪਣੇ ਪਰਿਵਾਰਾਂ ਵਿੱਚ ਰੋਲ ਮਾਡਲ ਬਣਨਾ ਹੈ। ਐਂਡ ਆਈ ਐਮ ਸ਼ੋਰ, ਆਈ ਐਮ ਕੌਨਫੀਡੈਂਟ, ਕਿਉਂਕਿ ਇਤਨੇ ਮਿਹਨਤ ਦੇ ਨਾਲ, ਇਤਨੇ ਪੈਸ਼ਨ ਦੇ ਨਾਲ ਜੋ ਤੁਹਾਡੀ ਮੈਨੇਜਮੈਂਟ ਕੰਮ ਕਰ ਰਹੀ ਹੈ। ਸੋ ਬਾਣੀ ਦੀ ਬਣਤਰ ਤੁਹਾਡੇ ਨਾਲ ਤਾਂ ਕਰਕੇ ਸਾਂਝ ਕੀਤੀ ਹੈ ਕਿ ਤੁਸੀਂ ਦੁਨਿਆਵੀ ਪੜ੍ਹਾਈਆਂ ਦੇ ਨਾਲ ਧਾਰਮਿਕਤਾ ਵੀ, ਸਪਿਰਿਚੁਅਲਿਟੀ ਵੀ ਸਿੱਖ ਰਹੇ ਹੋ, ਔਰ ਸਭ ਜਗ੍ਹਾ ਇਹੀ ਕੰਮ ਆਣੀ ਹੈ। ਕਿਉਂ? ਕਿਉਂਕਿ ਜਦੋਂ ਔਖੀ ਘੜੀ ਪਏਗੀ, ਤੁਹਾਨੂੰ ਟਾਈਮ ਮੈਨੇਜਮੈਂਟ ਕਰਨੀ ਆ ਗਈ ਹੈ। ਉਹ ਕਿਉਂ ਆ ਗਈ ਹੈ? ਔਖੀ ਘੜੀ ਨ ਦੇਖਣ ਦੇ, ਔਖੀ ਘੜੀ ਨ ਦੇਖਣ ਦੇ, ਆਪਣਾ ਬਿਰਦ ਸੰਭਾਲੇ, ਆਪਣਾ ਬਿਰਦ ਸੰਭਾਲੇ, हाथ दे राखे अपने को, हाथ दे राखे अपने को,
सास सास प्रतिपाले, सास सास प्रतिपाले, सास सास प्रतिपाले। औखी कड़ी न देखण दे, औखी कड़ी अपना बिरद समारे, अपना बिरद समारे। ਰੱਬ ਜੀ ਔਖੀ ਘੜੀ ਦੇਖਣ ਨਹੀਂ ਦਿੰਦੇ, ਇਹ ਉਹਨਾਂ ਦਾ ਬਿਰਦ ਹੈ, ਇਹ ਉਹਨਾਂ ਦੀ ਕੁਆਲਿਟੀ ਹੈ, ਇਹ ਉਹਨਾਂ ਦੀ ਆਦਤ ਹੈ ਕਿ ਉਹ ਆਪਣਾ ਬਿਰਦ ਸੰਭਾਲਦੇ ਨੇ। ਬਿਰਦ ਸੰਭਾਲਣ ਦਾ ਮਤਲਬ ਹੁੰਦਾ ਹੈ ਤੁਸੀਂ ਸੱਚ ਦੇ ਨਾਲ ਰਹੋ, ਤੁਸੀਂ ਚੰਗੇ ਗੁਣਾਂ ਦੇ ਨਾਲ ਰਹੋ। ਗੋਡ ਇਜ਼ ਪ੍ਰੋਟੈਕਟਰ, ਰੱਬ ਜੀ ਰਖਵਾਲਾ, ਮੇਰਾ ਸਤਿਗੁਰ ਰਖਵਾਲਾ ਹੋਆ। ਹਮੇਸ਼ਾ ਕੋਲ ਖੜੇ ਹੋ ਕੇ ਰੱਖਿਆ ਕਰਦੇ ਹਨ, ਮੀਨਸ ਟਾਈਮ ਮੈਨੇਜਮੈਂਟ ਵਾਲੇ ਦੀ ਹੈਲਪ ਕਰਦੇ ਨੇ। ਜੇ ਤੁਸੀਂ ਮੌਕਾ ਸੰਭਾਲਣਾ ਸਿੱਖ ਜਾਓ, ਔਰ ਮੌਕਾ ਸੰਭਾਲਣ ਵਾਸਤੇ ਬਾਣੀ ਪੜ੍ਹਦੇ ਹਾਂ, ਔਰ ਬਾਣੀ ਪੜ੍ਹਨ ਵਾਸਤੇ ਬਾਣੀ ਪੜ੍ਹਨ ਤੋਂ ਬਾਅਦ ਮਹਿਸੂਸ ਕੀ ਕਰਦੇ ਹਾਂ? ਅੱਜ ਦੇ ਸ਼ਲੋਕਾਂ 'ਚੋਂ ਸਾਨੂੰ ਕੁਝ ਐਸੇ ਮਾਈਲਸਟੋਨਸ ਮਿਲਣਗੇ, ਗਾਵੇ ਕੋ ਦਾਤ ਜਾਣੇ ਨਿਸ਼ਾਨ ਮਿਲਣਗੇ ਰੱਬ ਜੀ ਦੇ ਦੇਸ਼ ਜਾਣ ਦੀਆਂ ਗੱਲਾਂ ਦੇ। ਅਸੀਂ ਪੜ੍ਹਿਆ ਜੀਓ ਪੀਓ ਬੂਝੋ ਨਹੀਂ, ਮੇਰੇ ਅੰਦਰ ਪੀਓ ਮਤਲਬ ਰੱਬ ਜੀ, ਮੇਰੇ ਜੀ ਦੇ ਅੰਦਰ ਰੱਬ ਜੀ ਰਹਿੰਦੇ ਨੇ। ਇਹ ਮੈਨੂੰ ਪਤਾ ਨਹੀਂ ਹੈ, ਮੈਂ ਸਮਝਦੀ ਨਹੀਂ, ਮੈਂ ਸਮਝਦਾ ਨਹੀਂ। ਜੀਓ ਪੀਓ ਬੂਝੋ ਨਹੀਂ, ਘੱਟ ਮੈਂ ਜੀਓ ਕਿ ਪੀਓ, ਮੈਨੂੰ ਪਤਾ ਹੀ ਨਹੀਂ। ਅੰਦਰ ਸਿਰਫ ਜੀ ਵਸਦਾ ਹੈ, ਬਈ ਮੈਂ ਵਸਦਾ ਹਾਂ, ਮੇਰੀ ਆਤਮਾ ਵਸਦੀ ਹੈ, ਮੇਰਾ ਮਨ ਵਸਦਾ ਹੈ, ਜਾਂ ਰੱਬ ਜੀ ਵੀ ਵਸਦੇ ਨੇ। ਅਸੀਂ ਸਭ ਨੇ ਜ਼ਰੂਰ ਮਹਿਸੂਸ ਕਰਨਾ ਹੈ ਕਿ ਮੇਰੇ ਅੰਦਰ ਰੱਬ ਜੀ ਵਸਦੇ ਹਨ। ਜਦੋਂ ਕਦੇ ਕੋਈ ਇਨਸਾਨ ਗਲਤ ਕੰਮ ਕਰਦਾ ਹੈ, ਭੈੜੇ ਬੋਲ ਬੋਲਦਾ ਹੈ, ਜਾਂ ਸਾਡੇ ਨਾਲ ਜ਼ੁਲਮ ਕਰਦਾ ਹੈ, ਅਸੀਂ ਉਹਨੂੰ ਕਹਿੰਦੇ ਹਾਂ ਆਪਣੀ ਗਿਰਬਾਨ ਵਿੱਚ ਝਾਂਕ ਕੇ ਵੇਖ, ਆਪਣੀ ਰੂਹ ਕੋਲੋਂ ਪੁੱਛ, ਆਪਣੇ ਮਨ ਤੋਂ ਪੁੱਛ, ਤੇਰੇ ਅੰਦਰ ਇਨਸਾਨੀਅਤ ਹੈ ਕਿ ਨਹੀਂ। ਉਹ ਅੰਦਰ ਪੁੱਛਣ ਦਾ ਮਤਲਬ ਕਿ ਉਹਦੇ ਅੰਦਰ ਰੱਬ ਜੀ ਹੁੰਦੇ ਨੇ। ਅਸੀਂ ਜਦੋਂ ਰੱਬ ਜੀ ਨੂੰ ਛਿੱਕੇ ਟੰਗ ਦਿੰਦੇ ਹਾਂ, ਐਬਸੈਂਟ ਕਰ ਦਿੰਦੇ ਹਾਂ, ਅੰਦਰ ਵਾਲੇ ਰੱਬ ਜੀ ਨੂੰ ਰਿਅਲਾਈਜ਼ ਹੀ ਨਹੀਂ ਕਰਦੇ, ਮਹਿਸੂਸ ਹੀ ਨਹੀਂ ਕਰਦੇ, ਤਾਂ ਉਸ ਪੱਖੋਂ ਕਹਿ ਰਹੇ ਨੇ ਮੈਨੂੰ ਪਤਾ ਹੀ ਨਹੀਂ ਹੈ ਕਿ ਮੇਰੇ ਘੱਟ ਅੰਦਰ ਜੀਓ ਵਸਦਾ ਹੈ ਕਿ ਪੀਓ ਵਸਦਾ ਹੈ। ਮੇਰੇ ਅੰਦਰ ਮੇਰੇ ਮਨ ਹੀ ਵਸਦਾ ਹੈ, ਸਿਰਫ ਮੇਰੀ ਆਤਮਾ ਮੰਨਦੀ ਹੈ। ਜਿਸ ਗੱਲ ਨੂੰ ਮੇਰੀ ਆਤਮਾ ਮੰਨੇ, ਬਾਕੀ ਆਤਮਾਵਾਂ ਨਾ ਮੰਨਦੀਆਂ ਹੋਣ, ਉਹ ਤਾਂ ਸਤਿਗੁਰ ਦੀ ਗੱਲ ਹੀ ਨਹੀਂ ਹੋ ਸਕਦੀ। ਮੇਰੀ ਆਤਮਾ ਕਹਿੰਦੀ ਹੈ, ਮਨ ਕਹਿੰਦਾ ਸ਼ਰਾਬ ਪੀ ਲੈਣੀ ਚਾਹੀਦੀ ਹੈ, ਪਰ ਉਹ ਨੁਕਸਾਨ ਕਰਦੀ ਹੈ। ਸਤਿਗੁਰ ਦੀ ਗੱਲ ਜਿਹੜੀ ਮੰਨ ਲੈਂਦੇ ਆ, ਉਹਨੂੰ ਕਹਿੰਦੇ ਨੇ ਆਤਮਾ ਪਰ ਆਤਮਾ ਏਕੋ ਕਰੇ। ਪਰ ਆਤਮਾ ਕੀ ਹੁੰਦਾ? ਮਨ ਦੀ ਆਵਾਜ਼। ਪਰ ਆਤਮਾ ਲਫ਼ਜ਼ ਪਰਮਾਤਮਾ ਨਹੀਂ ਹੈ, आत्मा परमात्मा एको करे लफज नहीं है। सो आत्मा मीन्स मेरे अंदर मेरे मन की आवाज़, और रब जी की आवाज़ है। पर आत्मा मेरे मन की मर्जी। जदों मेरा मन एलीवेट हो जाता उन्होंने भी मन ही कहते हैं, पर वो सच विच मर्ज हो गया। आत्मा पर आत्मा, आत्मा मीन्स रब जी, आत्मा मीन्स मेरी ज़मीर दी ट्रुथफुल आवाज़। वो हमेशा सानू चंगा गुण ही सिखाएगी। जदों सानू कोई गल करन वेले डर लगता है तो वो अंदर दी आवाज़ दसदी है कि काम गलत है, पर असी कर लेंदे हां। किसी दी निंदा कर ही देंदे हां, अंदरों डर रहे होंदे हां, फिर उन्होंने कहंदे हां देख भैन मैं तैनूं दस रही हाँ, तू उन्होंने मेरा नाम ना लई। पता होंदा कि मैं निंदा कर रही हाँ, मैं बैक बाइटिंग कर रहा हाँ, अंदर पता होंदा है काम गलत है।
ਕਿਸੇ ਦੀ ਨਿੰਦਾ ਕਰਨਾ, ਕਿਸੇ ਦੀ ਨਫ਼ਰਤ ਵਧਾਉਣਾ, ਕਿਸੇ ਦੇ ਨਾਲ ਰਿਸ਼ਤਾ ਤੁੜਵਾ ਦੇਣਾ, ਇਹ ਸਾਰੀਆਂ ਗੱਲਾਂ। ਤੋ ਆਤਮਾ ਜ਼ਮੀਰ ਦੀ ਅੰਦਰ ਦੀ ਆਵਾਜ਼, ਰੱਬ ਜੀ ਦੀ ਆਵਾਜ਼, ਪਰ ਆਤਮਾ ਮਨ ਦੀ ਆਵਾਜ਼। ਏਕੋ ਕਰੈ ਅੰਤਰ ਕੀ ਦੁਬਦਾ ਅੰਤਰ ਮਰੈ, ਦੋਨਾਂ ਨੂੰ ਇੱਕ ਕਰ ਦੇਣਾ। ਇਹ ਪਰ ਆਤਮਾ ਮੇਰੇ ਮਨ ਦੀ ਆਵਾਜ਼ ਨੂੰ ਸਤਿਗੁਰ ਦੀ ਆਵਾਜ਼ ਦੇ ਕੇ, ਇਹਨੂੰ ਕਹਿੰਦੇ ਨੇ ਸੂਰਜ ਕਿਰਨ ਮਿਲੀ ਜਲ ਕਾ ਜਲ ਹੁਆ ਰਾਮ। ਇਹਨੂੰ ਕਹਿੰਦੇ ਨੇ ਸਤਿਗੁਰ ਕੀ ਜਿਸ ਨੂੰ ਮਤ ਆਵੇ ਸੋ ਸਤਿਗੁਰ ਮਾਏ ਸਮਾਨਾ, ਉਹ ਇੱਕ ਹੋ ਜਾਂਦਾ ਹੈ। ਹੁਣ ਅਸੀਂ ਸਿੱਖਣਾ ਹੈ ਕਿ ਕਬੀਰ ਜੀ ਕਹਿ ਰਹੇ ਨੇ ਜੀਓ ਪੀਓ ਬੂਝੋ ਨਹੀਂ, ਮੇਰੇ ਅੰਦਰ ਰੱਬ ਜੀ ਵਸਦੇ ਨੇ, ਮੈਂ ਸਮਝ ਨਹੀਂ ਪਾ ਰਿਹਾ, ਘੱਟ ਮੈਂ ਜੀਓ ਕੇ ਪੀਓ, ਮੇਰੇ ਅੰਦਰ ਰੱਬ ਜੀ ਰਹਿੰਦੇ ਨੇ ਕਿ ਸਿਰਫ ਮੇਰੇ ਮਨ ਕੀ ਮਰਜ਼ੀ ਹੀ ਰਹਿੰਦੀ ਹੈ। ਸੁਨ ਸਕੀ ਪੀ ਮੈਂ ਜੀਓ ਬਸੈ, ਜੀ ਮੈਂ ਬਸੈ ਕੇ ਪੀਓ। ਹੁਣ ਕਹਿੰਦੇ ਨੇ ਉਹ ਮੇਰੇ ਇੰਦਰੀ ਗਿਆਨ ਇੰਦਰੀ, ਮੇਰੀ ਮੱਤ, ਮੇਰੀ ਅੱਖ ਨੱਕ ਕੰਨ ਸੁਣੋ, ਮੇਰੇ ਰੱਬ ਜੀ ਨਾਲ ਹਰ ਵੇਲੇ ਮੇਰਾ ਮਨ ਲੱਗਿਆ ਰਹਿੰਦਾ ਹੈ। ਸੁਨ ਸਕੀ ਪੀ ਮੈਂ ਜੀਓ ਬਸੈ, ਮੇਰਾ ਜੀਓ, ਮੇਰਾ ਮਨ ਹਰ ਵੇਲੇ ਰੱਬ ਦੇ ਵਿੱਚ, ਰੱਬ ਦੇ ਖਿਆਲਾਂ ਵਿੱਚ ਮਸਤ ਰਹਿੰਦਾ ਹੈ। ਸੁਨ ਸਖੀ ਪੀ ਮੈਂ ਜੀਓ ਬਸੈ। ਸਾਡਾ ਨਿਰੰਤਰ ਚੰਗੇ ਗੁਣਾਂ ਵੱਲ ਧਿਆਨ ਰਹੇਗਾ ਤਾਂ ਅਸੀਂ ਸਤ ਸੰਗਤ ਵਿੱਚ ਹਾਂ। ਸਾਨੂੰ ਜਿੱਥੋਂ ਵੀ ਭੈੜਾ ਖਿਆਲ ਮਿਲਿਆ, ਔਰ ਅਗਰ ਜੇ ਮੈਂ ਉਹ ਲੈ ਲਿਆ ਤੇ ਮੈਂ ਕੁਸੰਗਤ ਵਿੱਚ ਹਾਂ, ਔਰ ਭੈੜਾ ਖਿਆਲ ਲੈ ਕੇ, ਕੁਸੰਗਤ ਇਜ਼ ਕਾਲਡ ਬੈਡ ਕੰਪਨੀ, ਬੈਡ ਕੰਪਨੀ ਦੇ ਖਿਆਲ ਲੈ ਕੇ ਰੱਬ ਜੀ ਨੂੰ ਆਊਟ ਕਰ ਦੇਣਾ। ਪੀ ਮੈਂ ਜੀਓ ਨਹੀਂ ਵਸ ਰਿਹਾ। ਸੱਚ ਦੇ ਨਾਲ ਧੁਨ ਲੱਗੀ ਰਹਿਣੀ, ਉਹਨੂੰ ਧੁਨ ਮੈਂ ਧਿਆਨ ਕਹਿੰਦੇ ਨੇ। ਸੁਨ ਸਕੀ ਪੀ ਮੈਂ ਜੀਓ ਬਸੈ, ਜੀ ਮੈਂ ਬਸੈ ਕੇ ਪੀਓ। ਮੈਨੂੰ ਇਹ ਨਹੀਂ ਸਮਝ ਆ ਰਹੀ ਕਿ ਮੇਰੇ ਅੰਦਰ ਵੀ ਰੱਬ ਜੀ ਵਸਦੇ ਨੇ ਕਿ ਨਹੀਂ, ਹੈ ਨਾ। ਕਬੀਰ ਸਾਹਿਬ ਨੇ ਕਿਹਾ 236 ਨੰਬਰ ਸ਼ਲੋਕ, ਇਹਨੂੰ ਸਮਝਣ ਵਾਸਤੇ ਥੋੜ੍ਹਾ ਜਿਹਾ ਅਸੀਂ ਪਿੱਛੇ ਚੱਲਦੇ ਹਾਂ। 234 ਨੰਬਰ ਸ਼ਲੋਕ, ਨੀਚੇ ਲੋਇਨ ਕਰ ਰਹੂੰ ਮੈਂ ਨਾ ਅੱਖਾਂ ਨੀਵੀਆਂ ਰੱਖਦੀਆਂ, ਲੈ ਸਾਜਨ ਘਟ ਮਾਏ, ਮੇਰੇ ਅੰਦਰ ਰੱਬ ਜੀ ਨੂੰ ਦੇਖਦੀ ਹਾਂ ਮੈਂ। ਸਭ ਰਸ ਖੇਲੋਂ ਪੀਸੋਂ, ਮੇਰੇ ਅੰਦਰ ਰੱਬ ਜੀ ਵਸਦੇ ਨੇ ਔਰ ਮੈਂ ਸਾਰਾ ਸਵਾਦ ਉਹਨਾਂ ਦਾ ਲੈਂਦੀ ਹਾਂ, ਉਹਨਾਂ ਦਾ ਸਾਰਾ ਰਸ ਚੱਖਦੀ ਹਾਂ। ਮਾਂ ਦੇ ਵਾਸਤੇ ਸਾਰਾ ਰੱਬ ਜੀ ਦਾ ਰਸ ਚੱਖਣਾ ਹੈ। ਮੈਂ ਘਰ ਦੀ ਸਫਾਈ ਕਰਾਂ, ਮੈਂ ਬੱਚੇ ਨੂੰ ਢੰਗ ਨਾਲ ਹੈਂਡਲ ਕਰਾਂ, ਮੈਂ ਸਾਰੇ ਘਰ ਦੀ ਰੋਟੀ ਚਾਹ ਨਾਲ ਪਕਾਵਾਂ, ਇਹ ਉਹ ਰੱਬ ਜੀ ਦੇ ਨਾਲ ਰਸ ਮਾਣ ਰਹੀ ਹੈ। ਤੁਸੀਂ ਉਹ, ਤੁਹਾਡਾ ਕੰਮ ਹੈ ਮੇਰੇ ਸਕੂਲ ਦੇ ਜਿਤਨੇ ਫ਼ਰਜ਼ ਨੇ, ਕਾਲਜ ਦੇ ਫ਼ਰਜ਼ ਨੇ, ਉਸ ਤੋਂ ਇਲਾਵਾ ਮੈਂ ਆਪਣਾ ਧਿਆਨ ਇੱਧਰ ਉੱਧਰ ਕਿਧਰੇ ਨਾ ਪਾਵਾਂ, ਮੈਂ ਮਨ ਲਗਾ ਕੇ ਪੜ੍ਹਾਈ ਕਰਾਂ। ਹਾਲਾਂਕਿ ਤੁਸੀਂ ਛੁੱਟੇ ਹੋਏ ਹੋ ਇੱਕ ਬੜੀ ਈਵਲ ਪ੍ਰੈਕਟਿਸ ਤੋਂ, ਬੜੀ ਮੰਦੀ ਪ੍ਰੈਕਟਿਸ ਤੋਂ। ਕਈ ਹੋਰ ਸਕੂਲਾਂ ਕਾਲਜਾਂ ਵਿੱਚ ਜਾਂਦੇ ਆ ਨਾ, ਉੱਥੇ ਬੱਚੇ ਪੁੱਛਦੇ ਨੇ ਵੀਰ ਜੀ ਬਿੰਦੀ ਜਾਂ ਲਿਪਸਟਿਕ ਲਗਾਨੀ ਚਾਹੀਏ ਕਿ ਨਹੀਂ, ਤੁਸੀਂ ਲਾਉਂਦੇ ਹੀ ਨਹੀਂ ਹੋ। पूछते परफ्यूम लगानी चाहिए कि नहीं लगानी चाहिए। फिर पूछते वीर जी स्कूल में ज्वेलरी पहन के आना चाहिए कि नहीं आना चाहिए। अजीब जे क्वेश्चन ने, मैं उन्होंने दसदा ही नहीं कि करना चाहिए कि नहीं चाहिए। मैं सिंपल उन्होंने आंसर करदा, तुसी इत्थे शिंगार करके फैशन परेड ते आए हो या पढ़न आए हो। बस जिस तरह रब जी दे नाल एक रस रहीदा है, इंज अपनी पढ़ाई विच रस विच रवो, तुहानूं आपे समझ आएगी कि मेरा टाइम शिंगार करन दा नहीं है, मैं पढ़न आई हाँ। मेरा टाइम फिल्मां देखण दा नहीं है, मैं पढ़न आया। ए मेरा टाइम सो कॉल्ड बॉयफ्रेंड गर्लफ्रेंड दे चक्करां विच पैण दा नहीं है, मैं पढ़न आया। आपे दिमाग सीधे पासे लगता जाएगा ना। वो कहते ने नीचे लोयन कर रहूं ले साजन घटमाए, सब रस खेलो पी स्यों, मैं अपने रब नाल मस्त रहिंदी हां। किसी लिखावो नाए होर किसी नूं दसदी नहीं हां। हुण इत्थे थोड़ी जी गल मुश्किल हो गई कि तुहाडे टीचर, तुहाडे प्रिंसीपल, तुहाडे स्टाफ तुहानूं इस स्कूल दी मैनेजमेंट दे चंगे चंगे गुण सिखा रही है।
ਆਮ ਤੌਰ ਤੇ ਕਿਹਾ ਜਾਂਦਾ ਕਬੀਰਾ ਗਾਂਠ ਨਾ ਖੋਲ, ਨਹੀਂ ਪਕੜਨੀ ਪਾਰਖੂ, ਨਹੀਂ ਗਾਹਕ ਨਹੀਂ ਮੋਲ। ਉਹਦੇ ਮਹਿਨੇ ਇਹ ਕੀਤੇ ਜਾਂਦੇ ਨੇ, ਜੇ ਤੈਨੂੰ ਚੰਗਾ ਕੁਝ ਪਤਾ ਲੱਗ ਗਿਆ ਤੇ ਆਪਣੀ ਗੱਠੜੀ ਖੋਲਣ ਦੀ ਲੋੜ ਨਹੀਂ ਹੈ, ਲੋਕਾਂ ਨੂੰ ਨਾ ਦੱਸ। ਪਰ ਤੁਹਾਡਾ ਤੇ ਸਕੂਲ ਖੋਲ੍ਹਿਆ ਗਿਆ, ਤੁਹਾਡਾ ਤੇ ਕਾਲਜ ਖੋਲ੍ਹਿਆ ਗਿਆ, ਤੁਹਾਡੇ ਪ੍ਰਿੰਸੀਪਲ ਤੋਂ ਲੈ ਕੇ ਤੁਹਾਡੀ ਮੈਨੇਜਮੈਂਟ ਨੂੰ ਪਿਛਲੇ 50 100 200 ਸਾਲਾਂ ਵਿੱਚ ਜਿਹੜੇ ਚੰਗੇ ਚੰਗੇ ਗੁਣ ਕਿਸੇ ਵੀ ਲਿਖਾਰੀ ਦੇ, ਕਿਸੇ ਵੀ ਫਿਲਾਸਫਰ ਦੇ, ਕਿਸੇ ਵੀ ਸਿਆਣੇ ਦੇ ਚੰਗੇ ਗੁਣ ਮਿਲੇ ਹਨ ਤਾਂ ਉਹ ਤੁਹਾਨੂੰ ਦੱਸ ਰਹੇ ਨੇ। ਇਹਦਾ ਮਤਲਬ ਇਸ ਸ਼ਲੋਕ ਦੇ ਅਰਥ ਇਹ ਨਹੀਂ ਹੋ ਸਕਦੇ ਕਬੀਰਾ ਗਾਂਠ ਨਾ ਖੋਲ, ਨਹੀਂ ਪਕੜਨੀ ਪਾਰਖੂ, ਨਹੀਂ ਗਾਹਕ ਨਹੀਂ ਮੋਲ। ਬਈ ਤੈਨੂੰ ਜੇ ਚੰਗਾ ਪਤਾ ਲੱਗ ਗਿਆ ਆਪਣੀ ਗੱਠੜੀ ਬੰਦ ਕਰਕੇ ਰੱਖ, ਕਿਸੇ ਨੂੰ ਨਾ ਦੱਸ। ਨਹੀਂ ਦੱਸਣਾ ਹੈ, ਪਰ ਇਸ ਸ਼ਲੋਕ ਦੇ ਅਰਥ ਬਣਨਗੇ ਕਬੀਰਾ ਗਾਂਠ ਨਾ ਖੋਲ, ਤੂੰ ਆਪਣੇ ਭੈੜੇ ਔਗੁਣਾਂ ਦੀ ਗੱਠੜੀ ਨਾ ਖੋਲ। ਕਿਉਂ? ਕਿਉਂਕਿ ਲੋਕ ਔਗੁਣਾਂ ਕੀ ਬੰਨੈ ਗੰਠੜੀ, ਗੁਣ ਨਾ ਵਿਆਜੈ ਕੋਏ। ਗੁਰੂ ਸਾਹਿਬ ਕਹਿੰਦੇ ਨੇ ਤੇ ਤੂੰ ਜਿਹੜੇ ਔਗੁਣ ਇਕੱਠੇ ਕੀਤੇ ਹੋਏ ਸੀ ਨਾ, ਇਹ ਗਾਂਠ ਹੁਣ ਨਾ ਖੋਲ। ਇਹ ਤੇਰੀ ਗੰਠੜੀ, ਤੇਰਾ ਮਾਲ ਜਿਹੜਾ ਤੇਰਾ ਝੂਠਾ ਕਾਚਾ ਧਨ ਵਾਲਾ ਔਗੁਣਾਂ ਵਾਲਾ ਜਿਹੜਾ ਭੰਡਾਰ ਤੂੰ ਇਕੱਠਾ ਕੀਤਾ ਹੋਇਆ ਨਾ, ਇਹਦਾ ਹੁਣ ਕੋਈ ਗ੍ਰਾਹਕ ਨਹੀਂ ਰਿਹਾ। ਤੁਹਾਨੂੰ ਸਕੂਲ ਵਿੱਚ, ਤੁਹਾਨੂੰ ਕਾਲਜ ਵਿੱਚ टीचर तो गलत कल पढ़ाएगा नहीं कि एक दूसरे से नफ़रत रखा करो, ऊंच नीच रखा करो, ज़ात पात का भेदभाव किया करो, गोरे काले का भेदभाव किया करो। ए टीचर तो पढ़ाएगा नहीं। पर कुड़ियाँ आपस में गल करन, मुंडे कुड़ियाँ करन, या मुंडे मुंडे एक दूसरे की लैग पुलिंग करन, बुली करन, ओए ये तो पागल है, इससे तो बात ही मत करो, ओए इसको तो अकल ही नहीं है, इसके तो नंबर कट आए हैं, ये तो अछूत का है। अछूत कहना भी पाप हो जाएगा। जदों तुहानू कोई कवे, कहो मैं तेरी गंठड़ी दा माल लेना ही नहीं, मैं सच दी गल लैनी है, क्योंकि मैं सब रस खेलो पीसो किसी लिखावो ना है। मैं ते किसी नू दसदी नहीं है, लेकिन मैनू तो दसन वास्ते क्या गया। और गांठ अपनी औगुणा दी नहीं खोलनी, औगुणा दा हुण कोई गाहक नहीं रहा। इस करके तुहाडे स्कूल विच पता की हो रहा, कॉलेज विच की हो रहा, तुहाडे नंबर चंगे आ रहे ने, सारिਆਂ ਦੇ चंगे आ रहे ने। नकल मारनी नहीं पै रही, रिश्वत देनी नहीं पै रही, और तुहाडा सुचज्जा जीवन बन रहा है। मैनू अफसोस नाल कहना पैंदा है कि मैं पूरी दुनिया घूमदा हाँ, हर हफ्ते, हर दूजे हफ्ते, अमेरिका तो लैके लंडन, इटली, डेनमार्क, स्वीडन, नॉर्वे तो लैके जर्मनी तो लैके बैंकॉक, सिंगापुर तो लैके आस्ट्रेलिया, न्यूजीलैंड तो इंडिया आंदा, वक्रे वक्रे शहरां च जांदा। ਤਾਂ ਲੋਕੀ ਨਾ ਆਪਣੇ ਬੱਚਿਆਂ ਨੂੰ ਨਾ ਬੜੇ ਉੱਚੇ ਉੱਚੇ ਸਕੂਲਾਂ ਕਾਲਜਾਂ 'ਚ ਪੜ੍ਹਾ ਰਹੇ ਨੇ। ਇਹ ਵਾਲੇ ਗੁਣ ਉਹਨਾਂ ਦੇ ਬੱਚਿਆਂ ਨੂੰ ਨਹੀਂ ਮਿਲ ਰਹੇ। ਪਤਾ ਨਹੀਂ ਉਹਨਾਂ ਦੇ ਬੱਚੇ ਕਿਹੜੇ ਵਹਿਣ 'ਚ ਵਗ ਰਹੇ ਨੇ। ਚਾਰੋਂ ਪਾਸੇ ਅੱਗ ਲੱਗੀ ਹੋਈ ਹੈ। ਇਸ ਤਰ੍ਹਾਂ ਜਦੋਂ ਅੱਗ ਲੱਗੀ ਗੁਰੂ ਨਾਨਕ ਸਾਹਿਬ ਨੇ ਦੇਖੀ ਨਾ, ਬਾਬਾ ਦੇਖਿਆ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿਸਾਈ, ਤਾਂ ਗੁਰੂ ਨਾਨਕ ਸਾਹਿਬ ਆਪਣੇ ਘਰੋਂ ਉੱਠ ਪਏ ਸੀ। ਚੜਿਆ ਸੋਧਣ ਧਰਤ ਲੁਕਾਈ। ਤਾਂ ਤੁਹਾਨੂੰ ਤਾਂ ਇੱਥੇ ਗੁਰੂ ਨਾਨਕ ਸਾਹਿਬ ਦੀ ਗੱਲ ਸਕੂਲ ਕਾਲਜ ਪੜ੍ਹਾਈ ਕਰਾਉਂਦਿਆਂ ਦੱਸੀ ਜਾ ਰਹੀ ਹੈ। ਯੂ ਆਰ ਵੈਰੀ ਬਲੈਸਡ, ਯੂ ਆਰ ਲੱਕੀ ਕਿ ਤੁਹਾਨੂੰ ਇਹ ਸੱਚ ਦੱਸਿਆ ਜਾ ਰਿਹਾ। ਅਸੀਂ ਇਸ ਪੁਆਇੰਟ ਨੂੰ ਇਸ ਤਰ੍ਹਾਂ ਸਮਝਣਾ ਹੈ ਕਿ ਮੈਂ ਸੱਚ ਦੂਜਿਆਂ ਨੂੰ ਦੱਸਣਾ ਹੈ। ਕਬੀਰਾ ਗਾਂਠ ਨਾ ਖੋਲ ਦਾ ਮਤਲਬ ਇਹ ਨਹੀਂ ਕਿ ਚੰਗੇ ਗੁਣ ਨਾ ਦੱਸ, ਇਹਦਾ ਮਤਲਬ ਹੈ ਕਬੀਰਾ ਗਾਂਠ ਨਾ ਖੋਲ, ਔਗੁਣਾਂ ਦੀ ਗੱਲ ਕਿੱਥੇ ਨਹੀਂ ਕਰਨੀ। ਨਾ ਔਗੁਣ ਸਿੱਖਣੇ ਨੇ ਤੇ ਨਾ ਔਗੁਣ ਦੀ ਗੱਲ ਜਦੋਂ ਕੋਈ ਮੇਰੇ ਕੰਨਾਂ 'ਚ ਪਾ ਰਿਹਾ ਹੋਏ ਤਾਂ ਮੈਂ ਨਹੀਂ ਸਿੱਖਣੀ, ਤੇ ਨਾ ਕਿਸੇ ਨੂੰ ਮੈਂ ਔਗੁਣ ਦੱਸਣੇ ਨੇ। ਗੁਣਾ ਕਾ ਹੋਵੇ ਵਾਸਲਾ ਕੱਢ ਵਾਸ ਲੀਜੇ। ਜਿੱਥੇ ਜਾਈਏ ਚੰਗੇ ਗੁਣਾ ਕਾ ਹੋਵੇ ਵਾਸਲਾ ਕੱਢ ਵਾਸ ਲੀਜੇ। ਜੇ ਗੁਣ ਹੋਵਨ ਸਾਧ ਨਾ ਮਿਲ ਸਾਂਝ ਕਰੀਜੇ, ਸਾਂਝ ਕਰੀਜੇ ਗੁਣਾ ਕੇਰੀ। ਇੱਕ ਗੁਣ ਸਿੱਖ ਲਿਆ ਮੈਂ ਦਾਜ ਨਾਲ ਵਿਆਹ ਨਹੀਂ ਕਰਾਵਾਂਗੀ। ਮੈਂ ਇਸਤਰੀ ਨੂੰ ਜਿਸ ਤਰ੍ਹਾਂ ਇਸ ਸਮਾਜ ਵਿੱਚ ਤਰਸਾਇਆ ਜਾਂਦਾ, ਦਬਾਇਆ ਜਾਂਦਾ ਹੈ, ਉਸ ਤਰ੍ਹਾਂ ਨਹੀਂ ਦੱਬਾਂਗੀ। ਮੈਂ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਹਿਜ਼ਾਦੀ ਹਾਂ। ਮੈਂ ਲਤਾੜੀ ਹੋਈ ਅਬਲਾ ਨਹੀਂ ਹਾਂ ਜਿਸ ਨੂੰ ਤੁਸੀਂ ਕੰਨਿਆਦਾਨ ਕਹਿ ਕੇ ਵਿਆਹ ਦਿਓਗੇ, ਕਿਸੇ ਸ਼ਰਾਬੀਏ ਨਾਲ ਟੰਗ ਦਿਓਗੇ। ਨਹੀਂ, ਮੈਂ ਨਹੀਂ ਕਰਾਵਾਂਗੀ। ਇਹ ਚੰਗਾ ਗੁਣ ਸਿੱਖ ਲਿਆ, ਔਰ ਇਹ ਵਾਲਾ ਚੰਗਾ ਗੁਣ ਹੋਰ ਦੂਜੀ ਭੈਣਾਂ ਨੂੰ ਸਿਖਾਇਆ। ਇਸ ਤਰ੍ਹਾਂ ਕਰਕੇ ਆਪਣੇ ਸਮਾਜ ਨੂੰ ਵੀ ਤਾਂ ਠੀਕ ਕਰਾਂਗੇ ਨਾ, ਜਾਂ ਸਿਰਫ
ਉੱਚੀ ਪੜ੍ਹਾਈ ਦੀ ਡਿਗਰੀ ਲੈ ਕੇ ਇੱਕ ਜਗ੍ਹਾ ਵਿਆਹ ਕਰਾ ਕੇ ਅਮਰੀਕਾ ਲੰਡਨ ਥੋੜ੍ਹਾ ਨਾ ਚਲੇ ਜਾਵਾਂਗੇ। ਇਹ ਸੁਪਨਾ ਨਹੀਂ ਹੈ। ਸੁਪਨਾ ਇਹ ਹੈ ਕਿ ਇਹ ਤੁਹਾਨੂੰ ਤਿਆਰ ਕਰ ਰਹੇ ਨੇ, ਇਹਨਾਂ ਦੇ ਮਾਪਿਓ ਨੇ ਤਿਆਰ ਕੀਤਾ ਹੋਣਾ ਇਹਨਾਂ ਨੂੰ। ਤੁਸੀਂ ਜਾ ਕੇ ਟਿੱਡੀ ਦਲ ਵਾਂਗੂ ਸਾਰੀ ਦੁਨੀਆ ਵਿੱਚ ਸੱਚ ਸਿੱਖਣਾ ਹੈ। ਤੁਸੀਂ ਆਪਣੇ ਸਕੂਲ ਕਾਲਜ ਵਿੱਚ ਨਾ ਚੰਗੇ ਚੰਗੇ ਗੁਣ ਸਿੱਖ ਰਹੇ ਹੋ, ਔਰ ਚੰਗੇ ਗੁਣ ਸਾਨੂੰ ਮਿਲਦੇ ਨੇ ਸਤਿਗੁਰ ਪਾਤਸ਼ਾਹ ਕੋਲੋਂ। ਸਤਿਗੁਰ ਪਾਤਸ਼ਾਹ ਜੀ ਦੀ ਮੱਤ ਲਈ ਹੈ ਸਾਡੇ ਸਕੂਲ ਦੀ ਮੈਨੇਜਮੈਂਟ ਕਾਲਜ ਦੀ। ਜਦੋਂ ਅਸੀਂ ਸੱਚ ਦਾ ਪੱਲਾ ਨਹੀਂ ਨਾ ਛੱਡਣਾ ਤਾਂ ਅਸੀਂ ਇਹ ਗੱਲ ਯਾਦ ਰੱਖਣੀ ਹੈ, ਸੁਦਰ ਕੈਸੇ ਛੋੜੀਐ, ਸੁਦਰ ਕੈਸੇ ਛੋੜੀਐ, ਜੋ ਦਰ ਐਸਾ ਹੋਏ, ਜੋ ਦਰ ਐਸਾ ਹੋਏ, ਜੋ ਦਰ ऐसा होए, सुदर कैसे छोड़िए, सुदर कैसे छोड़िए, जो दर ऐसा होए, जो दर ऐसा होए, जो दर ऐसा होए, जो दर। कबीर जै दर आवत जाते हो, जै दर आवत जाते हो, हट के नाही कोई, हट के नाही कोई, हट के नाही कोई, सुदर कैसे छोड़िए, सुदर कैसे छोड़िए, जो दर ऐसा होए, जो दर। सच दा डर नहीं छड्डना, सच दे डर तो चंगे गुण मिलते ने। तुसी सारिਆਂ ने सुनिया ना हार्वर्ड यूनिवर्सिटी। हार्वर्ड यूनिवर्सिटी दुनिया च मशहूर क्यों है, मैं सुन के हैरान रह गया। हार्वर्ड यूनिवर्सिटी के अंदर आज तो 50 साल पहला भी ਜਿਹੜੇ स्टूडेंट पढ़े सी वो साल च एक वारी कित्थे मिलते हैं। उन्हां दा हार्वर्ड यूनिवर्सिटी नाल हुण लेना देना कुछ नहीं है। वो अपनी अपनी पढ़ाइयाँ करके अपने अपने फील्ड विच चंगे तगड़े अमीर सक्सैसफुल कामयाब जीवन जी रहे हैं। लेकिन वो कहते हैं असी हार्वर्ड यूनिवर्सिटी तो पढ़ के एक चंगी डिग्री की पढ़ाई करके दुनिया विच इज्जत मान पाया और कामयाबी प्राप्त की। इस करके असी हार्वर्ड यूनिवर्सिटी के हमेशा देनदार हाँ। हुण वो किस तरह देन, उन्होंने हार्वर्ड यूनिवर्सिटी की मैनेजमेंट नूं कहा है सब तो घट तुसी ना रख लो 1 रुपया, किसी दे वास्ते सब तो घट $11 ने, किसी वास्ते सब तो घट $101 ने, 1 पाउंड है, कुछ भी ना रख लेंदे ने अपने वास्ते। जी मैं इतने सारी उम्र तुहानू मैनेजमेंट नूं भेजिया करांगा। मैनेजमेंट पैसे की भुखी नहीं है। सुदर कैसे छोड़िए जो दर ऐसा होए, इत्थों पढ़ के मेरी जिंदगी बनी है। तुसी ये सोच लवो मैं सारी उम्र एक फुलका घट खा लांगी, टीवी घट देख लांगी, अपने कमरे की बत्ती एक टाइम ते घट जगा के, बिजली का बिल घट बनवा के, अपने ऐशो आराम चों, अपने कपड़े खरीदन तो, इन्हां सारिया चीज़ों तो, रीत रिवाज के पखंड तो कुछ पैसे बचा के मैं मैनेजमेंट नूं भेजिया करांगी ताकि इत्थे आने वालियां नस्लां कई साल चंगे चंगे गुण सीखदियां रहन। सो दर कैसे छोड़िए जो दर ऐसा होए। दूजी गल हार्वर्ड यूनिवर्सिटी की मैं सुनी, वो कहते यूनिवर्सिटी वालियां नूं कह दिओ तुहाडे इत्थे जिहड़ा बच्चा पढ़न आएगा, हालांकि तुहाडे इत्थे मैं सुनिया है कि जिहड़े बच्चे पढ़न आते हैं उन्हां दी बहुत घट तो घट 800 रुपया फीस है। वो भी फीस बच्चे ते ही खर्च हो जाती है। स्कूल की मैनेजमेंट अपनी कमाइयां वास्ते, अपने बोझे भरन वास्ते कुछ नहीं कर रही। ये भी दुनिया में एक मिसाल ही है।
पर हार्वर्ड यूनिवर्सिटी वांगू पूरी दुनिया की हर यूनिवर्सिटी स्कूल कॉलेज बच्चे की कोई फीस होती है। कई बच्चे चंगे पढ़े लिखे बन सकते ने, उन्हां दे विचकार बड़ा उद्यम होंदा है, उन्हां दे वास कोल पढ़ाई का शौक होंदा है, पर उन्हां दे माँ प्यो फीस नहीं दे सकते। ਇਹ ਜਿਹੜੇ 50-50 ਸਾਲ ਪਹਿਲਾਂ ਹਾਰਵਰਡ ਯੂਨੀਵਰਸਿਟੀ ਅੰਦਰ ਸਟੂਡੈਂਟ ਪੜ੍ਹ ਗਏ ਨੇ ਨਾ, ਇਹਨਾਂ ਨੇ ਯੂਨੀਵਰਸਿਟੀ ਨੂੰ ਕਿਹਾ ਅਸੀਂ ਆਪਣੇ ਵੱਲੋਂ ਇੱਕ ਫੰਡ ਇੱਥੇ ਤਿਆਰ ਕਰਾਂਗੇ ਕਿ ਤੁਹਾਡੇ ਇੱਥੇ ਕੋਈ ਵੀ ਇੰਟੈਲੀਜੈਂਟ ਸਟੂਡੈਂਟ ਆਏ, ਉਹ ਫੀਸ ਨਹੀਂ ਨਾ ਦੇ ਸਕਦਾ, ਉਹਨੂੰ ਸਕੂਲ ਕਾਲਜ ਐਡਮਿਸ਼ਨ ਮਨਾ ਨਾ ਕਰਨਾ, ਅਸੀਂ ਇਸ ਫੰਡ 'ਚੋਂ ਉਹਨੂੰ ਦਿਆਂਗੇ, ਕਿਉਂਕਿ ਸਾਨੂੰ ਜਿਸ ਤਰ੍ਹਾਂ ਮਾਣ ਹੈ ਇੱਥੇ ਇੰਟੈਲੀਜੈਂਟ ਬੱਚਾ ਆਵੇ ਔਰ ਪੜ੍ਹੇ, ਉਹ ਇਸ ਦੁਨੀਆ ਦਾ ਭਲਾ ਕਰ ਸਕੇ। ਤੁਸੀਂ ਜਿਹੜੇ ਚੰਗੇ ਗੁਣ ਸਿੱਖ ਰਹੇ ਹੋ ਨਾ, ਇਹ ਸਿਰਫ ਤੁਹਾਡੇ ਵਾਸਤੇ ਨਹੀਂ ਨੇ, ਦੁਨੀਆ ਦਾ ਭਲਾ ਕਰਨਗੇ। ਤੁਹਾਡਾ ਪਤੀ ਸੁਖੀ ਵਸੇਗਾ, ਭਲਾ ਆਏਗਾ। ਤੁਹਾਡੀ ਪਤਨੀ ਸੁਖੀ ਵਸੇਗੀ, ਭਲਾ ਹੋਏਗਾ। ਤੁਹਾਡੇ ਸੱਸ ਸਹੁਰਾ ਸੁਖੀ ਵਸਣਗੇ, ਭਲਾ ਹੋਏਗਾ। ਤੁਹਾਡੇ ਪੇਕੇ ਸੁਖੀ ਵਸਣਗੇ, ਤੁਹਾਡੇ ਬੱਚੇ ਸੁਖੀ ਵਸਣਗੇ, ਤੁਹਾਡੇ ਆਸ-ਪਾਸ ਜਿਹੜੇ ਕੰਮ ਕਰਨ ਵਾਲੇ ਨੌਕਰ ਚਾਕਰ ਹੋਣਗੇ, ਥੱਲੇ ਕੰਮ ਕਰਨ ਵਾਲੇ ਹੋਣਗੇ, ਸੁਖੀ ਵਸਣਗੇ। ਇਸ ਤੋਂ ਇਲਾਵਾ ਜਿਹੜੇ ਬੱਚੇ ਇੱਥੇ ਆ ਕੇ ਪੜ੍ਹਨਗੇ, ਉਹਨਾਂ ਦੇ ਵਾਸਤੇ ਤੁਸੀਂ ਸੋਚ ਸਕਦੇ ਹੋ ਕਿ ਮੈਂ ਸਾਰੀ ਉਮਰ ਭਾਵੇਂ 1 ਰੁਪਇਆ ਭੇਜਾਂਗੀ, ਪਰ ਭੇਜਾਂਗੀ ਜ਼ਰੂਰ। ਇਹ ਵਾਲੀ ਗੱਲ ਨਾ ਅਗਲਾ ਸ਼ਲੋਕ ਸਿਖਾਉਂਦਾ ਹੈ। ਅਗਲੇ ਸ਼ਲੋਕ ਦੀ ਆਖਰੀ ਪੰਕਤੀ ਹੈ, ਨੀਚੇ ਲੋਇਨ ਕਿਉਂ ਕਰੋ, ਮੈਂ ਸਿਰਫ ਇੱਥੇ ਹੀ ਇੱਧਰ ਹੀ ਰੱਬ ਕਿਉਂ ਵੇਖਦੀ ਰਵਾਂ, ਸਭ ਘੱਟ ਪੇਖੋ ਜੀਓ, ਮੈਂ ਸਾਰਿਆਂ ਦੇ ਵਿਚਕਾਰ ਰੱਬ ਵੇਖਦਾ ਹਾਂ। ਜਦੋਂ ਸਾਰਿਆਂ ਦੇ ਵਿਚਕਾਰ ਰੱਬ ਵੇਖਣਾ ਆ ਜਾਂਦਾ ਹੈ ਨਾ, ਤਾਂ ਨਾ ਕੋ ਬੈਰੀ ਨਾ ਹੀ ਬੇਗਾਨਾ, ਸਗਲ ਸੰਗ हमको बन्याई, पूरी दुनिया नाल बन जाती है। सो हर का प्यारा सो सबना का प्यारा बन जाते हाँ, अपना भला करते हाँ, दूजियां दा भी भला करते हाँ। असी एक भी चंगा गुण सीखते हाँ, असी इस पूरी यूनीवर्स दा, इस पूरे प्लैनेट दा, इस पूरी सृष्टि दा असी भला करते हाँ। और जदों असी अवगुण सीखते हाँ तो असी डिस्ट्रक्शन करते हाँ, असी नुकसान पहुँचाते हाँ, असी बहुत नुकसान करते हाँ जदों असी एक भी अवगुण सीख लेंदे हाँ। पर सानू बाणी की सिखा रही है, गुणा कहोवे वासला कड वास लीजे, जे गुण होवन साधना मिल सांझ करीजे, सांझ करीजे गुणा केरी छोड़ अवगुण चली है, पैरे पटंबर कर डंबर आपना पिड़ मली है, जिथे जाए बईए भला कही है, चोल अमृत पीजे, गुणा कहोवे वासला कड वास लीजे। जिथों गुण मिलन गुण लैने ने, गुण लैण वास्ते सारी जगह रब जी नूं महसूस करना है। सारे श्लोक की लड़ी चो असीं यह समझिया कि मैनू ना पता नहीं सी कि रब जी मेरे अंदर वसदे ने, कि सिर्फ मेरे मन की मर्जी, मेरे अपने ही शौक वसदे ने। अल्टीमेटली मैनू पता लगा मेरे अंदर रब जी वसदे ने। फिर मैनू ख्याल आया कि अपने अंदर वाले रब जी नाल मस्त रहो। जिन्होंने अंदर वाले रब जी नाल मस्त रहना सिर्फ आ गया ना, वो लोग दुनियावी काम काज, नौकरी, विआह शादी, टब्बर गृहस्थी सब कुछ छोड़ के जंगला चले जाते सी। सिद्ध जोगी विआह नहीं सी करांदे। अज की डेट जिहड़ा विआह ना कराया उन्होंने असीं बड़ा वड्डा ब्रह्म ज्ञानी रब समझ लैंदे हाँ। गुरु पातशाह कहते तू गृहस्थी बन, तू किरत विरत कर, धर्म की हथों दे के भला मनाए वाला जीवन सिख। गृहस्थी जीवन जा सीख के किरत विरत कर, धर्म की हथों दे के भला मनाए, दूसरिਆਂ ਦਾ भला कर, वंड छकना सिख। ਇਹ सारी सानू जीवन जा सिखाई ना। इस करके क्या नीचे लोयन क्यों करो, मैं सिर्फ अपने अंदर दे रब नूं देख के अपने आप नाल मस्त क्यों रवां, मैं अपनी माला फेर के अपना जप तप क्यों करता रहा, मैं क्यों अपने कमरे 'च बैठ के सिर्फ मैडिटेशन करता रहा। मनु दुनिया का भला करना है, अपने सुखा आरामां तो उठ के दुनिया का जदों भला करते हाँ तां कहंदे ने नीचे लोयन क्यों करो, सब कट देखो पियो। मैं सब कट देखो पियो का मतलब है मैं सारिਆਂ ਦੇ ਵਿਚਕਾਰ ਰੱਬ ਵੇਖਦੀ ਹਾਂ। ਹੁਣ ਇਸ ਚੋਂ ਅਸੀਂ ਇੱਕ ਪੁਆਇੰਟ ਹੋਰ ਲੱਭ ਸਕਦੇ ਹਾਂ, ਜਦੋਂ ਅਗਰ ਨੀਚੇ ਲੋਇਨ ਕਰ ਰਹੋ, ਉਹਦਾ ਮਤਲਬ ਸਿਰਫ ਇੱਕ ਨੈਗੇਟਿਵ ਇਹ ਅਰਥ ਨਹੀਂ ਲੈਣਾ ਕਿ ਵੀ ਮੈਂ ਆਪਣੇ ਅੰਦਰ ਦੇ ਰੱਬ ਨੂੰ ਵੇਖਦੀ ਹਾਂ। ਉਹਦਾ ਮਤਲਬ ਇਹ ਵੀ ਲੈਣਾ ਹੈ ਕਿ ਮੈਂ ਨਮਰਤਾ 'ਚ ਰਹਿੰਦੀ ਹਾਂ। ਨੀਚੇ ਲੋਇਨ ਦਾ ਮਤਲਬ ਹੁੰਦਾ ਹੈ ਨਜ਼ਰਾਂ ਹਮੇਸ਼ਾ
नम्रता भरपूर रखना। जो इंसान नम्रता भरपूर नज़र रखेगा ना, वो दूजे च ना अवगुण नहीं लभेगा। जो नम्रता भरपूर अखा रखेगा वो सीखना चाहेगा। नम्रता भरपूर अखा रखण वाला आकड़ेगा नहीं, हंकारी नहीं होएगा। सो अज दे इस सैशन विच असी तुहाडे नाल हुण अगला प्रोग्राम क्वेश्चन आंसर दा रखांगे। वाहिगुरू जी का खालसा, वाहिगुरू जी की फतेह। मेरा क्वेश्चन ये आ कि मैं सच्ची हाँ पर मैनू कोई झूठा कह रहा आ, जे मैं ਉਹਦੇ ਪਿੱਛੇ ਲੱਗ ਜਾ ਜਿਹੜਾ ਮੈਨੂੰ ਗਲਤ ਕਹਿ ਰਿਹਾ ਆ, ਇਸ ਤਰ੍ਹਾਂ ਮੈਂ ਗਲਤ ਰਸਤੇ ਜਾਂਦੀ ਹਾਂ। ਪਰ ਜਿਹਦੇ ਸਾਹਮਣੇ ਮੈਂ ਸੱਚੀ ਹੋਣਾ ਚਾਹੁੰਦੀ ਹਾਂ, ਮੈਂ ਉਹਦੇ ਸਾਹਮਣੇ ਸੱਚੀ ਨਹੀਂ ਹੁੰਦੀ, ਇਸ ਤਰ੍ਹਾਂ ਮੈਂ ਗਲਤ ਪੈਂਦੀ ਹਾਂ। ਤੇ ਫਿਰ ਮੈਂ ਕੀ ਕਰਾਂ? ਕਿਹਦੇ ਸਾਹਮਣੇ ਸੱਚਾ ਹੋਣਾ ਚਾਹੁੰਦੇ ਹੋ ਜੀ ਤੁਸੀਂ? ਮੇਰੇ ਤੇ ਕੋਈ ਗਲਤ ਇਲਜ਼ਾਮ ਲਾ ਰਿਹਾ ਪਰ ਮੈਂ ਸੱਚੀ ਹਾਂ, ਫਿਰ ਮੈਂ ਕੀ ਕਰਾਂ? ਤੁਸੀਂ ਉਸ ਵੇਲੇ ਔਖੇ ਨਹੀਂ ਹੋਣਾ, ਉਸ ਵੇਲੇ ਬੁਰਾ ਨਹੀਂ ਮਨਾਣਾ, ਉਸ ਵੇਲੇ ਗੁੱਸਾ ਨਹੀਂ ਕਰਨਾ, ਉਸ ਵੇਲੇ ਉਹਨੂੰ ਬੁਰਾ ਭਲਾ ਨਹੀਂ ਕਹਿਣਾ। ਉਹਦੀ ਗੱਲ ਸੁਣ ਕੇ ਉਡਾ ਦਿਓ। ਜੇ ਤੁਸੀਂ ਸੱਚੇ ਹੋ ਔਰ ਫਰਜ਼ ਕਰੋ ਤੁਸੀਂ ਸੱਚੇ ਨਹੀਂ ਹੋ ਤਾਂ ਆਪਣਾ ਅਵਗੁਣ ਠੀਕ ਕਰਨਾ ਬਸ। ਹੋਰ ਕਿਸੇ ਅੱਗੇ ਸੱਚੇ ਨਹੀਂ ਹੋਣਾ, ਅੰਦਰ ਦੇ ਰੱਬ ਜੀ ਅੱਗੇ ਸੱਚੇ ਹੋਣਾ ਹੈ। ਜੇ ਸੱਚੀ ਮੁੱਚੀ ਤੁਹਾਡੇ 'ਚੋਂ ਨੁਕਸ ਹੈ ਤਾਂ ਅੰਦਰ ਦੇ ਰੱਬ ਅੱਗੇ ਤੁਸੀਂ ਛੁਪਾ ਨਹੀਂ ਨਾ ਸਕਦੇ, ਠੀਕ ਹੈ ਨਾ। ਆਪਣਾ ਗੁਣ ਜੇ ਸੱਚਾ ਹੈ ਤਾਂ ਅੰਦਰ ਦੇ ਰੱਬ ਦੇ ਨਾਲ ਖੁਸ਼ ਰਹੋ। ਜੇ ਆਪਣਾ ਅਵਗੁਣ ਸੱਚਾ ਹੈ ਕਿ ਰੀਅਲੀ ਦਿਸ ਮਿਸਟੇਕ ਇਜ਼ ਇਨ ਮੀ, ਦਿਸ ਫਲॉ ਇਜ਼ देयर, ਮੇਰੇ ਅੰਦਰ ਇਹ ਅਵਗੁਣ ਹੈ, ਤਾਂ ਆਪਣੇ ਅਵਗੁਣ ਨੂੰ ਅੰਦਰ ਦੇ ਰੱਬ ਅੱਗੇ ਸੱਚਾ ਹੋਣ ਵਾਸਤੇ ਠੀਕ ਕਰਨਾ ਹੈ। ਜਦੋਂ ਮੇਰੇ ਅੰਦਰ ਕੋਈ ਅਵਗੁਣ ਹੈ, ਫਰਜ਼ ਕਰੋ ਸਰੂਪ ਕੌਰ ਨਾਂ ਹੈ ਨਾ ਤੁਹਾਡਾ, ਜਗਰੂਪ ਕੌਰ, ਫਰਜ਼ ਕਰੋ ਮੇਰੇ ਅੰਦਰ ਕੋਈ ਅਵਗੁਣ ਹੈ, ਮੇਰੇ ਅੰਦਰ ਦਾ ਰੱਬ ਜਾਣਦਾ ਹੈ ਨਾ, ਔਰ ਤੁਸੀਂ ਮੇਰੇ ਬਾਰੇ ਕਿਹਾ ਤੇਰੇ ਅੰਦਰ ਇਹ ਅਵਗੁਣ ਹੈ, ਜਾਂ ਲੋਕਾਂ ਨੂੰ ਮੇਰੇ ਬਾਰੇ ਕਿਹਾ ਇਹਦੇ ਅੰਦਰ ਇਹ ਅਵਗੁਣ ਹੈ, ਤਾਂ ਇੱਕ ਕਿਸਮ ਦੀ ਮੇਰੇ ਭਾਣੇ ਤੁਸੀਂ ਮੇਰੀ ਨਿੰਦਾ ਕੀਤੀ। ਪਰ ਜੋ ਅਵਗੁਣ ਸੱਚੀ ਮੁੱਚੀ ਮੇਰੇ 'ਚ ਹੈ ਨਾ, ਤਾਂ ਤੁਸੀਂ ਮੇਰੇ ਕੱਪੜੇ ਧੋ ਰਹੇ ਹੋ, ਤੁਸੀਂ ਮੈਨੂੰ ਪੋਲਿਸ਼ ਕਰਨਾ ਚਾਹੁੰਦੇ ਹੋ, ਹੈ ਨਾ। ਤੁਸੀਂ ਦਰਅਸਲ ਨਿੰਦਾ ਕਰਕੇ ਮੇਰੇ ਫਰੈਂਡ ਹੋ, ਕਿਉਂਕਿ ਤੁਸੀਂ ਮੇਰਾ ਅਵਗੁਣ ਦੂਰ ਕਰਨ ਵਾਸਤੇ ਮੈਨੂੰ ਪੋਲਿਸ਼ ਕਰ ਰਹੇ ਹੋ। ਤਾਂ ਮੈਨੂੰ ਤੁਹਾਡੇ ਨਾਲ ਨਫ਼ਰਤ ਨਹੀਂ ਕਰਨੀ ਚਾਹੀਦੀ, ਤੁਹਾਡੇ ਸਾਹਮਣੇ ਉੱਚਾ ਨਹੀਂ ਬੋਲਣਾ ਚਾਹੀਦਾ, ਤੁਹਾਨੂੰ ਬੁਰਾ ਭਲਾ ਨਹੀਂ ਕਹਿਣਾ ਚਾਹੀਦਾ, ਇਹ ਨਹੀਂ ਕਰਨਾ ਚਾਹੀਦਾ ਕਿ ਤੁਸੀਂ ਮੇਰਾ ਅਵਗੁਣ ਦੱਸਿਆ ਅਤੇ ਹੁਣ ਮੈਂ ਲੋਕਾਂ ਨੂੰ ਤੁਹਾਡੇ ਅਵਗੁਣ ਦੱਸਣੇ ਸ਼ੁਰੂ ਕਰਦਾ, ਹੈ ਨਾ। ਬਸ ਆਪ ਨਾ ਜਦੋਂ ਕੋਈ ਗੱਲ ਆਪਣੇ ਬਾਰੇ ਸੁਣੀਏ ਨਾ, ਤਾਂ ਅਸੀਂ ਛਿੱਥੇ ਨਾ ਪਈਏ, ਅਪਸੈਟ ਨਾ ਹੋਈਏ, ਬੈਲੈਂਸਡ ਰਹੀਏ, ਅੰਦਰ ਵਾਲੇ ਰੱਬ ਜੀ ਅੱਗੇ ਸੱਚੇ ਹੋ ਗਏ। ਕਿਸੇ ਹੋਰ ਨੂੰ ਆਪਣੀ ਸਫਾਈਆਂ ਪੇਸ਼ ਕਰਨ ਦੀ ਲੋੜ ਨਹੀਂ ਹੈ ਜੀ। ਨੈਕਸਟ। वाहिगुरू जी का खालसा, वाहिगुरू जी की फतेह। मेरा नाम सीमा कुमारी है, मैं +2 स्टैंडर्ड च पढ़ती हाँ। मेरा सवाल आप जी ਨੂੰ ਇਹ ਹੈ ਕਿ ਅੱਧ ਤੋਂ ਵੱਧ ਦੁਨੀਆ ਵਹਿਮਾਂ ਭਰਮਾਂ ਕਰਮਕਾਂਡਾਂ ਜਾਦੂ ਟੂਣਿਆਂ ਤੇ ਵਿਸ਼ਵਾਸ ਕਰੀ ਬੈਠੀ ਹੈ ਤੇ ਡੇਰੇ ਵਾਲੇ ਬਾਬਿਆਂ ਦੀ ਵੀ ਬਹੁਤ ਜ਼ਿਆਦਾ ਭਰਮਾਰ ਹੈ ਕਿ ਇਹਨਾਂ ਤੇ ਕੀ ਜਾਦੂ ਟੂਣੇ ਭੂਤ ਪ੍ਰੇਤ ਇਹਨਾਂ ਤੇ ਸੱਚਮੁੱਚ ਵਿਸ਼ਵਾਸ ਕਰਨਾ ਚਾਹੀਦਾ ਹੈ? ਜੇ ਨਹੀਂ ਤਾਂ ਦੁਨੀਆ ਇਹਨਾਂ ਦੇ ਮਗਰ ਕਿਉਂ ਜਿਹੜੀ ਹੈ ਉਹ ਲੱਗੀ ਹੋਈ ਹੈ? ਜਦੋਂ ਤੱਕ ਕੋਈ ਵੀ ਆਪਣੇ ਆਪ ਨੂੰ ਮੂਰਖ ਬਣਾ ਕੇ ਰੱਖੇਗਾ ਤਾਂ ਤੱਕ ਮੂਰਖਾਂ ਨੂੰ ਮੂਰਖ ਬਣਾਉਣ ਵਾਲੀਆਂ ਦੁਕਾਨਾਂ ਚੱਲਦੀਆਂ ਰਹਿਣਗੀਆਂ, ਹੈ ਨਾ। ਹਾਂਜੀ ਤੁਸੀਂ ਸਵਾਲ ਕੀਤਾ ਤੇ ਸੀਮਾ ਕੌਰ, ਹੈ ਨਾ। ਹਾਂਜੀ ਸੀਮਾ ਕੌਰ ਜੀ, ਮੈਨੂੰ ਤੁਹਾਡੇ ਸਵਾਲ 'ਚੋਂ ਇੰਝ ਲੱਗ ਰਿਹਾ ਕਿ ਤੁਹਾਨੂੰ ਬੜੀ ਅੱਛੀ ਤਰ੍ਹਾਂ ਇਸ ਦਾ ਉੱਤਰ ਸਮਝ ਹੈ, ਕਿਉਂਕਿ ਮੈਨੂੰ ਲੱਗਦਾ ਹੈ ਕਿ ਤੁਸੀਂ ਤਾਂਤਰਿਕ ਜਾਦੂ ਟੂਣੇ ਔਰ ਬਾਬੇ ਇਹ ਸਭ ਕੁਝ ਨਹੀਂ ਮੰਨਦੇ। ਮੈਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ। ਆਈ ਐਪਰੀਸ਼ੀਏਟ। ਦੂਜੀ ਗੱਲ, ਗੁਰਮਤ ਅਨੁਸਾਰ ਔਰ ਸਾਇੰਟੀਫਿਕਲੀ ਇਹ ਬਿਲਕੁਲ ਹੈ ਹੀ ਝੂਠ ਕਿ ਜਾਦੂ ਟੂਣੇ ਤਾਂਤਰਿਕ ਹੋ ਰਿਹਾ। ਪਾਮਿਸਟਰੀ, ਹੱਥ ਦਾ ਸਾਈਨ ਵੇਖਣਾ, ਕਬੂਤਰ ਕੋਲੋਂ ਤੋਤੇ ਕੋਲੋਂ ਕੁੰਡਲੀ ਕਢਾਉਣਾ ਔਰ ਜਨਮ ਪੱਤਰੀ ਔਰ ਇਹ ਸਭ ਕੁਝ, ਇਹ ਗੁਰਮਤ ਨਹੀਂ ਮੰਨਦੀ ਆ। ਦੁਨੀਆ ਨੂੰ ਇਹਦੇ 'ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ, ਪਰ ਲੋਕੀ ਅਗਿਆਨਤਾ ਵਸ ਕਰੀ ਜਾ ਰਹੇ ਨੇ, ਅਸੀਂ ਉਹਨਾਂ ਨੂੰ ਰੋਕ ਨਹੀਂ ਸਕਦੇ।
ਫਿਰ ਸਾਡਾ ਇਹ ਫਰਜ਼ ਬਣਦਾ ਹੈ ਕਿ ਮੈਂ ਭਰਮ ਵਹਿਮ ਜਾਦੂ ਟੂਣੇ ਤਾਗੇ ਤਵੀਤ ਤੋਂ ਬਚ ਕੇ ਰਹਿਣਾ ਹੈ ਨਾ। ਤੇ ਦਿਨਾਂ ਦੇ ਵਾਰਾਂ ਦੇ ਚੱਕਰਾਂ 'ਚ ਭਰਮ ਵਹਿਮ ਵਿੱਚ ਨਹੀਂ ਪੈਣਾ। ਉਹਨੂੰ ਗੁਰੂ ਸਾਹਿਬ ਕਹਿੰਦੇ ਨੇ ਥਿਤਵਾਰ ਸੇਵੇਂ ਮੁਗਧ ਗੰਵਾਰ। ਉਹ ਮੂਰਖਤਾ ਹੈ ਕਿ ਜੇ ਅਸੀਂ ਇਹਨਾਂ ਚੀਜ਼ਾਂ ਵਿੱਚ ਪਈਏ। ਠੀਕ ਹੈ। ਮੈਂ ਫੋਰ ਐਗਜ਼ਾਮਪਲ ਦੇਣਾ ਚਾਹੁੰਦੀ ਹਾਂ, ਗੁਆਂਢ 'ਚ ਹੀ ਹੈ ਵੀ ਸਾਡੇ ਨਾ ਨਵੀਂ ਨੂੰਹ ਆਈ ਹੈ, 10,000 ਰੁਪਇਆ ਦਿੱਤਾ ਤਾਂ ਉਹਨਾਂ ਨੇ ਸਾਡੇ ਤੇ ਕਰਾਤਾ ਤੇ ਆਪਣੇ ਘਰੋਂ ਕਲੇਸ਼ ਘਟਾ ਲਿਆ। ਇਹ ਕੀ ਮੈਨੂੰ ਉਸ ਟਾਈਮ ਸਮਝ ਨਹੀਂ ਲੱਗੀ। ਮੈਂ ਕਿਹਾ ਮੈਂ ਵੀਰ ਜੀ ਨੂੰ ਪੁੱਛਣਾ ਹੈ ਵਾਹ, ਕੀ ਪ੍ਰੋਸੈਸ ਹੈ ਵੀ ਇੱਕ ਘਰੋਂ ਨਿਕਲਿਆ ਦੂਜੇ ਘਰ ਗਿਆ। ਇਸ ਸਾਡੀ ਬਰਾਦਰੀ ਵਿੱਚ ਔਰ ਸਾਡੇ ਮੁਹੱਲੇ ਔਰ ਸਮਾਜ ਵਿੱਚ ਇੱਕ ਦੂਜੇ ਦੀ ਨੂੰਹ ਦੇ ਨਾਲ ਸੱਸ ਦਾ ਔਰ ਕਿਸੇ ਨਨਾਣ ਦਾ ਭਰਜਾਈ ਦਾ ਆਪਸੀ ਝਗੜਾ ਕਰਾਉਣ ਦੇ ਨਾ ਐਟਮ ਬੰਬ ਨੇ, ਹੈ ਨਾ। ਇਹ ਲੋਕੀ ਵਰਤਦੇ ਨੇ। ਕੋਈ ਕਿਸੇ ਨੂੰ 10,000 ਦੇ ਕੇ ਤਾਂਤਰਿਕ ਕੋਲੋਂ ਕਿਸੇ ਦੀ ਰੂਹ ਨੂੰ ਕਾਬੂ ਨਹੀਂ ਕਰ ਸਕਦਾ, ਕੋਈ ਕਿਸੇ ਨੂੰ ਕੁਝ ਜਾਦੂ ਟੂਣਾ ਨਹੀਂ ਕਰਾ ਸਕਦਾ। ਇਹ ਸਭ ਮਨ ਦੇ ਵਹਿਮ ਨੇ। ਜਿਨ੍ਹਾਂ ਨੂੰ ਵਹਿਮ ਹੁੰਦੇ ਨੇ ਉਹ ਇਹਨਾਂ ਚੀਜ਼ਾਂ ਤੋਂ ਡਰਦੇ ਵੀ ਰਹਿੰਦੇ ਨੇ, ਹੈ ਨਾ। ਜਿਨ ਨਿਰਭਉ ਜਿਨ ਹਰਿ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ। ਪੜ੍ਹਦੇ ਆ ਨਾ ਅਸੀਂ ਬਾਣੀ ਚੋਂ। ਸੋ ਨਿਰਭਉ ਜਪੈ ਸਗਲ ਭਉ ਮਿਟੈ। ਫੀਅਰਲੈਸ ਹੋ ਜਾਈਦਾ। ਅਸੀਂ ਬਾਣੀ 'ਚ ਪੜ੍ਹਦੇ ਆ ਨਾ ਰੋਜ਼ ਜਪਜੀ ਸਾਹਿਬ 'ਚ। ਸਭ ਤੋਂ ਪਹਿਲੀ ਬਾਣੀ ਜਦੋਂ ਸ਼ੁਰੂ ਹੁੰਦੀ ਹੈ ਤਾਂ ਉੱਥੇ ਕੀ ਲਿਖਿਆ? ਰੱਬ ਜੀ ਏਕ ਓਂਕਾਰ ਸਤਨਾਮ ਕਰਤਾ ਪੁਰਖ। ਅੱਗੇ ਕੀ ਲਿਖਿਆ? ਰੱਬ ਜੀ ਨਿਰਭਉ ਨੇ, ਅਸੀਂ ਨਿਰਭਉ ਬਣਨਾ। ਇਹਨਾਂ ਚੀਜ਼ਾਂ ਦੇ ਡਰ, ਨਜ਼ਰ ਲੱਗ ਗਈ, ਧਾਗੇ ਤਵੀਤ, 6 ਤਰੀਕ 7 ਤਰੀਕ, ਇਹ ਵਾਰ ਫਲਾਣਾ ਵਾਰ, ਹੈ ਨਾ। ਇਹ ਸਾਰੀਆਂ ਚੀਜ਼ਾਂ ਦੇ ਵਹਿਮ, ਭੂਤ ਪ੍ਰੇਤ ਆਤਮਾ 'ਚ ਮੋੜ ਦਿੱਤੀ, ਆਤਮਾ ਕੱਢ ਲਈ, ਜਾਦੂ ਟੂਣਾ ਕਰ ਦਿੱਤਾ, ਕਿਸੇ ਉੱਤੇ ਕੁਝ ਕਰ ਦਿੱਤਾ। ਇਹ ਸਾਰੇ ਵਹਿਮ ਔਰ ਡਰ ਔਰ ਭਰਮ ਤੋਂ ਅਸੀਂ ਛੁੱਟਣਾ ਹੈ ਨਾ। ਥੈਂਕ ਯੂ ਸੀਮਾ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਈ ਨੇਮ ਇਜ਼ ਪਾਇਲ। ਪਾਇਲ, ਅੱਛਾ ਜੀ। ਮੇਰਾ ਤੁਹਾਨੂੰ ਇਹ ਕੁਐਸਚਨ ਆ ਕਿ ਅਸੀਂ ਗੁਰਬਾਣੀ ਦੇ ਵਿੱਚ ਪੜ੍ਹਦੇ ਹਾਂ ਸ਼੍ਰੀ ਜਪਜੀ ਸਾਹਿਬ ਦੇ ਵਿੱਚ ਸੋਦਰ ਵਾਲੀ ਪੌੜੀ ਆਉਂਦੀ ਆ, ਤੇ ਇੱਕ ਰਹਿਰਾਸ ਸਾਹਿਬ ਜੀ ਦੇ ਵਿੱਚ ਸੋਦਰ ਵਾਲੀ ਪੌੜੀ ਆਉਂਦੀ ਆ, ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਸੋਦਰ ਵਾਲੀ ਪੌੜੀ ਆਉਂਦੀ ਆ। ਇਹਨਾਂ ਤਿੰਨਾਂ ਵਿੱਚ ਡਿਫਰੈਂਸ ਕੀ ਆ? ਤੇ ਜਿਹੜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੋਦਰ ਵਾਲੀ ਪੌੜੀ ਆ ਉਹਦੀ ਲੈਂਗੁਏਜ ਕਿਹੜੀ ਆ? ਜਿਹੜੀ ਸੋਦਰ ਦੀ ਪੌੜੀ ਅਸੀਂ ਜਪਜੀ ਸਾਹਿਬ ਵਿੱਚ ਸਵੇਰੇ ਪੜ੍ਹਦੇ ਹਾਂ ਉਹਦੇ ਸੋਦਰ ਕਿਹਾ ਸੋ ਕਰ ਕਿਹਾ ਜਿਤ ਬੈ ਸਰਬ ਸੰਭਾਲੇ, ਇਸ ਤਰ੍ਹਾਂ ਆਉਂਦਾ ਹੈ। ਪਰ ਰਹਿਰਾਸ ਸਾਹਿਬ ਵਾਲੀ ਵਿੱਚ ਆਉਂਦਾ ਸੋਦਰ ਤੇਰਾ ਕਿਹਾ ਸੋ ਕਰ ਕਿਹਾ ਆਉਂਦਾ ਨਾ। ਦੋਵਾਂ ਵਿੱਚ ਅਰਥ ਦਾ ਕੋਈ ਫਰਕ ਨਹੀਂ ਹੈ। ਉਹ ਸਿਰਫ ਇੱਕ ਗੱਲ ਨੂੰ ਉਭਾਰ ਕੇ ਖੋਲ ਕੇ, ਹੋਰ ਕੇਤੇ ਗਾਵਨ ਸੇ ਮੈਂ ਚਿਤਨਾਵਨ, ਰਹਿਰਾਸ ਸਾਹਿਬ ਵਿੱਚ ਕਿਹਾ ਹੋਰ ਕੇਤੇ ਤੁਧਨੋਂ ਗਾਵਨ ਸੇ ਮੈਂ ਚਿਤਨਾਵਨ। ਸੋ ਤੁਧਨੋਂ ਕੌਣ ਹੈ? ਰੱਬ ਜੀ। ਔਰ ਜਦੋਂ ਰੱਬ ਜੀ ਦੇ ਦਰ 'ਤੇ ਪਹੁੰਚ ਕੇ ਮੇਰਾ ਮਨ ਉੱਥੇ ਪਹੁੰਚਦਾ ਹੈ ਔਰ ਰੱਬ ਜੀ ਦੇ ਗੁਣ ਲੈਂਦਾ ਹੈ ਤਾਂ ਮੇਰੇ ਇਹ ਸਾਰੇ ਔਰਗਨਸ ਵੀ ਮੇਰੇ ਮਨ ਨੂੰ ਕਹਿੰਦੇ ਨੇ ਹੋਰ ਕਿਤੇ ਤੁਧਨੋਂ ਗਾਵਨ। ਤੁਹਾਨੂੰ ਕਿੰਨੇ ਚੰਗੇ ਚੰਗੇ ਖਿਆਲ ਆਉਂਦੇ ਨੇ, ਸਾਨੂੰ ਵੀ ਅੱਖ ਨੂੰ ਨੱਕ ਕੰਨ ਨੂੰ ਦਿਓ। ਸੋ ਦਰਅਸਲ ਤੁਧਨੋਂ ਤੁਹਨੋਂ ਤੇਰੇ ਰੱਬ ਜੀ ਵਾਸਤੇ ਆਇਆ, ਪਰ ਉਸ ਦਰ 'ਤੇ ਪਹੁੰਚ ਕੇ ਫਿਰ ਮਨ ਵਾਸਤੇ ਵੀ ਟੁਕਾਵਾਂਗੇ। ਠੀਕ ਹੈ। ਲਫ਼ਜ਼ਾਂ ਦਾ ਫਰਕ ਹੈ, ਅਰਥ ਦਾ ਭਾਵ ਅਰਥ ਦਾ ਫਰਕ ਨਹੀਂ ਹੈ। ਤੇ ਜਿਹੜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਹ ਵਾਲੀ ਪੌੜੀ ਆ ਤੇ ਉਹਦੀ ਲੈਂਗੁਏਜ ਕਿਹੜੀ ਆ? ਉਹੀ ਜਿਹੜੀ ਅਸੀਂ ਜਪਜੀ ਸਾਹਿਬ ਵਿੱਚ ਪੜ੍ਹਦੇ ਹਾਂ ਔਰ ਰਹਿਰਾਸ ਸਾਹਿਬ ਵਿੱਚ ਪੜ੍ਹਦੇ ਹਾਂ, ਦੋਵਾਂ ਵਿੱਚ ਬਸ ਜਿਹੜਾ ਫਰਕ ਉਹੀ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਉਂਝ ਹੀ ਲਿਖਿਆ ਹੋਇਆ। ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਤਰੁਣਵੀਰ ਸਿੰਘ ਹੈ। ਤਰੁਣਜੀਤ ਸਿੰਘ। ਹਾਂਜੀ ਸਰ। ਸਰ ਮੇਰਾ ਕੁਐਸਚਨ ਇਹ ਹੈ ਵੀ ਅਸੀਂ ਸੁਣਦੇ ਆ ਰਹੇ ਹਾਂ ਮਨੁੱਖ ਦਾ ਜਨਮ ਜਿਹੜਾ 84 ਲੱਖ ਜੂਨਾਂ ਭੋਗ ਕੇ ਹੋਇਆ, ਮਨੁੱਖ ਦੇ ਮਰਨ ਤੋਂ ਬਾਅਦ ਮਨੁੱਖ 84 ਲੱਖ ਜੂਨਾਂ ਚਲ ਜਾਂਦਾ। ਇਹਦੇ ਬਾਰੇ ਕਈ ਭਰਮ ਭੁਲੇਖੇ ਬਣ ਗਿਆ ਕਿ ਇਹ ਸੱਚਮੁੱਚ 84 ਲੱਖ ਜੂਨਾਂ ਜੇ ਅਸੀਂ ਜਾਣਦੇ ਹਾਂ ਜਾਂ ਫਿਰ ਇਹ ਸਿਰਫ ਸਾਡੀ ਇੱਕ ਮੈਂਟਲੀ ਐਬਿਲਿਟੀ ਹੈ ਕਿ ਇਹ ਸੋਚਦੇ ਹਾਂ। ਤੁਸੀਂ ਇੱਕ ਲਫ਼ਜ਼ ਵਰਤ ਕੇ ਦੇਖੋ। ਸਾਡੇ ਘਰ 4 ਪ੍ਰਾਹੁਣੇ ਆਏ ਨੇ, ਉਹ 4 ਹੁੰਦੇ ਨੇ ਕਿ ਕੁਝ ਰਿਸ਼ਤੇਦਾਰ ਹੁੰਦੇ ਨੇ? ਰਿਸ਼ਤੇਦਾਰ ਹੁੰਦੇ ਨੇ ਕੁਝ। ਹਾਂਜੀ। ਅਸੀਂ ਬੋਲਦੇ ਹਾਂ ਕਿ ਸਾਡੇ ਘਰ ਪ੍ਰਾਹੁਣੇ ਆਏ ਨੇ 4 ਦਿਨ ਰਹਿਣਗੇ, ਉਹ ਸੱਚੀ ਮੁੱਚੀ 4 ਦਿਨ ਰਹਿੰਦੇ ਨੇ? ਕਈ ਵਾਰੀ 4 ਦਿਨ ਰਹਿ ਜਾਂਦੇ, ਕਈ ਵਾਰੀ ਘੱਟ ਜਾਂ ਫਿਰ ਵੱਧ ਹੋ ਜਾਂਦਾ। ਵੈਰੀ ਗੁੱਡ। ਕੀ ਨਾਮ ਬੋਲਿਆ? ਤਰੁਣਵੀਰ ਸਿੰਘ। ਤਰੁਣਵੀਰ ਸਿੰਘ ਜੀ। ਇਹਦਾ ਮਤਲਬ 4 ਜਿਹੜਾ ਲਫ਼ਜ਼ ਹੈ ਉਹ 4 ਅਸੀਂ ਇੰਝ ਵੀ ਵਰਤਦੇ ਨੇ। ਆਖਿਰਕਾਰ ਤੇ 4 ਰੋਟੀਆਂ ਹੀ ਖਾਣੀਆਂ, ਪਰ ਮੈਂ 2 ਖਾਂਦਾ ਵਾਂ, ਹੈ ਨਾ।
ਪਰ ਕੋਈ ਚਾਰ ਜ਼ਰੂਰੀ ਥੋੜ੍ਹਾ ਨਾ ਚਾਰ ਹੀ ਖਾਂਦਾ ਹੈ। ਉਹ ਇੱਕ ਈਡੀਅਮ ਬਣਿਆ ਹੋਇਆ ਹੈ। ਚਾਰ ਡਜ਼ ਨਾਟ ਮੀਨ 4। ਉਹ ਜ਼ਿੰਦਗੀ ਜੀ 4 ਦਿਨਾਂ ਦੀ ਹੈ। 4 ਦਿਨਾਂ ਦੀ ਹੁੰਦੀ ਹੈ? ਹਾਂਜੀ। ਨਹੀਂ ਹੁੰਦੀ ਨਾ। ਇਹਦਾ ਮਤਲਬ 4 ਇਜ਼ ਈਡੀਅਮ। ਕਰੈਕਟ? ਕਰੈਕਟ। ਚੰਗਾ। ਇਸ ਤਰ੍ਹਾਂ ਹੀ ਜਦੋਂ ਇਹ ਕਹਿਣਾ ਹੋਵੇ ਦੁਨੀਆ ਵਿੱਚ ਬੇਅੰਤ ਜੂਨੀਆਂ ਹਨ ਤਾਂ ਇੱਕ ਲਫ਼ਜ਼ ਪ੍ਰਚਲਿਤ ਹੋ ਗਿਆ 84 ਲੱਖ ਜੂਨੀਆਂ ਹਨ। ਓਕੇ। ਹਾਂਜੀ। ਸਾਇੰਸ ਦਿਨੋ ਦਿਨ ਖੋਜ ਕਰਦੀ ਰਹਿੰਦੀ ਹੈ। ਅਸੀਂ ਗੁਰਬਾਣੀ ਚੋਂ ਪੜ੍ਹ ਕੇ ਸਿੱਖਦੇ ਹਾਂ ਰੱਬ ਬੇਅੰਤ ਹੈ ਨਾ, ਤਾਂ 84 ਲੱਖ ਜੂਨ ਲਫ਼ਜ਼ ਪ੍ਰਚਲਿਤ ਕਰਨ ਵਾਲਿਆਂ ਨੇ ਕਿਹਾ ਅੰਡਜ, ਜੇਰਸ, ਚੇਤਜ, ਉਤਪੁਜ 4 ਕਿਸਮਾਂ ਦੀਆਂ ਖਾਣੀਆਂ ਹੁੰਦੀਆਂ, ਤਰੀਕੇ ਹੁੰਦੇ ਨੇ ਜਿਨ੍ਹਾਂ ਤੋਂ ਜੀਵ ਜੰਤ ਔਰ ਮਨੁੱਖ ਪੈਦਾ ਹੁੰਦੇ ਨੇ। ਹਾਂਜੀ। ਠੀਕ ਹੈ ਨਾ। ਹਾਂਜੀ। ਪਰ ਜਪਜੀ ਸਾਹਿਬ ਵਿੱਚ ਆਏਗਾ ਕੇਤੀਆਂ ਖਾਣੀ ਕੇਤੀਆਂ ਬਾਣੀ, ਤੇ ਬਾਅਦ ਹੈ ਨਾ। ਹਾਂਜੀ। ਆਉਂਦਾ ਨਾ ਕੇਤੀਆਂ ਖਾਣੀ। ਹਾਂਜੀ। ਕੇਤੀਆਂ ਤੇ 4 ਨਹੀਂ ਹੁੰਦਾ, ਕੇਤੀਆਂ ਤੇ ਮੈਂ ਨਹੀਂ ਹੁੰਦਾ। ਅਸੀਂ ਬਾਣੀ ਪੜ੍ਹ ਕੇ ਸਿੱਖਾਂਗੇ ਕਿ ਰੱਬ ਬੇਅੰਤ ਹੈ। ਇਹਦਾ ਮਤਲਬ ਇਹ ਵੀ ਹੈ ਕਿ ਰੱਬ ਜੀ ਦੀ ਸ੍ਰਿਸ਼ਟੀ ਵਿੱਚ ਕਿਤਨੀ ਜੂਨੀਆਂ ਨੇ ਕੋਈ ਗਿਣ ਨਹੀਂ ਸਕਦਾ। ਫਾਈਨ। ਅੱਛਾ, ਜਦੋਂ ਅਸੀਂ ਇਹ ਸਮਝ ਗਏ ਕਿ 4 ਇੱਕ ਲਫ਼ਜ਼ ਹੈ, ਇੱਕ ਈਡੀਅਮ ਹੈ, ਇੱਕ ਫਰੇਜ਼ ਹੈ, ਇੰਜ ਹੀ 84 ਲੱਖ ਜੂਨ ਵੀ ਰੱਬ ਜੀ ਦੀ ਬੇਅੰਤ ਜੂਨਾਂ ਨੂੰ ਕਹਿਣ ਦਾ ਇੱਕ ਲਫ਼ਜ਼ ਬਣਿਆ ਹੋਇਆ ਹੈ ਬਈ 84 ਲੱਖ ਜੂਨਾਂ ਨੇ। ਠੀਕ ਹੈ। ਹਾਂਜੀ। ਉੱਤਰ ਹੋ ਗਿਆ ਕੰਪਲੀਟ। ਹਾਂਜੀ ਸਰ। ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਰਿੰਪਲਪ੍ਰੀਤ ਕੌਰ ਹੈ। ਮੈਂ ਤੁਹਾਨੂੰ ਇਹ ਕੁਐਸਚਨ ਪੁੱਛਣਾ ਨਾਂ ਕੀ ਹੈ? ਰਿੰਪਲਪ੍ਰੀਤ ਕੌਰ। ਰਿੰਪਲ। ਹਾਂਜੀ। ਰਿੰਪਲਪ੍ਰੀਤ ਕੌਰ। ਅੱਛਾ ਜੀ। ਸਿੱਖ ਧਰਮ ਦਾ ਇੰਨਾ ਪ੍ਰਚਾਰ ਹੈ ਪਰ ਫਿਰ ਵੀ ਸਿੱਖ ਧਰਮ ਦੀ ਘੱਟ ਗਿਣਤੀ ਵਿੱਚ ਕਿਉਂ ਹਨ? ਜਿਸ ਦਾ ਮਰਜ਼ੀ ਪ੍ਰਚਾਰ ਕਰ ਲਓ, ਉਹਦੇ ਪ੍ਰਚਾਰ ਕਰਨ ਨਾਲ ਗਿਣਤੀ ਘੱਟ ਔਰ ਵੱਧ ਦਾ ਕੋਈ ਤਾਲੁਕ ਨਹੀਂ ਹੁੰਦਾ। ਠੀਕ ਹੈ। ਲੇਕਿਨ ਸੱਚ ਦੇ ਧਾਰਨੀ ਹਮੇਸ਼ਾ ਘੱਟ ਹੁੰਦੇ ਨੇ, ਹੈ ਨਾ। ਤੁਸੀਂ ਦੇਖੋਗੇ ਕਿ ਸਿਆਣਿਆਂ ਦੀ ਭੀੜ ਨਹੀਂ ਹੁੰਦੀ, ਤੇ ਜਿੱਥੇ ਭੀੜ ਹੋਵੇ ਉੱਥੇ ਸਿਆਣੇ ਨਹੀਂ ਹੁੰਦੇ। ਠੀਕ ਹੈ। ਜਿਹੜੇ ਦੇਹਧਾਰੀ ਗੁਰਤਾ ਜਾਂ ਕਿਸੇ ਵੀ ਕਿਸਮ ਦੀ ਆਪਣੀ ਭੀੜ ਬਣਾ ਕੇ ਸੰਗਤਾਂ ਨੂੰ ਭਰਮਾਉਂਦੇ ਨੇ, ਉਹਨਾਂ ਦਾ ਕਹਿਣ ਦਾ ਮਤਲਬ ਹੁੰਦਾ ਇੱਥੇ ਇੰਨੇ ਲੱਖਾਂ ਕਰੋੜਾਂ ਸਾਡੇ ਚੇਲੇ ਨੇ, ਉਹ ਗਿਣਤੀ ਹੋ ਗਈ। ਅੱਛਾ ਬੱਚੇ, ਰੋਟੀ ਖਾਣ ਵਿੱਚ ਸੁੱਖ ਹੈ ਕਿ ਜ਼ਿਆਦਾ ਰੋਟੀਆਂ ਵਿੱਚ ਸੁੱਖ ਹੈ? ਰੋਟੀ ਖਾਣ 'ਚ। ਵਾਹ ਰਿੰਪਲਪ੍ਰੀਤ ਜੀ, ਰੋਟੀ ਖਾਣ ਵਿੱਚ ਸੁੱਖ ਹੈ, ਜ਼ਿਆਦਾ ਰੋਟੀਆਂ 'ਚ ਸੁੱਖ ਨਹੀਂ ਹੈ। ਅੱਛਾ, ਪੈਸੇ ਦੇ ਨਾਲ ਬੱਤੀ ਆ ਜਾਏਗੀ, ਪੱਖਾ ਚੱਲ ਜਾਏਗਾ, ਪੈਸੇ ਦੇ ਨਾਲ ਸਾਡੇ ਘਰ ਗੈਸ ਦਾ ਚੁੱਲ੍ਹਾ ਆ ਜਾਏਗਾ, ਅਸੀਂ ਰੋਟੀ ਪਕਾ ਸਕਾਂਗੇ, ਹੈ ਨਾ। ਪਰ ਪੈਸੇ ਦੇ ਨਾਲ ਏਅਰ ਕੰਡੀਸ਼ਨ ਲੱਗ ਜਾਏ ਔਰ ਮੇਰੀ ਵੋਟੀ ਨਾਲ ਲੜਾਈ ਰਵੇ, ਸੁੱਖ ਪੈਸੇ ਵਿੱਚ, ਜ਼ਿਆਦਾ ਪੈਸੇ ਵਿੱਚ ਹੈ ਕਿ ਸਿਰਫ ਸਹੂਲਤਾਂ ਪੂਰੀਆਂ ਕਰਨ ਵਾਸਤੇ ਆਪਣੇ ਦੀਵੇ ਦੇ ਵਾਸਤੇ ਤੇਲ 'ਚ ਸੁੱਖ ਹੈ? ਵਾਹ, ਇਹਦਾ ਮਤਲਬ ਗਿਣਤੀਆਂ ਮਿਣਤੀਆਂ ਨਾਲ ਕੁਝ ਨਹੀਂ ਹੁੰਦਾ ਬੱਚੇ, ਹੈ ਨਾ। ਸ਼ੇਰ ਭਾਵੇਂ ਜੰਗਲ ਵਿੱਚ ਇੱਕ ਹੁੰਦਾ ਪਰ ਜੰਗਲ ਦਾ ਰਾਜਾ ਹੋਤਾ ਹੈ ਨਾ। ਸੋ ਇਸ ਗੱਲ ਦੀ ਪਰਵਾਹ ਨਾ ਕਰੋ। ਪਰਵਾਹ ਕੀ ਕਰਨੀ ਚਾਹੀਦੀ ਹੈ? ਜੇ ਮੈਨੂੰ ਸਿੱਖੀ ਨਾਲ ਪਿਆਰ ਹੈ ਤਾਂ ਮੈਂ ਗੁਰ ਕਿਆ ਸਾਕਾਰ ਕਮਾਵੋ ਵਾਲਾ ਚੰਗਾ ਸੁਚੱਜਾ ਜੀਵਨ ਜੀਣਾ ਹੈ। ਸੋ ਜੇ ਮੈਂ ਥੋੜ੍ਹੇ ਜਿਹੇ ਸਿੱਖ ਨੇ ਔਰ ਉਹ ਸ਼ਰਾਬ ਨਹੀਂ ਪੀਂਦੇ, ਵਾਹ ਵਾਹ। ਥੋੜ੍ਹੇ ਜਿਹੇ ਸਿੱਖ ਨੇ ਉਹ ਦਾਜ ਨਹੀਂ ਲੈਂਦੇ, ਵਾਹ ਵਾਹ। ਥੋੜ੍ਹੇ ਜਿਹੇ ਸਿੱਖ ਨੇ ਸਾਰੀ ਦੁਨੀਆ ਅੱਗੇ ਸੱਚਾ ਜੀਵਨ ਜੀਂਦੇ ਨੇ, ਵਾਹ ਵਾਹ। ਗਿਣਤੀ ਮਿਣਤੀ ਨਾਲ ਨਹੀਂ, ਸਾਨੂੰ ਕੁਆਲਿਟੀ ਨਾਲ ਜੀਣਾ ਹੈ। ਕੁਆਲਿਟੀ ਇਜ਼ ਬੈਟਰ ਦੈਨ ਕੁਆਂਟੀਟੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਸਿਮਰਨਜੀਤ ਕੌਰ ਆ ਤੇ ਮੈਂ 9ਵੀਂ ਜਮਾਤ ਵਿੱਚ ਪੜ੍ਹਦੀ ਹਾਂ। ਤੇ ਮੇਰਾ ਕੁਐਸਚਨ ਇਹ ਆ ਕਿ ਜਿਹੜਾ ਥੋੜਾ ਮੈਂ ਆਸਤਾ ਵੀ ਬੋਲ ਸਕਦੀ ਹਾਂ, ਹੈ ਨਾ। ਮੇਰਾ ਨਾਂ ਸਿਮਰਨਪ੍ਰੀਤ ਕੌਰ ਹੈ ਔਰ ਮੈਂ 9ਵੀਂ ਜਮਾਤ ਵਿੱਚ ਪੜ੍ਹਦੀ ਹਾਂ। ਅੱਛਾ, ਮੇਰਾ ਕੁਐਸਚਨ ਇਹ ਆ ਕਿ ਜਿਹੜਾ ਮਨੁੱਖ ਆ ਉਹਦੀ ਜ਼ਿੰਦਗੀ ਦਾ ਸਭ ਤੋਂ ਪਹਿਲਾ ਕੱਪੜਾ ਲੰਗੋਟ ਆ ਜਿਹਦੀ ਕੋਈ ਜੇਬ ਨਹੀਂ, ਤੇ ਜਿਹੜਾ ਆਖਰੀ ਕੱਪੜਾ ਆ ਉਹ ਵੀ ਕਫਨ ਜਿਹਦੀ ਕੋਈ ਜੇਬ ਨਹੀਂ। ਫਿਰ ਵਾਓ। ਮਨੁੱਖ ਨੂੰ ਜੇਬਾਂ ਭਰਨ ਦਾ ਲਾਲਚ ਕਿਉਂ ਆ? ਇੰਨਾ ਮੁਸ਼ਕਿਲ ਸਵਾਲ ਕਿਹਨੇ ਦੱਸਿਆ ਤੁਹਾਨੂੰ? ਜੀ ਬਸ। ਤੁਹਾਨੂੰ ਆਪੇ ਹੀ ਖਿਆਲ ਆ ਗਿਆ? ਹਾਂ। ਅੱਛਾ,
ਬੱਚੇ ਮਨੁੱਖ ਨੂੰ ਨਾ ਸੰਤੋਖ ਨਹੀਂ ਹੈ। ਹਾਂਜੀ ਸੰਤੋਖ ਇਜ਼ ਕਾਲਡ ਕੰਟੈਂਟਮੈਂਟ, ਹੈ ਨਾ। ਜਦੋਂ ਮਨੁੱਖ ਸੰਤੋਖੀ ਨਹੀਂ ਹੋਏਗਾ ਤਾਂ ਸੰਤੋਖ ਦਾ ਉਲਟਾ ਕੀ ਹੁੰਦਾ ਹੈ? ਤ੍ਰਿਸ਼ਨਾ। ਤ੍ਰਿਸ਼ਨਾ ਦਾ ਮਤਲਬ ਹੋਰ ਤੇ ਹੋਰ ਮਿਲੇ, ਹੈ ਨਾ। ਉਹ ਜਦੋਂ ਹੋਰ ਤੇ ਹੋਰ ਮਿਲੇ, ਤੇਰਾ ਵੀ ਮਿਲੇ, ਉਹਦਾ ਵੀ ਮਿਲੇ, ਸਭ ਦਾ ਮਿਲੇ, ਸਾਰੀ ਦੁਨੀਆ ਨੂੰ ਲੁੱਟ ਕੇ ਮੇਰੇ ਕੋਲ ਹੀ ਸਭ ਕੁਝ ਆ ਜਾਏ, ਇਹਨੂੰ ਕਈ ਕਹਿੰਦੇ ਨੇ ਗਰੀਡੀ ਡੌਗ, ਲਾਲਚੀ ਕੁੱਤਾ, ਹੈ ਨਾ। ਹਾਂਜੀ ਸੋ ਜਦੋਂ ਲਾਲਚ ਆਉਂਦੀ ਹੈ ਨਾ, ਲੋਭ ਦੇ ਕਾਰਨ ਤ੍ਰਿਸ਼ਨਾ ਵੱਧਦੀ ਹੈ। ਜਿਤਨਾ ਲੋਭ ਔਰ ਤ੍ਰਿਸ਼ਨਾ ਵੱਧਦੀ ਜਾਂਦੀ ਹੈ ਉਤਨਾ ਸੰਤੋਖ ਘਟਦਾ ਜਾਂਦਾ ਹੈ। ਤਾਂ ਕਰਕੇ ਲੋਕੀ ਢੇਰ ਸਾਰੀਆਂ ਜੇਬਾਂ ਬਣਾ ਕੇ ਭਰਨਾ ਚਾਹੁੰਦੇ ਨੇ। ਮਨੁੱਖ ਨੂੰ ਜਦੋਂ ਇੰਨਾ ਪਤਾ ਵਾ ਕਿ ਮਰਨ ਲੱਗੇ ਉਹ ਸੂਈ ਵੀ ਨਹੀਂ ਖਾ ਸਕਦਾ, ਫਿਰ ਅਜਿਹਾ ਉਹ ਕਿਉਂ ਕਰਦਾ ਹੈ? ਕਿਹੜੇ ਮਨੁੱਖ ਨੂੰ ਪਤਾ ਹੈ ਬੱਚੇ? ਅਸੀਂ ਸਭ ਜਾਣਦੇ ਆ, ਪਰ ਜਿਹੜਾ ਲੋਭੀ ਆ ਉਹ ਨਹੀਂ ਜਾਣਦਾ, ਉਹ ਭੁੱਲ ਜਾਂਦਾ ਹੈ ਇੰਨੀ ਗੱਲ। ਤੁਸੀਂ ਸਿਮਰਨਪ੍ਰੀਤ ਕੌਰ ਆਪਣਾ ਨਾਮ ਬੋਲਿਆ ਨਾ, ਸਿਮਰਨਜੀਤ ਸਿਮਰਨਜੀਤ ਕੌਰ। ਬੱਚੇ ਹੁਣ ਮਨੁੱਖ ਨੂੰ ਪਤਾ ਹੈ ਕਿ ਨਹੀਂ, ਤੁਸੀਂ ਆਪਣੇ ਆਪ ਨੂੰ ਛੁਡਾ ਲਓ ਇਹਦੇ ਤੋਂ। ਲੋਕਾਂ ਨੂੰ ਕੀ ਪਤਾ ਹੈ ਲੋਕੀ ਇਦਾਂ ਕਿਉਂ ਕਰਦੇ ਨੇ, ਲੋਕਾਂ ਨੂੰ ਇਦਾਂ ਕਰਨਾ ਚਾਹੀਦਾ, ਪੀਪਲ ਸ਼ੁੱਡ ਨਾਟ ਡੂ ਦਿਸ, ਪੀਪਲ ਸ਼ੁੱਡ ਡੂ ਦਿਸ। ਇਹ ਸਾਰੀ ਗੱਲ ਤੋਂ ਨਾ ਆਪਣੇ ਆਪ ਨੂੰ ਛੁਡਾ ਲਓ। ਤੁਸੀਂ ਇਹ ਸਿੱਖਣਾ ਹੈ, ਸਮਝਣਾ ਹੈ ਕਿ ਮੈਂ ਸਿਮਰਨਜੀਤ ਕੌਰ ਹਾਂ, ਮੈਨੂੰ ਕੀ ਕਰਨਾ ਚਾਹੀਦਾ, ਠੀਕ ਹੈ। ਫਿਰ ਨਾ ਆਪਣੀਆਂ ਜੇਬਾਂ ਭਰਨੀਆਂ ਤੇ ਨਾ ਉਸ ਪਾਸੇ ਜਾਣਾ ਹੈ। ਕਿਸੇ ਹੋਰ ਨੂੰ ਨਹੀਂ ਨਾ ਅਸੀਂ ਸਿਖਾ ਸਕਦੇ। ਬਸ ਤੁਸੀਂ ਕੁਐਸਚਨ ਕਿਸੇ ਮਨੁੱਖ ਵਾਸਤੇ ਕੀਤਾ ਕਿ ਸਿਮਰਨਜੀਤ ਕੌਰ ਵਾਸਤੇ ਕੀਤਾ? ਸਾਰਿਆਂ ਵਾਸਤੇ ਕੀਤਾ ਹੈ ਕਿ ਜਿਹੜੇ ਸੁਣ ਰਹੇ ਆ ਉਹ ਵੀ ਇਹਦੇ ਤੋਂ ਕੁਝ ਸਿੱਖਣ, ਤੇ ਬਾਕੀ ਜਿਹੜੇ ਉਹਨਾਂ ਦੇ ਘਰ ਲਾਗੇ ਛਾਗੇ ਆ ਉਹਨਾਂ ਨੂੰ ਵੀ ਸਮਝਾਉਣ। ਵਾਹਿਗੁਰੂ, ਮਤਲਬ ਜਿਹੜੇ ਸੁਣ ਰਹੇ ਨੇ ਉਹ ਵੀ ਜ਼ਰੂਰ ਸਿੱਖਣ, ਉਹਨਾਂ ਦੇ ਲਾਗੇ ਛਾਗੇ ਵਾਲੇ ਵੀ ਜ਼ਰੂਰ ਸਿੱਖਣ। ਬੱਚੇ ਸਿਰ ਪੀੜ ਹੋ ਜਾਏਗੀ, ਉਹ ਨਹੀਂ ਸਿੱਖਣਗੇ। ਅਸੀਂ ਲੋਕਾਂ ਨੂੰ ਸੁਣਾਉਣ ਵਾਸਤੇ ਥੋੜ੍ਹਾ ਨਾ ਸਿੱਖਦੇ ਹਾਂ, ਅਸੀਂ ਆਪਣੇ ਸਿੱਖਣ ਵਾਸਤੇ ਸਿੱਖਦੇ ਹਾਂ। ਹੁਣ ਇੱਥੇ ਤੁਹਾਨੂੰ ਟੀਚਰ ਪੜ੍ਹਾਉਂਦਾ ਹੈ ਜਾਂ ਪੜ੍ਹਾਉਂਦੀ ਹੈ ਤਾਂ ਤੁਸੀਂ ਉਸ ਵੇਲੇ ਥੋੜ੍ਹਾ ਨਾ ਸੋਚ ਰਹੇ ਹੁੰਦੇ ਕਿ ਮੇਰੇ ਪੜੋਸੀ ਆ ਕੇ ਸਿੱਖਣ, ਹੈ ਨਾ। ਜਦੋਂ ਅਸੀਂ ਸੱਚ ਸਿੱਖਦੇ ਹਾਂ, ਸੱਚ ਦੂਜਿਆਂ ਨਾਲ ਸਾਂਝ ਕਰਦੇ ਹਾਂ, ਉਹਦਾ ਮਤਲਬ ਹੁੰਦਾ ਹੈ ਅਸੀਂ ਨਦੀ ਖੋਦ ਰਹੇ ਹਾਂ, ਤੁਸੀਂ ਵੀ ਲੈਣਾ ਹੈ ਤੇ ਇਹਦੇ 'ਚੋਂ ਅੰਮ੍ਰਿਤ ਪੀ ਲਓ, है ना। जिनको लगी प्यास अमृत से ही खाए, ठीक है ना। बस सच बनना है, सच जीना है। सतगुर की बाणी सत स्वरूप है, गुरबाणी बनी है तो असी सच जी के सच्चा जीवन साडा दूजिया वास्ते रोल मॉडल बने। सानू देख के कोई सीखना चाहता होवे वाह भला, पर असी हर किसी नाल सच दी सांझ करनी है, पर हर किसी ਨੂੰ ਸਿਖਾ ਕੇ ਸਿੱਧੇ ਰਾਹ ਪਾ ਕੇ ਸ਼ੁੱਡ ਵੀ ਆਰਡਰ ਨਹੀਂ ਲਗਾਣਾ, ਠੀਕ ਹੈ। ਆਪਣੇ ਵਾਸਤੇ ਸਿੱਖਣਾ। ਤੇ ਜਿਹਦੇ ਮਨ 'ਚ ਚਾਹ ਹੋਵੇ ਕਿ ਮੈਂ ਇਹ ਚੀਜ਼ ਸਿੱਖਣੀ ਆ, ਉਹਦੀ ਹੈਲਪ ਕਰ ਸਕਦੇ ਹੋ। ਹਾਂਜੀ, ਪਰ ਪਹਿਲਾਂ ਆਪ ਸਿੱਖਾਂਗੇ ਨਾ। ਹਾਂਜੀ ਵਾਹ, ਘੁੰਮ ਕੇ ਗੱਲ ਆ ਜਾਏਗੀ ਆਪਣੇ ਤੇ। ਭੁਪਿੰਦਰ ਸਿੰਘ ਨੇ ਸਿੱਖਣਾ ਹੈ, ਐਂਜੀ ਸਿਮਰਨਜੀਤ ਕੌਰ ਨੇ ਸਿੱਖਣਾ ਹੈ। ਬਸ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਅੰਸ਼ਿਕਾ ਠਾਕੁਰ ਹੈ। ਅੰਸ਼ਿਕਾ ਠਾਕੁਰ। ਅੰਸ਼ਿਕਾ ਦਾ ਮਤਲਬ ਕੀ ਹੁੰਦਾ ਹੈ? ਸਭ ਤੋਂ ਛੋਟਾ। ਵਾਓ, ਵੈਰੀ ਨਾਈਸ ਨੇਮ। ਹਾਂਜੀ ਅੰਸ਼ਿਕਾ ਠਾਕੁਰ ਜੀ, ਕਿਹੜੀ ਕਲਾਸ ਪੜ੍ਹਦੇ ਹੋ? ਆਈ ਐਮ ਇਨ +1 ਸਟੈਂਡਰਡ। ਅੱਛਾ। ਮੇਰਾ ਕੁਐਸਚਨ ਇਹ ਹੈ ਕਿ ਆਨੰਦ ਸਾਹਿਬ ਦੀ ਇੱਕ ਤੁਕ ਵਿੱਚ ਲਿਖਿਆ ਹੈ, ਨੌ ਦੁਆਰੇ ਪ੍ਰਗਟ ਕੀਤੇ, ਦਸਵਾਂ ਗੁਪਤ ਰਖਾਇਆ। ਜਿਹੜੇ 9 ਦੁਆਰੇ ਪ੍ਰਗਟ ਕੀਤੇ ਆ ਉਹ ਸਾਡੀਆਂ ਇੰਦਰੀਆਂ ਨੇ, ਔਰ ਜਿਹੜਾ 10ਵਾਂ ਗੁਪਤ ਰਖਾਇਆ ਉਹ ਕਿਹੜਾ ਹੈ, ਉਹਨੂੰ ਕਿਸ ਤਰ੍ਹਾਂ ਪ੍ਰਾਪਤ ਕੀਤਾ ਜਾ ਸਕਦਾ ਹੈ? ਅਸੀਂ ਇਹ ਮੰਨ ਗਏ ਕਿ ਸਾਡੇ ਅੰਦਰ ਰੱਬ ਜੀ ਵਸਦੇ ਨੇ, ਹਾਂਜੀ, ਹੈ ਨਾ। ਜਦੋਂ ਅਸੀਂ ਅੱਜ ਪੜ੍ਹਿਆ ਸੀ ਜੀਓ ਪੀਓ ਬੂਝੋ ਨਹੀਂ, ਹੈ ਨਾ। ਮੇਰੇ ਅੰਦਰ ਜਿੱਥੇ ਰੱਬ ਜੀ ਵਸਦੇ ਨੇ ਨਾ, ਉਹਨੂੰ 10ਵਾਂ ਦੁਆਰ ਕਹਿੰਦੇ ਨੇ। ਸਿੱਧ ਜੋਗੀ 10ਮ ਦੁਆਰ ਸਮਝਦੇ ਸੀ ਮਾਈਂਡ, ਬ੍ਰੇਨ, ਹੈ ਨਾ। ਉਹ ਸਾਹ ਰੋਕ ਕੇ ਜੀ ਪੁੱਠੀ ਕਰਕੇ ਨੱਕ ਤੋਂ ਸਵਾਸ ਉੱਪਰ ਚੜਾ ਕੇ 10ਮ ਦੁਆਰ ਖੋਲ੍ਹਣ ਦੀਆਂ ਗੱਲਾਂ ਕਰਦੇ ਸੀ। ਗੁਰੂ ਸਾਹਿਬ ਕਹਿੰਦੇ ਨੇ ਤੇ ਜੇ ਤੇਰਾ ਮਨ ਠੀਕ ਨਹੀਂ ਹੈ ਨਾ, ਤੂੰ ਆਪਣੇ ਮਨ ਨੂੰ ਠੀਕ ਕਰ ਲੈ। ਮਨ ਨੂੰ ਠੀਕ ਕਰਨ ਵਾਸਤੇ ਸਤਿਗੁਰ ਦੀ ਮੱਤ ਲੈ ਲੈ।
ਸਤਿਗੁਰ ਮਤਲਬ ਰੱਬ ਜੀ ਅੰਦਰ ਵਸਦੇ ਨੇ। ਜਿੱਥੇ ਅੰਦਰ ਵਸਦੇ ਨੇ ਮਨ ਉੱਥੇ ਅੰਦਰ ਚਲਾ ਜਾਂਦਾ ਹੈ, ਮਨ ਦੇ ਕਪਾਟ ਖੁੱਲ ਜਾਂਦੇ ਨੇ, ਮਨ ਨੂੰ ਅਕਲ ਆ ਜਾਂਦੀ ਹੈ, ਉਹਨੂੰ ਦਸਮ ਦੁਆਰ ਦਾ ਖੁੱਲ੍ਹਣਾ ਕਹਿੰਦੇ ਨੇ। ਠੀਕ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਨਵਜੋਤ ਕੌਰ ਹੈ। ਮੈਂ 7ਵੀਂ ਕਲਾਸ ਵਿੱਚ ਪੜ੍ਹਦੀ ਹਾਂ। ਮੇਰਾ ਕੁਐਸਚਨ ਇਹ ਹੈ ਕਿ ਬ੍ਰਹਮ ਗਿਆਨੀ ਕੌਣ ਹੁੰਦਾ ਹੈ? ਵਾਹ। ब्रह्म ज्ञानी गुरबाणी मुताबक होता है सब सृष्ट का करता। सारी सृष्टि ਨੂੰ कौन बनाता है बच्चे? माइक। प्रभु रब जी बनाते ने ना। तो आगे आएगा ब्रह्म ज्ञानी सब सृष्ट का करता दा आंसर आएगा ब्रह्म ज्ञानी आप परमेश्वर। सो ब्रह्म ज्ञानी कौन होया? ਵਾਹਿਗੁਰੂ। वाह ਪ੍ਰਭੂ। वाह। ਤੁਸੀਂ ਤੇ ਉੱਤਰ ਦੇ ਦਿੱਤਾ, ਮੈਨੂੰ ਦੇਣਾ ਹੀ ਨਹੀਂ ਪਿਆ। ਰੱਬ ਜੀ ਕਰਤਾ ਨੇ, ਬਾਣੀ ਮੁਤਾਬਕ ਰੱਬ ਜੀ ਸ੍ਰਿਸ਼ਟੀ ਦਾ ਕਰਤਾ ਨੇ। ਬ੍ਰਹਮ ਗਿਆਨੀ ਸਭ ਸ੍ਰਿਸ਼ਟ का करता। गॉड इज क्रिएटर, गॉड इज कॉल्ड ब्रह्म ज्ञानी। ब्रह्म ज्ञानी आप परमेश्वर, गॉड इज कॉल्ड परमेश्वर, गॉड इज परमेश्वर। करता रब जी, प्रभ, वाहिगुरु, गॉड, अल्लाह, खुदा, राम, बीठल, हरि, है ना। सो गॉड ही ब्रह्म ज्ञानी होता है। क्यों? क्योंकि ब्रह्म ज्ञानी बारे बाणी अंदर आया है, रब जी बारे आया है कि रब जी पढ़ो एक ओंकार ਏਕ ਓੰਕਾਰ ਸਤ- ਸਤਨਾਮ ਕਰਤਾ ਪੁਰਖ। करता पुरख। रब जी करता पुरख ने ना, करता पुरख ब्रह्म ज्ञानी है रब जी ने। आगे चलो। निरभਉ ਨਿਰਵੈਰ ਅਕਾਲ ਮੂਰਤ। अकाल मूरत। रब जी कदे मरदे नहीं ने, काल तो रहत ने, है ना। दोबारा बोलो। ਅਕਾਲ ਪੁਰਖ। रब जी अकाल ने। अकाल का मतलब की होंदा? इमोर्टल, है ना, इटरनल, जो कदे मरदे ही नहीं। तो बाणी च आएगा ब्रह्म ज्ञानी सद जीव है, नहीं मरता। रब जी कदे मरदे ही नहीं ने। रब जी आद सच, जुगाद सच, है भी सच, नानक होसी भी सच। जे रब जी मरदे ही नहीं ने तो जो इंसान मर जाता है वो ब्रह्म ज्ञानी नहीं हो सकता। आंसर हो गया। कौन है ब्रह्म ज्ञानी? ਵਾਹਿਗੁਰੂ ਪ੍ਰਭੂ। वाह। ਤੁਹਾਡਾ ਸਵਾਲ ਕੀ ਸੀ? ਬ੍ਰਹਮ ਗਿਆਨੀ ਕੌਣ ਹੁੰਦਾ ਹੈ? आंसर की निकलिया? ਵਾਹਿਗੁਰੂ। वाह। थैंक यू। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਕਮਲਜੀਤ ਕੌਰ ਹੈ। ਮੇਰੀ ਕਲਾਸ 9th ਹੈ। ਮੇਰਾ ਤੁਹਾਨੂੰ ਇਹ ਸਵਾਲ ਹੈ ਕਿ ਕਹਿੰਦੇ ਹਨ ਕਿ ਨਰਕ ਸਵਰਗ ਹੁੰਦਾ ਹੈ, ਵੀ ਜੋ ਲੋਕ ਮੰਦੇ ਕਰਮ ਕਰਦੇ ਹਨ ਉਹ ਨਰਕ ਵਿੱਚ ਜਾਂਦੇ ਹਨ ਤੇ ਜੋ ਲੋਕ ਚੰਗੇ ਕਰਮ ਕਰਦੇ ਹਨ ਉਹ ਸਵਰਗ ਵਿੱਚ ਜਾਂਦੇ ਹਨ। ਕਿ ਸੱਚ ਵਿੱਚ ਨਰਕ ਸਵਰਗ ਹੁੰਦਾ ਹੈ? ਤੁਸੀਂ ਨਾਂ ਕੀ ਬੋਲਿਆ? ਕਮਲਜੀਤ ਕੌਰ। ਕਮਲਜੀਤ ਕੌਰ ਜੀ। ਅੱਛਾ, ਉਹ ਨਰਕ ਵਿੱਚ ਜਾਂਦੇ ਹਨ ਕਿ ਸਵਰਗ ਵਿੱਚ? ਕਦੋਂ? ਵੀ ਜਿਹੜੇ ਮਰ ਜਾਂਦੇ ਆ ਵੀ ਜਦੋਂ ਮਰ ਜਾਂਦੇ ਨੇ। ਹਾਂਜੀ। ਅੱਛਾ, ਕੌਣ ਕਹਿੰਦਾ ਹੈ? ਤੁਸੀਂ ਪਹਿਲੇ ਕੁਐਸਚਨ ਸ਼ੁਰੂ ਕੀਤਾ, ਕਹਿੰਦੇ ਹਨ। ਕੌਣ ਕਹਿੰਦਾ ਹੈ? ਵੀ ਲੋਕੀ ਸਭ ਲੋਕ ਆਮ ਹੀ ਕਹਿੰਦੇ ਹਨ। ਪਰ ਉਹ ਤੇ ਉਹਨੇ ਮਰੇ ਨਹੀਂ। ਉਹਨਾਂ ਨੂੰ ਕਿਵੇਂ ਪਤਾ ਮਰਨ ਤੋਂ ਬਾਅਦ ਕੀ ਹੁੰਦਾ ਹੈ? ਅੱਛਾ, ਜੋ ਮਰ ਜਾਂਦਾ ਉਹ ਵਾਪਸ ਆ ਕੇ ਦੱਸਦਾ ਹੈ? ਨਹੀਂ। ਇਹਦਾ ਮਤਲਬ ਜਿਹੜਾ ਮਰ ਜਾਂਦਾ ਉਹ ਨਰਕ ਵਿੱਚ ਗਿਆ ਕਿ ਸਵਰਗ ਵਿੱਚ ਗਿਆ, ਉਹ ਵਾਪਸ ਹੀ ਨਹੀਂ ਆਉਂਦਾ, ਹੈ ਨਾ। ਤਾਂ ਇਹਦਾ ਮਤਲਬ ਇਹ ਗੱਲ ਟਕੋਸਲਾ ਬਣਾਈ ਹੋਈ ਹੈ। ਅੱਛਾ, ਦੂਜੀ ਗੱਲ, ਬੱਚੇ ਨਰਕ ਦੇ ਅੰਦਰ ਹੁੰਦਾ ਕੀ ਹੈ? ਕਹਿੰਦੇ ਹਨ ਜੋ ਮਾੜੇ ਕਰਮ ਕਰਦੇ ਹਨ। ਦੁੱਖ ਭੋਗਣੇ ਪੈਂਦੇ ਨੇ, ਹੈ ਨਾ। ਅੱਛਾ, ਸਵਰਗ ਦੇ ਅੰਦਰ ਸੁੱਖ ਮਿਲਦਾ ਹੈ। ਤਾਂ ਜੇ ਅਸੀਂ ਇੱਥੇ ਜੀਂਦੇ ਜੀ ਮਰਨ ਤੋਂ ਪਹਿਲਾਂ ਚੰਗੇ ਕੰਮ, ਚੰਗੇ ਖਿਆਲ, ਦੁਨੀਆ ਦੀ ਸੇਵਾ ਕਰੀਏ, ਵਿੱਚ ਸੰਗਤ ਹਰ ਪ੍ਰਭ ਬਸੈ ਜੀਓ, ਤਾਂ ਰੱਬ ਜੀ ਸੰਗਤ ਵਿੱਚ ਵਸਦੇ ਨੇ। ਫਿਰ ਆਏਗਾ ਸੱਚਖੰਡ ਵਸੈ ਨਿਰੰਕਾਰ, ਰੱਬ ਜੀ ਸੱਚਖੰਡ ਵਿੱਚ ਵਸਦੇ ਨੇ, ਹੈ ਨਾ। ਫਿਰ ਆਏਗਾ
ਕਉ ਕਬੀਰੇ ਕਈਏ ਕਾਏ ਸਾਧ ਸੰਗਤ ਬੈਕੁੰਠੇ ਆਏ। ਇਹਦਾ ਮਤਲਬ ਜੀਂਦੇ ਜੀ ਰੱਬ ਜੀ ਬੈਕੁੰਠੀ 'ਚ ਰਹਿੰਦੇ ਨੇ ਜੇ ਮੈਂ ਸੱਚ ਦੀ ਸੰਗਤ ਕਰਾਂ। ਤਾਂ ਜਦੋਂ ਜੀਂਦੇ ਜੀ ਅਸੀਂ ਰੱਬ ਜੀ ਦੇ ਗੁਣਾਂ ਨਾਲ ਜੀਂਦੇ ਆ ਨਾ, ਇਹਨੂੰ ਬੈਕੁੰਠ ਕਹਿੰਦੇ ਨੇ, ਇਹਨੂੰ ਪਰਲੋਕ ਕਹਿੰਦੇ ਨੇ, ਇਹਨੂੰ ਸਵਰਗ ਕਹਿੰਦੇ ਨੇ, ਇਹਨੂੰ ਹੈਵਨ ਕਹਿੰਦੇ ਨੇ, ਇਹਨੂੰ ਪੈਰਾਡਾਈਜ਼ ਕਹਿੰਦੇ ਨੇ, ਹੈ ਨਾ ਜੀਂਦੇ ਜੀ, ਕਿਉਂਕਿ ਮੈਂ ਸੁਖੀ ਹੋ ਜਾਵਾਂਗਾ। ਕਰੈਕਟ। ਅੱਛਾ, ਜੇ ਮੈਂ ਮੰਦੇ ਖਿਆਲ ਸੋਚਾਂ ਤਾਂ ਮੈਂ ਵੀ ਅਪਸੈਟ ਰਹਾਂਗਾ ਔਰ ਮੈਂ ਮੰਦੇ ਕਰਮ ਕਰਾਂਗਾ, ਤਾਂ ਮੈਂ ਕਿੱਥੇ ਹਾਂ? ਨਰਕ 'ਚ ਹਾਂ। ਸੋ ਹੁਣ ਸੋਚਣਾ ਹੈ ਕਿ ਜੋ ਕਹਿੰਦੇ ਨੇ ਉਹਨਾਂ ਦੀ ਸਟੇਟਮੈਂਟ ਦੇ ਪਿੱਛੇ ਦਰਅਸਲ ਭਾਵ ਅਰਥ ਇਹ ਹੈ ਕਿ ਇੱਥੇ ਜੇ ਚੰਗੇ ਕੰਮ ਕਰੋ ਤਾਂ ਸਵਰਗ ਵਿੱਚ ਹੋ, ਇੱਥੇ ਜੇ ਮੰਦੇ ਕੰਮ ਕਰੋ ਤਾਂ ਤੁਸੀਂ ਹੁਣੇ ਨਰਕ ਵਿੱਚ ਹੋ। ਬਾਣੀ ਕਹਿੰਦੀ ਹੈ ਹੇ ਕਾਮੰ ਨਰਕ ਵਿਸ਼ਰਾਮੰ। ਜਦੋਂ ਤੂੰ ਕਾਮ ਸੋਚਦਾ ਹੈ, ਕ੍ਰੋਧ ਸੋਚਦਾ ਹੈ, ਲੋਭ ਸੋਚਦਾ ਹੈ ਤਾਂ ਨਰਕ ਵਿੱਚ ਹੈ ਨਾ। ਜਿਤਨੇ ਨਰਕ ਸੋ ਮਨਮੁਖ ਭੋਗੇ। ਅਸੀਂ ਜੀਂਦੇ ਜੀ ਰੋਜ਼ ਨਰਕ ਬਣਾ ਲੈਂਦੇ ਹਾਂ, ਹੈ ਨਾ। ਮੇਰੀ ਪਤਨੀ ਨੇ ਜ਼ਰਾ ਜਿਹਾ ਮੇਰਾ ਕਹਿਣਾ ਨਹੀਂ ਮੰਨਿਆ, ਮੈਂ ਨਰਕ ਬਣਾ ਲਿਆ, ਹੈ ਨਾ। ਮੇਰੀ ਪਤਨੀ ਨਾਸ਼ਤਾ ਬਣਾ ਕੇ ਲਿਆਈ, ਬੜੇ ਚਾਅ ਨਾਲ ਪਿਆਰ ਨਾਲ ਬਣਾ ਕੇ ਲਿਆਈ। ਉਹਨੇ ਮੈਨੂੰ ਕਿਹਾ ਤੁਹਾਡੇ ਵਾਸਤੇ ਨਾਸ਼ਤਾ ਤਿਆਰ ਹੈ। ਜੇ ਮੈਂ ਪਿਆਰ ਨਾਲ ਨਾਸ਼ਤਾ ਖਾਵਾਂ, ਮੇਰੀ ਪਤਨੀ ਵੀ ਖੁਸ਼, ਜਾਂ ਮੇਰੀ ਮਾਂ ਬਣਾ ਕੇ ਲਿਆਈ, ਮੇਰੀ ਭੈਣ ਬਣਾ ਕੇ ਲਿਆਈ, ਜਾਂ ਮੇਰਾ ਨੌਕਰਾਨੀ ਬਣਾ ਕੇ ਲਿਆਈ, ਕੋਈ ਵੀ ਬਣਾ ਕੇ ਲਿਆਇਆ ਔਰ ਮੈਂ ਖਾਧਾ, ਉਹ ਵੀ ਖੁਸ਼, ਮੈਂ ਵੀ ਖੁਸ਼, ਇਹ ਹੋ ਗਿਆ ਸਵਰਗ। ਪਰ ਮੈਂ ਕਿਹਾ ਮੈਂ ਨਹੀਂ ਖਾਂਦਾ, ਮੈਂ ਉਹਨਾਂ ਪਰ ਕੰਮ ਕਰ ਰਿਹਾ, ਮੇਰੇ ਨੂੰ ਤੰਗ ਨਾ ਕਰੋ, ਮੈਂ ਬਣਾ ਲਿਆ ਨਰਕ। ਮੈਂ ਵੀ ਦੁਖੀ, ਉਹ ਵੀ ਦੁਖੀ। ਔਰ ਤੁਸੀਂ ਮੈਨੂੰ ਲੇਟ ਕਰਾ ਦਿੱਤਾ ਹੈ, ਮੇਰਾ ਨਾਸ਼ਤਾ ਟਾਈਮ ਸਿਰ ਨਹੀਂ ਬਣਾਇਆ, ਮੈਂ ਟੇਬਲ ਨੂੰ ਪੁੱਠਾ ਕਰ ਦਿਆਂ, ਨਾਸ਼ਤਾ ਖਾ ਕੇ ਨਾ ਜਾਵਾਂ, ਘਰ ਵਿੱਚ ਗੁੱਸੇ ਦੇ ਨਾਲ ਬੂਹਾ ਬੰਦ ਕਰਕੇ ਜਾਵਾਂ, ਤਾਂ ਨਰਕ ਹੀ ਹੈ ਨਾ। ਤਾਂ ਇਹਦਾ ਮਤਲਬ ਨਰਕ ਤੇ ਸਵਰਗ ਜੀਂਦੇ ਜੀ ਦੀ ਕੋਈ ਗੱਲ ਹੈ ਨਾ। ਮਰਨ ਤੋਂ ਬਾਅਦ ਵਾਲੇ ਸਵਰਗ ਨਰਕ ਬਾਰੇ ਗੁਰੂ ਸਾਹਿਬ ਕਹਿੰਦੇ ਨੇ ਕਮਨ ਨਰਕ ਕਿਆ ਸੁਰਗ ਵਿਚਾਰਾ ਸੰਤਨ ਦਊ ਰਾਦੇ। ਹਮ ਕਾਹੂ ਕੀ ਕਾਣ ਨਾ ਕੱਢਤੇ ਆਪਣੇ ਗੁਰ ਪ੍ਰਸਾਦੇ, ਸੁਰਗ ਬਾਸ ਨਾ ਬਾਛੀਏ ਡਰੀਏ ਨਾ ਨਰਕ ਨਿਵਾਸ, ਹੋਣਾ ਐਸੋ ਹੋਏਗੋ ਮਨੇ ਨਾ ਕੀਚੇ ਆਸ। ਮਨ ਅੰਦਰ ਆਸ ਰੱਖਣੀ ਨਹੀਂ ਚਾਹੀਦੀ ਕਿ ਬਾਅਦ ਵਿੱਚ ਮੈਨੂੰ ਸਵਰਗ ਮਿਲੇ, ਮਨ ਅੰਦਰ ਡਰ ਵੀ ਨਹੀਂ ਰੱਖਣਾ ਚਾਹੀਦਾ ਕਿ ਹਾਏ ਮੈਨੂੰ ਨਰਕ ਨਾ ਮਿਲੇ। ਜੀਂਦੇ ਜੀ ਸੋਚਣਾ ਚਾਹੀਦਾ ਕਿ ਮੈਂ ਆਪਣਾ ਸਵਰਗ ਬਣਾ ਕੇ ਰਹਿਣਾ ਹੈ ਜਾਂ ਆਪਣੇ ਵਾਸਤੇ ਨਰਕ ਬਣਾ ਕੇ ਰਹਿਣਾ ਹੈ। ਉੱਤਰ ਹੋ ਗਿਆ ਬੱਚੇ? ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਸੰਦੀਪ ਕੌਰ ਹੈ, ਮੈਂ 9ਵੀਂ ਜਮਾਤ ਵਿੱਚ ਪੜ੍ਹਦੀ ਹਾਂ। ਮੇਰਾ ਕੁਐਸਚਨ ਇਹ ਹੈ ਕਿ ਮਨੁੱਖ ਦੁਨਿਆਵੀ ਕੰਮਾਂ ਵਿੱਚ ਇੰਨਾ ਰੁੱਝਿਆ ਹੈ ਕਿ ਪਰਮਾਤਮਾ ਨੂੰ ਭੁੱਲਦਾ ਜਾ ਰਿਹਾ ਹੈ। ਅੱਛਾ ਜੀ, ਹਾਂਜੀ। ਅੱਛਾ ਜੀ। ਜੋ ਕਿ ਸਭ ਕੁਝ ਉਸ ਨੂੰ ਪਰਮਾਤਮਾ ਨੇ ਹੀ ਦਿੱਤਾ ਹੈ, ਅਜਿਹਾ ਕਿਉਂ? ਜੋ ਉਸ ਬੱਚੀ ਦੇ ਕੁਐਸਚਨ ਮੁਤਾਬਕ ਜੋ ਆਪਣੇ ਵਾਸਤੇ ਨਰਕ ਬਣਾਉਂਦਾ ਹੈ ਉਹ ਰੱਬ ਨੂੰ ਭੁੱਲ ਜਾਂਦਾ ਹੈ ਤੇ ਅਵਗੁਣ ਕਰਦਾ ਰਹਿੰਦਾ ਹੈ, ਔਰ ਜੋ ਆਪਣੇ ਵਾਸਤੇ ਸਵਰਗ ਬਣਾਉਂਦਾ ਹੈ ਉਹ ਰੱਬ ਨੂੰ ਯਾਦ ਕਰਦਾ ਹੈ। ਅਸੀਂ ਜਪਜੀ ਸਾਹਿਬ ਵਿੱਚ ਪੜ੍ਹਦੇ ਹਾਂ ਨਾ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਕੋਈ ਰੱਬ ਤੋਂ ਦੂਰ ਹੁੰਦਾ ਜਾ ਰਿਹਾ ਆਪਣੇ ਅਵਗੁਣ ਕਰ ਕਰਕੇ, ਕੋਈ ਰੱਬ ਦੇ ਨੇੜੇ ਹੋਣਾ ਚਾਹੇ ਤਾਂ ਗੁਣ ਹੱਥ ਹਾਸਲ ਕਰੀ ਜਾਂਦਾ ਹੈ ਨਾ। ਅਸੀਂ ਹੁਣ ਲੋਕਾਂ ਦੇ ਬਾਰੇ ਫੈਸਲਾ ਦੇਣ ਦੇ ਬਦਲੇ ਆਪਣੇ ਬਾਰੇ ਸੋਚਾਂਗੇ ਕਿ ਮੈਨੂੰ ਰੱਬ ਜੀ ਦੇ ਨੇੜੇ ਵਾਲਾ ਜੀਵਨ ਜੀਣਾ ਹੈ ਜਾਂ ਅਵਗੁਣਾ ਵਾਲਾ ਸ਼ੈਤਾਨ ਦੇ ਨੇੜੇ ਵਾਲਾ ਜੀਵਨ ਜੀਣਾ ਹੈ। ਸ਼ੈਤਾਨ ਨੂੰ ਜੰਮ ਕਹਿੰਦੇ ਨੇ। ਇੱਕ ਮਰਨ ਤੋਂ ਬਾਅਦ ਜੰਮ ਹੁੰਦੇ ਨੇ, ਮੈਨੂੰ ਜੀਂਦੇ ਜੀ ਜੰਮ ਚੰਬੜੇ ਹੋਏ ਨੇ ਮੇਰੇ ਮਨ ਦੇ ਖਿਆਲ ਬਲਾ, ਹੈ ਨਾ। ਤੁਹਾਡਾ ਉੱਤਰ ਹੋ ਗਿਆ, ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ। ਫਤਿਹ। ਮੇਰਾ ਨਾਮ ਸੰਦੀਪ ਕੌਰ ਹੈ, ਮੈਂ BA ਫਸਟ ਈਅਰ ਵਿੱਚ ਪੜ੍ਹਦੀ ਹਾਂ। ਮੇਰਾ ਸਵਾਲ ਤੁਹਾਨੂੰ ਇਹ ਹੈ ਵੀ ਜਿਹੜੀ ਦੁਨੀਆ ਹੈ, ਜਿਹੜੀ ਕੁਦਰਤ ਹੈ, ਸਾਰੀ ਰੱਬ ਦੀ ਬਣਾਈ ਹੋਈ ਹੈ ਤੇ ਇਨਸਾਨ ਵੀ ਰੱਬ ਦੇ ਬਣਾਏ ਹੋਏ। ਜਿਹੜੇ ਰੱਬ ਦੇ ਇਨਸਾਨ, ਜਿਹੜੇ ਬਣਾਏ ਲੋਕ ਹੈ, ਉਹ ਵੀ ਇੱਕ ਦੂਜੇ ਵਿੱਚ ਭੇਦਭਾਵ ਕਿਉਂ ਕਰਦੇ ਨੇ? ਦਰਅਸਲ ਅਸੀਂ ਇਹ ਮੰਨ ਰਹੇ ਹਾਂ ਕਿ ਸਾਰੀ ਦੁਨੀਆ ਰੱਬ ਜੀ ਦੀ ਬਣਾਈ ਹੈ, ਇਹ ਸਾਡਾ ਪੱਕਾ ਵਿਸ਼ਵਾਸ ਹੈ। ਦੂਜੀ ਗੱਲ, ਸਾਡਾ ਇਹ ਵੀ ਪੱਕਾ ਵਿਸ਼ਵਾਸ ਹੈ ਕਿ ਹਰ ਕਿਸੇ ਅੰਦਰ ਰੱਬ ਜੀ ਵਸਦੇ ਨੇ। ਸੋ ਜਦੋਂ ਹਰ ਕਿਸੇ ਅੰਦਰ ਰੱਬ ਜੀ ਵਸਦੇ ਨੇ ਤਾਂ ਜੋ ਇਨਸਾਨ ਅੰਦਰ ਰੱਬ ਜੀ ਨੂੰ ਨਹੀਂ ਵੇਖਦਾ ਉਹ ਰੱਬ ਜੀ ਨੂੰ ਦੂਰ ਸਮਝਦਾ ਹੈ। ਜਦੋਂ ਦੂਰ ਸਮਝਦਾ ਤਾਂ ਆਪਣੇ ਆਪ ਨੂੰ ਸੁਪੀਰੀਅਰ ਸਮਝਦਾ, ਦੂਜੇ ਨੂੰ ਇਨਫੀਰੀਅਰ ਸਮਝਦਾ, ਆਪਣੇ ਆਪ ਨੂੰ ਵਧੀਆ ਸਮਝਦਾ, ਦੂਜੇ ਨੂੰ ਘਟੀਆ ਸਮਝਦਾ।
ਜਾਂ ਆਪਣੇ ਆਪ ਨੂੰ ਘਟੀਆ ਸਮਝਦਾ, ਦੂਜੇ ਨੂੰ ਵਧੀਆ ਸਮਝਦਾ। ਇਹਨੂੰ ਇੰਗਲਿਸ਼ ਵਿੱਚ ਕਹਿੰਦੇ ਨੇ ਇਨਫੀਰੀਟੀ ਔਰ ਸੁਪੀਰੀਟੀ ਕੰਪਲੈਕਸ, ਹੈ ਨਾ। ਇਹ ਮਨੁੱਖ ਦੀ ਆਪਣੀ ਸੋਚ ਨਹੀਂ ਹੈ। ਰੱਬ ਜੀ ਨੇ ਤੇ ਕੰਪਲੈਕਸ ਨਹੀਂ ਬਣਾਇਆ, है ना। रब जी ने तो अवल अल्लाह नूर पाया, कुदरत के सब बंदे बनाए। एक नूर ते सब जग उपजा, कौन भले को मंदे, कोई भला नहीं कोई मंदा नहीं, सारे रब जी दे बंदे ने। इतनी बाणी तो सानू समझ आती है संदीप कौर जी, ठीक है ना। अच्छा हुण मान लिया मैं अपने अंदर रब जी नू महसूस नहीं कर रहा, तब मैं भेदभाव करांगा। जो भी रब जी नू अंदर महसूस नहीं करता, दूजे नू नीवी जात दा समझदा है ना। नीवी जात कोई होंदी नहीं, शेड्यूल कास्ट कोई होंदा नहीं, अनटचेबल कोई होंदा नहीं। पर जे मेरा मन मंदे ख्याल सोचता है तो मेरा मन रब जी तो मुनकर हो गया है, तो मेरा मन अनटचेबल हो गया, मेरा मन नीच जात हो गया। वरना मनुख कोई नीच जात नहीं होंदा। कबीर साहब कहते ने जिहड़ा अपने आप नूं उच्ची जात दा समझदा सी, उहनूं कहंदे ने जो तू ब्राह्मण ब्राह्मणी जाया तो आन बाट काहे नहीं आया। मीनस तू भी उस तरह ही माँ के पेट चो जम्मिया है जिस तरह मैं जम्मिया हाँ। सो सारी दुनिया एको ढंग नाल माँ के पेट चो जमदी है, कोई भी भेदभाव होंदा ही नहीं। ना अमीर गरीब होंदा है रब जी वालों, ना उच्चा नीवा होंदा है, ना जात पात का वितकरा होंदा है। यह मनुखा दे बनाए हुए ने, रब जी दे बनाए नहीं ने। पर भेदभाव करदा कौन है, जिन्हें अंदर वाले रब जी तो मुनकर हो गया, पिठ कर दी है, रब की निंदा कर दी, मुख मोड़ लिया। ठीक है संदीप कौर जी, थैंक यू। वाहेगुरु जी का खालसा वाहेगुरु जी की फतेह। मेरा नाम जोगिंदर सिंह है। जोगिंदर सिंह, मेरा क्वेश्चन ये है भी सच हमेशा सब नूं कड़वा क्यों लगता वा अते झूठ हमेशा सब नूं सच क्यों लगता वा? दोबारा बोलो आस्ता आस्ता। सच हमेशा सब नूं कड़वा क्यों लगता वा? सच सब नूं कौड़ा क्यों लगता है? हाँ जी, ते झूठ हमेशा सच क्यों लगता? जो ये साकत की निशानी होती है, गुरु साहब कहते ने अमृत कौड़ा बिख्या मीठी, साकत की बिद नैनो टीठी। गुरु साहब कहते ने जिस मनुख दे मंदे ख्याल होंदे ने ना, मंदे ख्यालों नूं साकत कहते ने। ठीक है, जदों मैनू मंदा ख्याल आएगा ना तो मैनू झूठ अच्छा लगेगा और सच चंगा नहीं लगेगा। बल्कि जदों कोई सच बोले तो मैं सड़ बल जावांगा, जे को बोले सच कूड़ा जल जावे, है ना। जदों कोई मैनू सच दसे कि तेरे अंदर है नुक्स है और मैं अपना नुक्स सुनना ही ना चाहता हुआ, तो मैनू बुरा लगेगा भी मैनू क्यों कह रहे हैं। इसी करके असी अपना अवगुण सुन नहीं ना पाते। ठीक है, सो कदों नहीं सुन पाते, जदों मैं अंदर वाले रब जी तो मुनकर होया। ठीक है, जदों मैं अवगुणा दा पल्ला फड़िया तो मेरा मन हो गया साकत, और साकत बिरती दे कारण सच मनु झूठ लगता है अते झूठ मैनू सच लगता है ना। ठीक है। वाहिगुरू जी का खालसा वाहिगुरू जी की फतेह। मेरा नाम गुरविंदर सिंह है। गुरिंदर सिंह, हाँ जी, मैं तुहानूं दो क्वेश्चन पूछना चाहना। सब तो पहला क्वेश्चन मेरा ये आ कि जैसी संगत तैसी रंगत, ये तो भाव की आ? जैसे ख्याल लवो वैसे मन उते रंग चढ़ जाता है। हर ख्याल एक रंग होता है ना। सो जैसे ख्याल लेंदे जाओ, मीन्स जैसी मन संगत करेगा वैसे ख्यालों का रंग चढ़ता जाएगा तो मनुख वैसा बन जाएगा। ਕਹਿੰਦੇ ਆ ਕਿ ਇੱਕ ਟੋਕਰੀ ਦੇ ਵਿੱਚ 100 ਸੇਬ ਪਏ ਹੋਣ ਤੇ ਉਹਦੇ ਵਿੱਚ ਜੇ ਇੱਕ ਗੰਦਾ ਸੇਬ ਰੱਖ ਦਈਏ ਤੇ ਸਾਰੇ ਸੇਬਾਂ ਨੂੰ ਗੰਦਾ ਕਰ ਦਿੰਦਾ ਵਾ। ਐਦਾਂ ਕਿਉਂ ਹੁੰਦਾ ਹੈ? ਜਿਹੜੇ ਸੇਬ ਨੇ ਨਾ ਬਾਕੀ ਦੇ, ਉਹਨਾਂ ਨੂੰ ਅਕਲ ਨਹੀਂ ਹੈ। ਇਸ ਕਰਕੇ ਜਿਹੜਾ ਗੰਦਾ ਸੇਬ ਹੈ ਉਹਦੇ ਕੀੜੇ ਉੱਡ ਉੱਡ ਕੇ ਉਹਨਾਂ ਤੇ ਪੈ ਜਾਂਦੇ ਨੇ, ਹੈ ਨਾ। ਪਰ ਮਨੁੱਖ ਨੂੰ ਇਹ ਅਕਲ ਹੈ ਕਿ ਮੈਂ 100 ਸੇਬਾਂ ਦੇ बदले 100 भैड़े मनुख होण, मैं उन्हों भैड़ नहीं लेना। मेरे वीर मिंदरपाल सिंह ने पहला क्वेश्चन किया सी ना, साकत संग ना कीजिए दूर है जाइए भाग। हुण एप्पल ते उठ के दौड़ के जा नहीं सकता। सानू सिखाया कि मनुख भैड़ा कोई नहीं होंदा, है ना। फिर सारे भैड़िਆਂ ਦੇ ਵਿੱਚ भी रह के उन्हों का रंग नहीं लेना, उन्हों का कीड़ा मंदा कीड़ा अपने दिमाग अंदर नहीं पैण देना।
ਪਰ ਇਹ ਕਹਿੰਦੇ ਕਿ ਜਿਹੜੀ ਬੁਰਾਈ ਆ ਉਹਦਾ ਪ੍ਰਭਾਵ ਚੰਗੇ ਤੇ ਜਲਦੀ ਪੈ ਜਾਂਦਾ, ਚੰਗੇ ਦਾ ਪ੍ਰਭਾਵ ਜਿਹੜਾ ਵਾ ਉਹ ਚੰਗੇ ਦਾ ਪ੍ਰਭਾਵ ਜਿਹੜਾ ਵਾ ਉਹ ਬੁਰੇ ਤੇ ਘੱਟ ਪੈਂਦਾ ਹੈ। ਬੁਰੇ ਦੀ ਆਪਣੇ ਮੰਦੇ ਭਾਗ ਕੇ ਬੁਰਾ ਜਾਣ ਕੇ ਸੱਚ ਲੈਣਾ ਨਹੀਂ ਚਾਹੁੰਦਾ, ਪਰ ਜਿਹਦੇ ਕੋਲ ਸੱਚ ਹੈ ਨਾ, ਸੱਚ ਪੁਰਾਣਾ ਨਾ ਥੀ ਹੈ, ਨਾ ਪੁਰਾਣਾ ਹੁੰਦਾ ਹੈ, ਨਾਮ ਨਾ ਮੈਲਾ ਹੋਏ, ਨਾ ਮੈਲਾ ਹੁੰਦਾ ਹੈ। ਜੇ ਮੈਂ ਅਵਗੁਣਾ ਵਾਲੇ ਖਿਆਲ ਕਿਸੇ ਕੋਲੋਂ ਲਵਾਂ ਔਰ ਮੈਨੂੰ ਇਹ ਅਵਗੁਣਾ ਦਾ ਸੁਭਾਅ ਬਣ ਜਾਏ ਤਾਂ ਫਿਰ ਮੈਂ ਸੱਚ ਲਿਆ ਹੀ ਨਹੀਂ ਸੀ। ਪਰ ਜੇ ਮੇਰੇ ਕੋਲ ਸੱਚ ਹੈ ਤਾਂ ਅਵਗੁਣ ਆਏਗਾ, ਰਿਫਲੈਕਟ ਹੋ ਕੇ ਚਲਾ ਜਾਏਗਾ। ਸਮਝ ਗਏ? ਤੇ ਮੇਰਾ ਦੂਸਰਾ ਕੁਐਸਚਨ ਇਹ ਆ, ਸਾਨੂੰ ਜਿਹੜਾ ਵਾ ਮਨ ਤੋਂ ਸੋਚਣਾ ਚਾਹੀਦਾ ਕਿ ਦਿਮਾਗ ਤੋਂ? ਹੋਏ ਹੋਏ ਹੋਏ, ਤੁਸੀਂ ਫਿਲਾਸਫਰ ਜੰਮੇ ਹੋ, ਇੰਨੇ ਮੁਸ਼ਕਿਲ ਕੁਐਸਚਨ ਕਰਦੇ ਹੋ। ਇੱਥੇ ਰੱਖੋ, ਨਾ ਬੋਲੋ ਆਪਣਾ। ਮੇਰਾ ਨਾਮ ਗੁਰਵਿੰਦਰ ਸਿੰਘ ਹੈ। ਗੁਰਵਿੰਦਰ ਸਿੰਘ ਜੀ, ਤੁਹਾਡਾ ਸਵਾਲ ਕਿ ਮਨ ਤੋਂ ਸੋਚਣਾ ਚਾਹੀਦਾ ਕਿ ਦਿਮਾਗ ਤੋਂ ਸੋਚਣਾ ਚਾਹੀਦਾ। ਦਿਮਾਗ ਨੂੰ ਇੰਗਲਿਸ਼ ਵਿੱਚ ਕਹਿੰਦੇ ਨੇ ਬ੍ਰੇਨ, ਮਾਈਂਡ, ਹੈ ਨਾ। ਜਿਹੜਾ ਮਨ ਹੈ ਨਾ, ਜੈਸਾ ਮਨ ਸੋਚਦਾ ਹੈ ਮਾइंड ब्रेन वैसा ਕੰਮ ਕਰਦਾ ਹੈ। ਔਰ ਜੇਕਰ ਮਨ ਆਪਣੀ ਮਰਜ਼ੀ ਕਰੇ ਤਾਂ ਮਾइंड ਵੀ ਮਨ ਦੇ ਮੁਤਾਬਕ ਸੋਚ ਕੇ ਭੈੜੇ ਕੰਮ ਕਰੇਗਾ। ਠੀਕ ਹੈ, ਮਨ ਨੂੰ ਸਤਿਗੁਰ ਦੇ ਨਾਲ ਮਿਲਾ ਦਈਏ ਤਾਂ ਵੀ ਮੇਰੀ ਬਾਡੀ ਦਾ ਚਾਲਕ ਕੌਣ ਰਹੇਗਾ? ਮਨ ਬਾਡੀ ਦਾ ਰਾਜਾ ਹੈ, ਸੁਲਤਾਨ ਹੈ। ਹੁਣ ਇਸ ਮਨ ਨੇ ਸਤਿਗੁਰ ਕੀ ਜਿਸ ਨੂੰ ਮਤ ਆਵੇ ਸੋ ਸਤਿਗੁਰ ਮਾਏ ਸਮਾਨਾ। ਮਨ ਹੀ ਮੇਰੀ ਬਾਡੀ ਦਾ ਹੀਰੋ ਹੈ, ਨਾਇਕ ਹੈ, ਮਨ ਹੀ ਚਲਾਏਗਾ। ਪਰ ਇਹਨੇ ਹੁਣ ਸਤਿਗੁਰ ਦੀ ਮਤ ਲੈ ਲਈ, ਇਸ ਤਰ੍ਹਾਂ ਹੁਣ ਇਹ ਬ੍ਰੇਨ ਨੂੰ ਚਲਾਏਗਾ ਸਤਿਗੁਰ ਦੀ ਮਤ ਅਨੁਸਾਰ। ਠੀਕ ਹੈ, ਸੋ ਸਵਾਲ ਤੁਹਾਡਾ ਇਹ ਹੋਇਆ ਕਿ ਮਨ ਦੀ ਮੰਨਣੀ ਚਾਹੀਦੀ ਹੈ ਕਿ ਦਿਮਾਗ ਦੀ ਮੰਨਣੀ ਚਾਹੀਦੀ ਹੈ। ਜੇ ਮਨ ਨੂੰ ਅਕਲ ਨਹੀਂ ਹੈ ਤੇ ਮਨ ਦੀ ਵੀ ਨਹੀਂ ਮੰਨਣੀ ਚਾਹੀਦੀ। ਮਨ ਨੂੰ ਕਿਉਂਕਿ ਅਕਲ ਨਹੀਂ ਹੈ ਤੇ ਦਿਮਾਗ ਨੂੰ ਵੀ ਅਕਲ ਨਹੀਂ ਹੈ, ਇਸ ਕਰਕੇ ਦਿਮਾਗ ਦੀ ਵੀ ਨਹੀਂ ਮੰਨਣੀ ਚਾਹੀਦੀ। ਪਰ ਤੁਹਾਡੇ ਸਵਾਲ ਦਾ ਉੱਤਰ ਸਮਝਣ ਵਾਸਤੇ ਕਹਿਣਾ ਪਏਗਾ, ਜਦੋਂ ਮਨ ਸਤਿਗੁਰ ਦੀ ਮਤ ਲੈ ਲੇਗਾ ਤਾਂ ਦਿਮਾਗ ਦੀ ਨਹੀਂ ਮੰਨਣੀ, ਬਲਕਿ ਦਿਮਾਗ ਮਨ ਦੀ ਮੰਨ ਕੇ ਸਤਿਗੁਰ ਜੀ ਦੀ ਮਤ ਲੈ ਕੇ ਉਸ ਤਰ੍ਹਾਂ ਕਰੇਗਾ, ਮਤ ਠੀਕ ਹੋ ਜਾਏਗੀ ਨਾ। ਜਦੋਂ ਮਨ ਸਤਿਗੁਰ ਦੀ ਮਤ ਲੈ ਲੈਂਦਾ ਨਾ ਤਾਂ ਉਹਨੂੰ ਕਹਿੰਦੇ ਨੇ ਤਿੱਥੇ ਘੜੀਏ ਸੁਰਤ ਮਤ ਮਨ ਬੁੱਧ। ਇਹ ਘੜੇ ਜਾਂਦੇ ਨੇ। ਉਸ ਵੇਲੇ ਸੁਰਤ ਦੀ ਮੰਨੋਗੇ ਨਾ, ਮਾइंड ਦੀ ਮੰਨੋਗੇ ਨਾ, ਬ੍ਰੇਨ ਦੀ ਮੰਨੋਗੇ ਨਾ, ਬੁੱਧ ਦੀ ਮੰਨੋਗੇ ਨਾ। ਕਿਉਂ? ਕਿਉਂਕਿ ਮਨ ਘੜਿਆ ਗਿਆ ਹੈ। ਕਿਉਂ ਘੜਿਆ ਗਿਆ? ਕਿਉਂਕਿ ਇਹਨੇ ਸਤਿਗੁਰ ਦੀ ਮਤ ਲੈ ਲਈ ਹੈ। ਫਿਰ ਅਸੀਂ ਮਨ ਦੀ ਵੀ ਮੰਨਾਂਗੇ, ਸੁਰਤ ਮਤ ਬੁੱਧ ਦਿਮਾਗ ਦੀ ਵੀ ਮੰਨਾਂਗੇ। ਕਦੋਂ? ਉੱਚਾ ਬੋਲੋ। ਜਦੋਂ ਮਨ ਪਰਮਾਤਮਾ ਨਾਲ ਜੁੜਿਆ ਹੋਵੇ, ਜਦੋਂ ਸਤਿਗੁਰ ਦੀ ਮਤ ਲੈਂਦਾ ਹੈ। ਠੀਕ ਹੈ ਬੱਚੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਗੁਰਸੰਤ ਸਿੰਘ ਹੈ। ਗੁਰਸੰਤ? ਗੁਰਸਰਨ ਸਿੰਘ। ਗੁਰਸ਼ਰਨ ਸਿੰਘ। ਮੇਰੀ ਕਲਾਸ 7ਵੀਂ ਹੈ। ਮੇਰਾ ਕੁਐਸਚਨ ਇਹ ਹੈ ਕਿ ਜਿਹੜੀ ਕਿਸਮਤ ਹੈ ਸਾਨੂੰ ਪਤਾ ਹੈ ਕਿ ਆਪ ਨੂੰ ਹੋਣੀ ਚਾਹੀਦੀ ਹੈ, ਪਰ ਅਸੀਂ ਕਿਸਮਤ ਤੇ ਕਿਉਂ ਰਿਲੇਟਡ ਲੈਂਦੇ ਹਾਂ, ਮਿਹਨਤ ਕਿਉਂ ਨਹੀਂ ਕਰਦੇ? ਵਾਹ, ਬਸ ਮਿਹਨਤ ਕਰਨੀ ਚਾਹੀਦੀ ਹੈ, ਕਿਸਮਤ ਤੇ ਬਿਲੀਵ ਨਹੀਂ ਕਰਨਾ ਚਾਹੀਦਾ। ਉਹ ਅਸੀਂ ਕੌਣ ਹੈ? ਕੌਣ? ਪਿੱਛੇ ਮੁੜ ਕੇ ਦੱਸੋ ਕੌਣ ਹੈ ਉਹ? ਅਸੀਂ ਕੌਣ ਹੈ? ਅਸੀਂ ਮਤਲਬ ਅਸੀਂ ਸਾਰੇ ਸਾਰੇ ਨਹੀਂ, ਅਸੀਂ ਤੇ ਨਹੀਂ ਮੰਨਦੇ ਕਿਸਮਤ। ਬੱਚੇ ਲੋਕੀ ਮੰਨਣ ਜਾਂ ਨਾ ਮੰਨਣ, ਮੈਨੂੰ ਇਹ ਸਿੱਖਣਾ ਹੈ ਕਿ ਮੈਂ ਕਿਸਮਤ, ਫੇਟ, ਲੱਕ, ਗੁੱਡ ਲੱਕ, ਪਾਮਿਸਟਰੀ, ਇਹਨਾਂ ਸਾਰੀਆਂ ਚੀਜ਼ਾਂ ਤੇ ਵਿਸ਼ਵਾਸ ਨਹੀਂ ਰੱਖਣਾ। ਆਪਣਾ ਹੱਥ ਜਗन्नाथ। ਆਪ ਮਿਹਨਤ ਕਰਨੀ ਹੈ, ਆਪਣੀ ਜ਼ਿੰਦਗੀ ਨੂੰ ਕਿਸ ਪਾਸੇ ਲਿਜਾਣਾ ਹੈ, ਅਸੀਂ ਮਿਹਨਤ ਕਰਕੇ ਉਸ ਪਾਸੇ ਲਿਜਾਣਾ ਹੈ। ਵੀ ਰਾਈਟ ਆਵਰ ਓਨ ਡੈਸਟੀਨੀ। ਆਪੇ ਲਿਖਦੇ ਹਾਂ ਅਸੀਂ ਆਪਣੀ ਡੈਸਟੀਨੀ। ਠੀਕ ਹੈ? ਹਾਂਜੀ।